ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1070 ਤੋਂ ਅੱਗੇ ਪਾਠ ਕਰਨਾ ਹੈ। 1070 ਨੰਬਰ ਅੰਕ ਤੋਂ ਮਾਰੂ ਰਾਗ ਵਿੱਚ ਚੌਥੀ ਪਾਤਸ਼ਾਹੀ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਸੋਹਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ ਦੂਜੇ ਸੋਲਹੇ ਦੇ 6 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ। ਨਾ ਕਰ ਆਸ ਮੀਤ ਸੁਤ ਭਾਈ, ਨਾ ਕਰ ਆਸ ਕਿਸੈ ਸ਼ਾਂ ਵਿਵਹਾਰ ਕੀ ਪਰਾਈ। बिन हर नावे को बेली नहीं, हर जपिए सारंग पानी है। ना कर आस मीत सुत पाई, ना कर आस किसे शाह बिहार की पराई। बिन हर नावे को बेली नाही, हर जपिए सारंग पानी है। ना कर आस, आस उम्मीदां ਅਸੀਂ ਆਸ਼ਾਵਾਂ ਲਾ ਲੈਂਦੇ ਹਾਂ। ਜਦੋਂ ਜ਼ਰੂਰਤ ਹੋਏਗੀ ਫਲਾਣਾ ਮੇਰੀ ਮਦਦ ਕਰੇਗਾ, ਫਲਾਣਾ ਮੇਰੇ ਨਾਲ ਖਲੋਏਗਾ, ਉਹ ਮੈਨੂੰ ਫੋਨ ਕਰੇਗਾ, ਮੇਰੀ ਜਦੋਂ ਵੀ ਲੋੜ ਪਈ ਨਾਲ ਖਲੋਏਗਾ। ਗੁਰੂ ਸਾਹਿਬ ਕਹਿ ਰਹੇ ਨਾ ਕਰ ਆਸ। ਧਿਆਨ ਦਈਏ ਨਾ, ਆਸ ਜਿਹੜੀ ਹੈ, ਆਸ਼ਾਵਾਂ ਨਾ, ਆਸ ਜਿਹੜੀ ਅਸੀਂ ਲਗਾ ਲੈਂਦੇ ਆ, ਇਹ ਦੁੱਖਾਂ ਦਾ ਇੱਕ ਬਹੁਤ ਵੱਡਾ ਕਾਰਨ ਹੈ। ਸਾਡੀ ਪਰੇਸ਼ਾਨੀਆਂ ਦਾ, ਸਾਡੀ ਟੈਨਸ਼ਨਾਂ ਦਾ ਬਹੁਤ ਵੱਡਾ ਕਾਰਨ ਹੈ। ਅਸੀਂ ਕਿਸੇ ਕੋਲੋਂ ਆਸ ਲਾਉਂਦੇ ਆ ਕਿ ਉਹ ਮੇਰੀ 1 ਲੱਖ ਰੁਪਏ ਦੀ ਮਦਦ ਕਰੇਗਾ ਜਦੋਂ ਮੈਨੂੰ ਜ਼ਰੂਰਤ ਪਏਗੀ। ਉਦਾਹਰਨ ਦੇ ਤੌਰ ਤੇ ਉਹ ਆਪਣੀ ਸਮਰੱਥਾ ਮੁਤਾਬਿਕ ਜਾਂ ਜਿਸ ਤਰ੍ਹਾਂ ਉਹਨੂੰ ਸਮਝ ਆਈ ਉਹ 50,000 ਜਾਂ 75,000 ਦੀ ਮਦਦ ਕਰਦਾ ਹੈ। ਅਸੀਂ ਦੁਖੀ ਹੋ ਜਾਂਦੇ ਹਾਂ, ਆਸ ਤੇ ਮੈਂ ਜ਼ਿਆਦਾ ਲਾਈ ਸੀ, ਇਹਨੇ ਮੇਰੀ ਆਸ ਤੇ ਖਰਾ ਨਹੀਂ ਉਤਰਿਆ। ਹੁਣ ਅਸੀਂ ਕਿਸੇ ਕੋਲੋਂ ਆਸ ਲਗਾਉਂਦੇ ਹੀ ਨਹੀਂ। ਉਸੇ ਵਿਅਕਤੀ ਕੋਲੋਂ ਜਿਸ ਦੇ ਕੋਲੋਂ ਅਸੀਂ ਬਹੁਤਾ ਆਸ ਲਗਾਈ ਸੀ, ਉਸੇ ਕੋਲੋਂ ਅਸੀਂ ਆਸ ਹੀ ਨਾ ਲਾਈਏ ਕਿ ਇਹ ਮੇਰੇ ਨਾਲ ਹੀ ਨਹੀਂ ਖਲੋਏਗਾ, ਮੇਰੇ ਨਾਲ ਨਹੀਂ ਆਏਗਾ, ਮੇਰੀ ਰੱਤਾ ਮਾਤਰ ਵੀ ਮਦਦ ਨਹੀਂ ਕਰੇਗਾ। ਉਹ ਆ ਕੇ ਸਾਡੀ 10,000 ਜਾਂ 20,000 ਦੀ ਮਦਦ ਕਰ ਦਿੰਦਾ ਹੈ ਤੇ ਸਾਨੂੰ ਬੜੀ ਪ੍ਰਸੰਨਤਾ ਮਿਲਦੀ ਹੈ। ਇੱਕ ਪਾਸੇ ਆਸ ਲਗਾਈ ਸੀ 1 ਲੱਖ ਰੁਪਏ ਦੀ, ਉਹਨੇ 50,000 ਜਾਂ 70,000 ਦੀ ਮਦਦ ਕੀਤੀ, ਅਸੀਂ ਤਾਂ ਵੀ ਦੁਖੀ ਹਾਂ। ਇੱਕ ਪਾਸੇ ਗੁਰੂ ਦੀ ਗੱਲ ਸਮਝ ਬੁੱਝ ਕੇ ਆਸ ਰੱਖੀ ਨਹੀਂ ਕਿਸੇ ਕੋਲੋਂ, ਉਹ ਕਿਣਕਾ ਮਾਤਰ ਵੀ ਮਦਦ ਕਰਦੇ, ਸਾਨੂੰ ਬੜੀ ਪ੍ਰਸੰਨਤਾ ਮਿਲਦੀ ਹੈ। ਇੱਕ ਪਾਸੇ ਦੁੱਖ ਦਾ ਕਾਰਨ ਬਣ ਰਹੀ ਹੈ ਔਰ ਗੁਰੂ ਦੀ ਗੱਲ ਸਮਝ ਬੁੱਝ ਕੇ ਮੰਨ ਕੇ ਉਹ ਗੱਲ ਸੁੱਖਾਂ ਦਾ ਕਾਰਨ ਬਣ ਰਹੀ ਹੈ। ਗੁਰੂ ਸਾਹਿਬ ਕਹਿ ਰਹੇ ਨਾ ਕਰ ਆਸ ਮੀਤ ਸੁਤ ਭਾਈ। ਬਿਲਕੁਲ ਨਿਕਟਵਰਤੀ ਜਿਹੜੇ ਸੰਬੰਧ ਹੁੰਦੇ ਨੇ ਨਾ, ਸਭ ਤੋਂ ਜ਼ਿਆਦਾ ਆਸ਼ਾਵਾਂ ਸਾਡੀਆਂ ਉਹਨਾਂ ਤੋਂ ਹੁੰਦੀਆਂ। ਮੀਤ ਮਿੱਤਰ ਕਹਿ ਲਈਏ, ਜਿਨ੍ਹਾਂ ਨਾਲ ਅਸੀਂ ਪ੍ਰੇਮ ਕਰਦੇ ਹਾਂ, ਜੋ ਸਾਨੂੰ ਪ੍ਰੇਮ ਕਰਦੇ ਹਨ, ਕੋਈ ਵੀ ਨਿਕਟਵਰਤੀ ਸੰਬੰਧੀ ਕਹਿ ਲਈਏ ਮੀਤ। ਨਾ ਕਰ ਆਸ ਮੀਤ ਸੁਤ ਤੋਂ ਪਾਵੇ ਪੁੱਤਰ, ਭਾਈ ਤੋਂ ਪਾਵੇ ਭਰਾ। ਬਿਲਕੁਲ ਨਿਕਟ ਦੇ ਸੰਬੰਧ। ਨਾ ਕਰ ਆਸ ਮੀਤ ਸੁਤ ਭਾਈ, ਨਾ ਕਰ ਆਸ ਕਿਸੇ ਸ਼ਾਹ, ਕਹਿੰਦੇ ਕਿਸੇ ਸ਼ਾਹ ਦੇ ਵੀ, ਕਿਸੇ ਸ਼ਾਹੂਕਾਰ ਤੋਂ ਵੀ ਆਸ ਨਾ ਰੱਖ। ਵਿਵਹਾਰ ਕੀ ਪਰਾਈ। ਵਿਵਹਾਰ ਨੂੰ ਸਮਝਣਾ ਕਰੀਏ ਨਾ, ਜੋ ਸਾਡਾ ਇੱਕ ਦੂਜੇ ਨਾਲ ਵਿਵਹਾਰ ਕਹਿ ਲਈਏ, ਕਾਰਜ ਅਸੀਂ ਜੋ ਕਰਦੇ ਆ, ਜੋ ਅਸੀਂ ਵਪਾਰ ਕਰਦੇ ਆ, ਵਪਾਰ ਕਹਿ ਲਈਏ, ਇੱਕ ਦੂਜੇ ਨਾਲ ਸਾਡੀ ਜੋ ਉੱਠਣਾ ਬੈਠਣਾ, ਕਹਿੰਦੇ ਕਿਸੇ ਪਰਾਏ ਵਿਵਹਾਰ ਦੀ ਵੀ ਆਸ ਨਾ ਕਰ। ਆਸ ਜੋੜਨਾ ਕਰ ਤੇ ਕਿੱਥੇ ਆਸ ਕਰਾਂ। ਗੁਰੂ ਸਾਹਿਬ ਤੁਸੀਂ ਤੇ ਸਾਰੇ ਹੀ ਸੰਬੰਧ ਮੇਰੇ, ਮੈਂ ਸਾਰਿਆਂ ਨਾਲ ਕਰਦਾ ਆਇਆ, ਮੈਂ ਸਾਰਿਆਂ ਦਾ ਭਲਾ ਚਾਹੁੰਦਾ, ਤੇ ਮੈਂ ਕਿਉਂ ਨਾ ਚਾਹਾਂ ਉਹ ਵੀ ਮੇਰਾ ਭਲਾ ਕਰਨ। ਇਹੋ ਸੰਸਾਰ ਤੇ ਇਸੇ ਤਰੀਕੇ ਨਾਲ ਚੱਲਦਾ ਹੈ ਨਾ।
मैं किसी ਨੂੰ 100 ਰੁਪਏ ਦਾ ਸਗਨ ਪਾਇਆ, ਜਦੋਂ ਮੈਨੂੰ ਲੋੜ ਹੋਏਗੀ ਉਹ ਵੀ ਫਿਰ ਸਗਨ ਪਾਏਗਾ ਮੈਨੂੰ। ਸੰਸਾਰ ਗਿਵ ਐਂਡ ਟੇਕ ਦਾ ਸੰਸਾਰ ਇਹੋ ਆਸ ਹੈ। ਅੱਜ ਮੈਂ ਦਿੱਤਾ ਕੱਲ ਉਹ ਮੈਨੂੰ ਦੇਗਾ, ਤੇ ਅੱਜ ਉਹਨੇ ਦਿੱਤਾ ਕੱਲ ਮੈਂ ਉਹਨੂੰ ਦਵਾਂਗਾ। ਇਹੋ ਕਾਰ ਵਿਹਾਰ ਕਰ ਰਹੇ ਹਾਂ। ਸਿਰਫ ਧਨ ਦੌਲਤ ਨਹੀਂ, ਕਿਸੇ ਵੀ ਤਰੀਕੇ ਦੇ ਨਾਲ ਅਸੀਂ ਹੋਰਾਂ ਦੀ ਮਦਦ ਕਰਦੇ ਹਾਂ, ਰਿਟਰਨ ਵਿੱਚ ਅਸੀਂ ਉਮੀਦ ਕਰਦੇ ਹਾਂ ਉਹ ਸਾਡੀ ਮਦਦ ਕਰੇਗਾ। ਗੁਰੂ ਸਾਹਿਬ ਤੁਸੀਂ ਸਾਰੇ ਸਾਡੇ ਸੰਬੰਧ ਤੋਂ ਆਸਾਵਾਂ, ਜਿੰਨੀਆਂ ਆਸ਼ਾਵਾਂ ਹਨ ਸਾਰੀਆਂ ਤੁਸੀਂ ਕਹਿ ਰਹੇ ਹੋ ਨਾ ਕਰ, ਫਿਰ ਮੈਂ ਕੀ ਕਰਾਂ? ਗੁਰੂ ਸਾਹਿਬ ਸਮਝਾ ਰਹੇ ਨੇ ਕਿਉਂ ਨਾ ਕਰ, ਕਾਰਨ ਨਾਲ ਦੱਸ ਰਹੇ ਨੇ। ਬਿਨ ਹਰ ਨਾਵੇ ਕੋ ਬੇਲੀ ਨਹੀਂ, ਕਹਿੰਦੇ ਹਰੀ ਨਾਮ ਤੋਂ ਬਿਨਾ ਕੋਈ ਬੇਲੀ ਹੈ ਹੀ ਨਹੀਂ ਤੇਰਾ। ਤੂੰ ਬੇਲੀ ਬਣਾਏ ਹੋਏ ਹਨ, ਪਰ ਸਾਰਿਆਂ ਦੀ ਆਪਣੀ ਆਪਣੀ ਲਿਮਿਟੇਸ਼ਨ ਹੈ, ਸਾਰਿਆਂ ਦੀ ਆਪਣੀ ਆਪਣੀ ਇੱਕ ਦਾਇਰਾ ਹੈ। ਉਸ ਦਾਇਰੇ ਤੋਂ ਅੱਗੇ ਕੋਈ ਸਾਡੀ ਮਦਦ ਕਰ ਵੀ ਨਹੀਂ ਸਕਦਾ। ਕਈ ਵਾਰੀ ਕਰਨਾ ਚਾਹੁੰਦਾ ਨਹੀਂ, ਤੇ ਕਈ ਵਾਰੀ ਕਰਨਾ ਚਾਹਵੇ ਤਾਂ ਵੀ ਨਹੀਂ ਕਰ ਸਕਦਾ। ਤੇ ਹਰੀ ਦਾ ਨਾਮ ਜਿਹੜਾ ਹੈ ਤੇਰੇ ਸਦੀਵ ਸਹਾਇਕ ਹੈ। ਬਿਨ ਹਰ ਨਾਵੇ ਕੋ ਬੇਲੀ ਨਹੀਂ, ਹਰੀ ਨਾਮ ਤੋਂ ਬਿਨਾ ਤੇਰਾ ਕੋਈ ਬੇਲੀ ਹੈ ਹੀ ਨਹੀਂ। ਅੱਧੀ ਰਾਤ ਨੂੰ ਵੀ ਜ਼ਰੂਰਤ ਪੈ ਜਾਏ, ਹਰੀ ਦਾ ਨਾਮ ਤੇਰੇ ਨਾਲ ਖਲੋਤਾ ਹੈ। ਕਿਧਰੇ ਬੀਆਬਾਨ ਥਾਂ ਤੇ, ਕਿਧਰੇ ਦੇਸ਼ ਵਿਦੇਸ਼ ਵਿੱਚ, ਕਿਧਰੇ ਇਕੱਲਾ ਘੁੰਮ ਰਿਹਾ ਹੋਏ, ਹਰੀ ਦਾ ਨਾਮ ਤੇਰਾ ਅੰਗ ਸੰਗ ਹੈ, ਤੈਨੂੰ ਸਮਝਾਏਗਾ ਹਰੀ ਦਾ ਨਾਮ। ਗੁਰੂ ਸਾਹਿਬ ਬਸ ਉਹੀਓ ਸਮਝਾ ਰਹੇ ਹਨ ਕਿ ਹਰੀ ਦੇ ਨਾਮ ਨੂੰ ਬੇਲੀ ਬਣਾ ਲੈ। ਹਰੀ ਦਾ ਨਾਮ ਜਾਗ੍ਰਿਤੀ ਪੈਦਾ ਕਰੇਗਾ, ਹਰੀ ਦਾ ਨਾਮ ਤੇਰੇ ਨਾਲ ਸਹਾਇਕ ਬਣੇਗਾ। ਹਰੀ ਦਾ ਨਾਮ ਹਰ ਵਕਤ ਨਾਲ ਤੈਨੂੰ ਸਮਝਾਏਗਾ ਕਿ ਕੀ ਕੰਮ ਕਰ, ਕੀ ਕੰਮ ਨਾ ਕਰ, ਕੀ ਬੋਲ ਬੋਲ, ਕੀ ਬੋਲ ਨਾ ਬੋਲ, ਹਰ ਸਮੇਂ तेरा सहायक बनेगा। बिन हर नावे को बेली नाई, हर जपिए सारंग पानी है, हर जपिए सारंग पानी है। सारंग पानी, पाण मतलब धरती, सारंग मतलब जिसदे हत्थ विच धरती है, वो परमात्मा सारंग पानी। जो हत्थ विच धरती तो पाओ है नहीं कि परमात्मा ਦਾ शरीर बहुत ਵੱਡਾ ਹੈ, ਉਹਦਾ ਹੱਥ ਬਹੁਤ ਵੱਡਾ ਹੈ ਤੇ ਉਹਨੇ ਧਰਤੀ ਨੂੰ ਹੱਥ ਵਿੱਚ ਚੁੱਕਿਆ ਹੋਇਆ। ਹੱਥ ਵਿੱਚ ਧਰਤੀ ਪਾਓ, ਉਸ ਪਰਮਾਤਮਾ ਦੇ ਹੁਕਮ ਵਿੱਚ ਧਰਤੀ ਵੱਜੀ ਹੋਈ ਹੈ। ਸਾਰਾ ਸੰਸਾਰ ਕਹਿ ਲਈਏ, ਸਾਰੀ ਸ੍ਰਿਸ਼ਟੀ ਕਹਿ ਲਈਏ, ਉਹਦੇ ਹੁਕਮ ਵਿੱਚ ਵੱਜੀ ਹੋਈ ਹੈ। ਤੇ ਉਸ ਜਿਸ ਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਹੈ, ਹਰ ਜਪੀਏ, ਐਸੇ ਹਰੀ ਨੂੰ ਜਪਣਾ ਕਰੀਏ, ਐਸੇ ਹਰੀ ਨੂੰ ਹਿਰਦੇ ਵਿੱਚ ਵਸਾਈਏ, ਜਿਹੜਾ ਸਦੀਵ ਅੰਗ ਸੰਗ ਹੈ, ਜਿਹੜਾ ਸਦੀਵ ਅੰਗ ਸੰਗ ਹੋ ਕੇ ਮਦਦ ਕਰਦਾ ਹੈ। ਉਸ ਹਰੀ ਨੂੰ ਹਮੇਸ਼ਾ, ਉਸ ਹਰੀ ਨੂੰ ਨਾ ਭੁਲਾ ਦਈਏ। ਅਸੀਂ ਰੱਤਾ ਮਾਤਰ ਲਾਲਚ, ਰੱਤਾ ਮਾਤਰ ਕਾਮ ਕਹਿ ਲਈਏ, ਕ੍ਰੋਧ ਕਹਿ ਲਈਏ, ਲੋਭ ਮੋਹ ਅਹੰਕਾਰ ਦੀ ਵਜ੍ਹਾ ਕਰਕੇ ਉਸ ਹਰੀ ਨੂੰ ਜਪਣਾ ਬੰਦ ਕਰ ਦਿੰਦੇ ਆ। ਜਪਣ ਤੋਂ ਭਾਵ ਕੇਵਲ ਜ਼ਬਾਨੀ ਜਪਣਾ ਨਹੀਂ, ਜਪਣ ਤੋਂ ਭਾਵ ਇਹ ਵੀ ਹੈ ਕਿ ਉਸਨੂੰ ਧਿਆਉਂਦੇ ਰਹੀਏ, ਚਿੱਤ ਵਿੱਚ ਵਸਾ ਕੇ ਰੱਖੀਏ। ਪਰ ਜਿੱਥੇ ਸਰੀਰਿਕ ਭੁੱਖ ਭਾਰੀ ਪੈ ਜਾਏ, ਉਸੇ ਵਕਤ ਅਸੀਂ ਹਰੀ ਨੂੰ ਭੁਲਾ ਕੇ ਸੰਸਾਰ ਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਹਾਂ, ਜਪਣਾ ਸ਼ੁਰੂ ਕਰ ਦਿੰਦੇ ਹਾਂ। ਗੁਰੂ ਸਾਹਿਬ ਕਹਿ ਰਹੇ ਨੇ ਬਿਨ ਹਰ ਨਾਵੇ ਕੋ ਬੇਲੀ ਨਾਹੀ, ਹਰ ਜਪੀਏ ਸਾਰੰਗ ਪਾਣੀ ਹੈ। ਉਹ ਹੱਥ ਦੇਖ ਕੇ ਜਿਸ ਤਰ੍ਹਾਂ ਉਹਨੇ ਧਰਤੀ ਨੂੰ ਰੱਖਿਆ ਹੈ, ਫੜਿਆ ਹੈ, ਉਹ ਤੇਰੀ ਵੀ ਮਦਦ ਕਰੇਗਾ। ਹੱਥ ਦੇਖ ਕੇ ਤੇਰੀ ਵੀ ਰਾਖੀ ਕਰੇਗਾ। ਉਸ ਤੇ ਭਰੋਸਾ ਕਰ, ਉਸ ਤੇ ਯਕੀਨ ਕਰ। ਜੀ ਬਾਲਵੀਰ ਜੀ। जी वाहिगुरू का खालसा वाहिगुरू जी की फतेह जी। फतेह जी। स्क्रीन पे शब्द नहीं आ रहे जी, आगे जी। ना कर आस मीत सुत भाई। ਹੁਣ ਪਿੱਛੇ ਆਪਾਂ ਅਸੀਂ ਪੜ੍ਹ ਕੇ ਆਏ ਹਾਂ ਜੀ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਹੁਣ ਚਿੰਤਾ ਤਾਂ ਮੁਕਤੀ ਦਵਾਈ ਹੈ ਸਤਿਗੁਰੂ ਜੀ ਨੇ। ਹੁਣ ਇੱਥੇ ਇਹ ਵੀ ਕਹਿ ਦਿੱਤਾ ਵੀ ਹੁਣ ਆਸ ਵੀ ਨਾ ਲਾ ਕੇ ਬੈਠ ਭਾਈ, ਕਿਉਂਕਿ ਸੰਸਾਰ ਜਿਹੜਾ ਹੈ ਆਸਾਂ ਲਾ ਕੇ ਬੈਠਦਾ। ਇਸ ਕਰਕੇ ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਣਾ ਕਰਦੇ ਹਨ, ਨਾ ਕਰ ਆਸ ਮੀਤ ਸੁਤ ਭਾਈ। ਇਹ ਸਾਡੇ ਸਰੀਰਕ ਸੰਬੰਧੀ ਹੈ। ਸਾਡੀ ਇਹ ਆਸ ਸਾਡੇ ਸਰੀਰ ਫਿਜ਼ੀਕਲੀ ਸਾਡੀ ਮਦਦ ਦੇ ਸਕਦੇ ਆ, ਸਾਡੇ ਮਨ ਤੱਕ ਦੀ ਇਹਨਾਂ ਦੀ ਕੋਈ ਵੀ ਚੀਜ਼ ਨਹੀਂ ਪਹੁੰਚ ਸਕਦੀ। ਮਨ ਨੂੰ ਜਿਹਦਾ ਭਰੋਸਾ ਆਸ ਹੈਗਾ, ਉਹ ਕਿਸ ਦੀ ਲਾਉਣੀ ਚਾਹੀਦੀ ਹੈ, ਇਸ ਪ੍ਰਥਾ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਹਨ ਭਾਈ।
इस संसार ते आस ना रख। ना कर आस मीत सुत पाई। ये रिश्तेदारां ते आस ना कर, क्योंकि साथ अंते को ना सहाई। ये कोई भी जीव साडे लई अंते भाव साडी जिन्नी आजू उम्र सतगुरु जी ने बख्शी है उस वेले तक ये सानू सहाय नहीं हो सकते, क्योंकि कोई पता नहीं किहड़े जीव ने कदों छड़ जाना। इस करके ये आस लानी मूर्खता वाली गल आ भी ਇਹ ਮੈਨੂੰ ਕੋਈ ਮੇਰਾ ਸੰਗੀ ਸਾਥੀ ਬਣਿਆ ਰਹੇਗਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇੱਥੇ ਸਮਝਾਉਣਾ ਕੀਤਾ ਵੀ ਨਾ ਕਰ ਆਸ ਮੀਤ ਸੁਤ ਭਾਈ, ਨਾ ਕਰ ਆਸ ਕਿਸੇ ਸ਼ਾਹ ਵਿਵਹਾਰ ਕੀ ਭਰਾਈ। ਹੁਣ ਇੱਥੇ ਸੰਸਾਰਕ ਰਿਸ਼ਤਿਆਂ ਦੀ ਗੱਲ ਕਰਦੇ ਪਏ ਹਨ। ਸਤਿਗੁਰੂ ਜੀ ਸਮਝਾਉਣਾ ਕਰਦੇ ਹਨ, ਭਾਈ ਕਿਸੇ ਸ਼ਾਹ ਜੇ ਤੋਂ ਪੈਸੇ ਲੈਣੇ ਹਨ ਦਿੰਦਾ ਹੈ ਉਹ ਸ਼ਾਹ ਹੁੰਦਾ, ਜਾਂ ਸਰਮਾਏਦਾਰ ਬੰਦਾ ਉਹ ਸ਼ਾਹ ਹੁੰਦਾ। ਵਿਵਹਾਰ ਕੀ ਭਰਾਈ, ਜਿਹੜਾ ਭਰਾ ਲੋਕ ਸਾਡੇ ਨਾਲ ਵਿਵਹਾਰ ਰੱਖਦਾ ਆਂਢੀ ਗਵੰਡੀ, ਉਹ ਕਿਸੇ ਦੇ ਨਾਲ ਵੀ ਭਾਈ ਇਸ ਤਰ੍ਹਾਂ ਦੀ ਆਸ ਨਾ ਬੰਨ ਕੇ ਰੱਖ, ਪੂਰਨ ਭਰੋਸਾ ਨਾ ਰੱਖ ਕਿ ਇਹ ਮੇਰਾ ਜਿਹੜਾ ਸੰਗੀ ਸਾਥੀ ਹੋਊਗਾ, ਕਿਉਂਕਿ ਸੰਗੀ ਸਾਥੀ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਹੈ। ਬਿਨ ਹਰ ਨਾਮੇ ਕੋ ਬੇਲੀ ਨਹੀਂ। ਹੁਣ ਇੱਥੇ ਕਲੀਅਰ ਗੱਲ ਕਰ ਦਿੱਤੀ ਹੈ, ਕਿਉਂਕਿ ਮਨ ਦੇ ਤਲ ਦੀ ਜਿਹੜੀ ਆਸ ਹੈ, ਮਨ ਦਾ ਸੰਗੀ, ਮਨ ਦਾ ਸਾਥੀ ਜਿਹੜਾ ਸਦਾ ਰਹਿਣ ਵਾਲਾ, ਉਹ ਕੇਵਲ ਨਾਮ ਹੈ। ਬਿਨ ਹਰ ਨਾਮੇ ਕੋ ਬੇਲੀ ਨਹੀਂ। ਜਿਹੜੇ ਮਨ ਦੀ ਮੁਰਾਦ ਪੂਰੀ ਹੋਣੀ ਆ ਜਾਂ ਮਨ ਦੀਆਂ ਸੰਤੁਸ਼ਟੀਆਂ ਹੋਣੀਆਂ, ਉਹ ਨਾਮ ਦੇ ਨਾਲ ਹੋਣੀਆਂ, ਕਿਸੇ ਸੰਸਾਰਕ ਪਦਾਰਥਾਂ ਦੇ ਨਾਲ ਨਹੀਂ ਹੋਣੀ। ਇਸ ਕਰਕੇ ਹੀ ਸਾਨੂੰ ਸਮਝਾਉਣਾ ਕੀਤਾ, ਭਾਈ ਇਸ ਸੰਸਾਰ ਦੇ ਰਸਾਂ ਕਸਾਂ ਦੇ ਨਾਲ ਜਾਂ ਰਿਸ਼ਤਿਆਂ ਦੇ ਨਾਲ ਸਾਕ ਨਾ ਜੋੜ, ਆਸ ਨਾ ਰੱਖ। ਸਦੀਵ ਕਾਲ ਆਸ ਤੇਰੀ ਜੋ ਨਿਧੁਰ ਤੱਕ ਨਿਭਣ ਵਾਲੀ, ਉਹ ਕੇਵਲ ਕੀ ਹੈ? ਬਿਨ ਹਰ ਨਾਮੇ ਕੋ ਬੇਲੀ ਨਾ। ਹਰੀ ਪਰਮਾਤਮਾ ਦਾ ਨਾਮ ਹੀ ਇੱਕ ਬੇਲੀ ਆ, ਜਿਹੜਾ ਧੁਰ ਦਰਗਾਹ ਤੱਕ, ਭਾਵ ਸੰਸਾਰ ਵਿੱਚ ਰਹਿੰਦਿਆਂ ਵੀ ਔਰ ਸੰਸਾਰ ਤੋਂ ਅਗਾਂਹ ਵੀ ਸਹਾਈ ਇਹੀ ਹੁੰਦਾ ਹੈ। ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਹੈ, ਉਹ ਫਿਰ ਨਾਮ ਦਾ ਜਿਹੜਾ ਫਲ ਹੈ, ਉਹਦੀ ਇਹ ਫਲ ਹੈ ਵੀ ਰਾਹ ਦੇ ਵਿੱਚ ਜਾਂ ਪੁੱਛਗਿੱਛ ਨਹੀਂ ਹੁੰਦੀ। ਜਿਵੇਂ ਕਿਸੇ ਨੂੰ ਕੋਈ ਸਟicker ਗੱਡੀ ਤੇ ਲੱਗ ਜਾਂਦਾ ਤਾਂ ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ VIP ਸਟicker ਦੇ ਵਿੱਚ, ਜਾਂ ਕੋਈ ਵੀ ਜਿਹੜੀ ਦੇਸ਼ ਦੇ ਵਿੱਚ ਜਿਹੜਾ ਸਟicker ਚੱਲਦਾ ਹੋਵੇ, ਜਿਹਦੀ ਕੁਛ ਨਿਸ਼ਾਨ ਹੋਵੇ, ਤੇ ਉਹ ਨਿਸ਼ਾਨੀ ਜੇ ਜੀਵ ਦੇ ਕੋਲ ਪ੍ਰਾਪਤ ਹੈ ਤਾਂ ਉਹਨੂੰ ਕੋਈ ਕੁਛ ਪ੍ਰਤੀਤ ਨਹੀਂ ਕਰਦਾ। ਅਫਸਰ ਦੀਆਂ ਗੱਡੀਆਂ ਉਹ ਆਪੇ ਹੀ ਨਿਸ਼ਾਨਦੇਹੀ ਹੁੰਦੀਆਂ ਹਨ ਤੇ ਬਾਹਰੋਂ ਸਲੂਟ ਵੱਜਦੇ ਆ। ਇਸ ਕਰਕੇ ਸੰਸਾਰ ਉਹਨਾਂ ਦੀ ਕੋਈ ਵੀ ਪੁੱਛ ਪ੍ਰਤੀਤ ਨਹੀਂ ਕਰਦਾ। ਇਸੇ ਤਰ੍ਹਾਂ ਹੀ ਇਹ ਹਰ ਨਾਮ ਦੀ ਨਿਸ਼ਾਨੀ ਜਿਸ ਜੀਵ ਦੇ ਕੋਲ ਹੈ, ਬਿਨ ਹਰ ਨਾਮ ਹੈ ਕੋ ਬੇਲੀ ਨਹੀਂ। ਇਸ ਨਿਸ਼ਾਨ ਤੋਂ, ਨਾਮ ਦੇ ਨਿਸ਼ਾਨ ਤੋਂ ਬਿਨਾਂ ਕੋਈ ਹੋਰ ਬੇਲੀ ਨਹੀਂ ਹੈ। ਭਾਈ ਸਤਿਗੁਰੂ ਜੀ ਇੱਥੇ ਸਾਨੂੰ ਦ੍ਰਿੜਤਾ ਕਰਾਉਣੀ ਚਾਹੁੰਦੇ ਹਨ, ਤਾਂ ਹੀ ਵਾਰ-ਵਾਰ ਕਹਿੰਦੇ ਹਨ, ਨਾ ਕਰ ਆਸ, ਨਾ ਕਰ ਆਸ। ਭਾਈ ਕਿ ਆਸ ਨਾ ਲਾ ਤੂੰ, ਕੇਵਲ ਨਾਮ ਨੂੰ ਜਪਣਾ ਕਰ। ਜਿਹੜੇ ਜੀਵ ਨਾਮ ਨੂੰ ਜਪ ਲੈਂਦੇ ਹਨ, ਉਹਨਾਂ ਦਾ ਫਿਰ ਪ੍ਰਮਾਤਮਾ ਸਹਾਇਕ ਬਣ ਜਾਂਦਾ ਹੈ। ਕੇਵਲ ਇੱਕ ਸਹਾਇਕ ਪ੍ਰਮਾਤਮਾ ਹੀ ਹੈ, ਜਿਹੜਾ ਸਦੀਵ ਕਾਲ ਸਾਡੀ ਮਦਦ ਕਰਦਾ ਹੈ। ਉਹ ਸਾਨੂੰ ਨਾਮ ਦੀ ਦਾਤ ਵੀ ਦੇ ਦਿੰਦਾ ਹੈ, ਸਾਨੂੰ ਧਨ ਪਦਾਰਥਾਂ ਦੀ ਦਾਤ ਦੀ ਵੀ ਦਾਤ ਜਿਹੜੀ ਹੈਗੀ ਆ, ਉਹ ਕਿਸੇ ਨਾ ਕਿਸੇ ਵਿਧ ਦੇ ਮੁਤਾਬਕ ਉਸ ਭਗਤ ਦੇ ਲਈ ਉਹਦੀ ਦਾਸੀਆਂ ਬਣ ਕੇ, ਜਿਹੜੀਆਂ ਸੰਸਾਰਕ ਦਾਤਾਂ ਦਾਸੀਆਂ ਬਣ ਕੇ, ਚਰਨਾਂ ਦੀਆਂ ਦਾਸੀਆਂ ਬਣ ਕੇ ਦਾਤਾਂ ਆਉਂਦੀਆਂ ਰਹਿੰਦੀਆਂ, ਜਿਹੜਾ ਨਾਮ ਦੇ ਵਿੱਚ ਜੁੜ ਜਾਂਦਾ ਹੈ। ਹਰ ਨਾਮੇ ਕੋ ਬੇਲੀ ਨਾਹੀਂ, ਹਰ ਜਪੀਐ ਸਾਰੰਗ ਪਾਣੀ ਹੈ। ਹਰੀ ਪ੍ਰਮਾਤਮਾ ਦਾ ਜਦੋਂ ਨਾਮ ਜਪੀਏ, ਜਪਣਾ ਕਰੀਏ, ਇਹ ਸਾਰੰਗ ਪਾਣ ਬਣ ਜਾਈਦਾ ਹੈ। ਭਾਵ ਉਹ ਸਾਰੰਗ ਪਾਣ ਦਾ ਭਾਵ ਅਰਥ ਇਹ ਹੈਗਾ ਵੀ ਜਿਹੜਾ ਕਿਸੇ ਨੂੰ ਕੱਟਦਾ ਹੋਵੇ। ਤੇ ਇਹ ਜਿਹੜਾ ਸਾਰੰਗ ਪਾਣੀ ਕਿਵੇਂ ਬਣਦਾ ਹੈਗਾ? ਜਿਹੜਾ ਸਾਰੰਗ ਪਾਣ ਆਪਣੇ ਕੋਲ ਰੱਖਦਾ ਹੋਵੇ, ਉਹ ਸਾਰੰਗ ਪਾਣੀ ਆ। ਸਾਰੰਗ ਪਾਣੀ ਕੀ ਹੈ? ਵਿਕਾਰਾਂ ਨੂੰ ਕੱਟਣ ਵਾਲਾ ਹਥਿਆਰ। ਹਰ ਜਪੀਏ, ਜਿਹੜਾ ਫਿਰ ਹਰੀ ਪ੍ਰਮਾਤਮਾ ਦਾ ਨਾਮ ਜਪਦਾ ਹੈ, ਉਹ ਸਾਰੰਗ ਪਾਣੀ ਬਣ ਜਾਂਦਾ। ਭਾਵ ਉਹਦੇ ਕੋਲ ਗਿਆਨ ਦੀ ਖੜਗ ਹੁੰਦੀ ਹੈ, ਵਿਵੇਕ ਦੀ ਖੜਗ ਹੁੰਦੀ ਹੈ। ਉਹ ਆਪਣੀ ਵਿਵੇਕ ਦੇ ਨਾਲ ਇਹਨਾਂ ਵਿਕਾਰਾਂ ਨੂੰ ਕੱਟਣ ਦੀ ਸਮਰੱਥਾ ਵਾਲਾ ਪਾਤਰ ਬਣ ਜਾਂਦਾ, ਕੱਟਣ ਦੀ ਸਮਰੱਥਾ ਵਾਲਾ ਹੋ ਜਾਂਦਾ ਹੈ। ਇਸ ਕਰਕੇ ਉਹ ਸਾਰੰਗ ਪਾਣੀ ਬਣ ਜਾਂਦਾ ਹੈ।
ਸੋ ਨਾਮ ਦੇ ਨਾਲ ਹਰ ਜਪੀਏ। ਜਿਹੜਾ ਜੀਵ ਹਰੀ ਪ੍ਰਮਾਤਮਾ ਨੂੰ ਜਪਦਾ ਹੈ, ਜਪਨ ਕਰਦਾ ਹੈ, ਉਹ ਫੇਰ ਸਾਰੰਗ ਪਾਣੀ ਬਣ ਜਾਂਦਾ ਹੈ ਜੀ। ਧੰਨਵਾਦ ਵੀਰ ਜੀ। ਸਾਰੰਗ ਪਾਣੀ ਤੋਂ ਪਾਵੇ ਕੱਟਣ ਵਾਲਾ, ਹਰੀ ਦੇ ਨਾਮ ਦੇ ਰਾਹੀਂ ਉਹ ਵਿਕਾਰਾਂ ਨੂੰ ਕੱਟ ਦਿੰਦਾ। ਧੰਨਵਾਦ ਆਪ ਜੀ ਦਾ। ਜੀ ਹਰਵਿੰਦਰ ਵੀਰ ਜੀ। ਅਸੀਂ ਜਿਹੜਾ ਇਹ 16 ਅਗਸਤ ਤੋਂ ਸਟਾਰਟ ਹੋਇਆ ਸੀ, ਤਾਂ ਸਾਰੇ ਇਹਨਾਂ ਨਾਲ ਅਸੀਂ ਦੇਖੀ ਜਾਂਦੇ ਪਏ ਵੀ ਗੁਰੂ ਸਾਨੂੰ ਪਰਮਾਤਮਾ ਦੀ ਹੋਂਦ, ਪਰਮਾਤਮਾ ਦੀ ਸ਼ਖਸੀਅਤ, ਪਰਮਾਤਮਾ ਦੀ ਸਮਰੱਥਾ, ਇਹ ਸਾਰੇ ਉਹਦੇ ਪਾਸੇ ਨਾ ਸਾਨੂੰ ਪੂਰਾ ਡਰਾਈਵ ਕਰਕੇ ਲੈ ਕੇ ਜਾਂਦੇ ਪਏ। ਤੂੰ ਮਤਾ ਕਿਉਂਕਿ ਦੁਨੀਆ ਜਿਹੜੀ ਵਾਧੂ ਦੁਨੀਆ ਜਿਹੜੀ ਹੈ ਨਾ, ਉਹ ਭਾਵੇਂ ਰੱਬ ਪੱਖੀ ਹੈ ਲੇਕਿਨ ਰੱਬ ਦੀ ਸੋਝੀ ਨਹੀਂ। ਉਹ ਹੈ ਆਸਤਿਕ, ਲੇਕਿਨ ਉਹ ਸਤਿਗੁਰੂ ਪੂਛਣਾ ਮਾਰਗ ਚਾਲੀ ਹੈ। ਤੇ ਗੁਰੂ ਸਾਨੂੰ ਸਾਂਝ ਦਿੰਦੇ ਪਏ ਨੇ ਕਿ ਤੂੰ ਰੱਬ, ਜੇ ਰੱਬ ਪੱਖੀ ਬਣਨਾ ਚਾਹੁੰਦਾ ਤੇ ਉਦੋਂ ਜਿਹੜਾ ਸਾਰਾ ਸਟਾਰਟ ਕੀਤਾ ਹੋਇਆ ਸੀ ਵੀ ਹਰ ਅਗਮ ਅਗੋਚਰ ਸਦਾ ਅਬਨਾਸ਼ੀ, ਸਰਬੇ ਰਵ ਰਿਹਾ ਘਟ ਵਾਸੀ, ਤਿਸ ਬਿਨ ਅਵਰ ਨਾ ਕੋਈ ਦਾਤਾ, ਵੀ ਜਾਂ ਕੋ ਰਾਖੇ ਰਾਖਣ ਹਾਰਾ, ਤਾਂ ਕੋ ਕੋਈ ਨਾ ਸਾਕਸ ਮਾਰ, ਸੋ ਐਸਾ ਹਰ ਸਿਮਰੋ ਪ੍ਰਾਣੀ। ਉਸ ਤੋਂ ਬਾਅਦ ਜਿਹੜਾ ਸੀ ਪਰਸੋਂ ਵੀ ਕੀਤਾ ਸੀ ਵੀ ਜੋ ਜੀਆਂ ਕੀ ਵੇਦਨ ਜਾਣੇ ਤਿਸ ਸਾਹਿਬ ਕੇ ਹੋਂ ਕੁਰਬਾਨ, ਜੋ ਜੀਆਂ ਕੀ ਸਾਰ ਨਾ ਜਾਣੇ ਤਿਸ ਸਿਓ ਕਿਛ ਨਾ ਕਹੀਏ ਅਜਾਣੇ। ਉਸ ਤੋਂ ਬਾਅਦ ਸੀ ਵੀ ਉਹ ਨਾ ਕਰ ਚਿੰਤਾ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਤੂੰ ਵਿਅਰਥ ਚਿੰਤਾ ਕਰੀ ਜਾਣਾ ਵੀ ਉਹ ਮਾਲਕ ਦੇ ਹੱਥ ਵਿੱਚ। ਕਹਿੰਦੇ ਸਭ ਦੇਵੇ ਜਲ ਹਰ ਦੇਵੇ ਜਲ ਥਲ ਜਨਤਾ ਸਭ ਹੈ। ਹੁਣ ਫਿਰ ਇੱਥੇ ਇੱਕ ਹੋਰ ਆਸਪੈਕਟ ਨੂੰ ਜਿਹੜਾ ਗੁਰੂ ਸਾਹਿਬ ਸਾਨੂੰ ਨਾਲ ਲੈ ਕੇ ਚਲੇ ਜਾਂਦੇ ਵੀ ਤੂੰ ਜੇ ਕਿਸੇ ਦੀ ਆਸ ਬਣ ਕੇ ਬੈਠਿਆ ਹੈ ਨਾ, ਇੱਕ ਰੱਬ ਨੂੰ ਛੁੱਟ, ਰੱਬ ਦੇ ਉੱਤੇ ਤੇਰੀ ਆਸ ਜ਼ਰੂਰ ਹੋਵੇ। ਰੱਬ ਵਿੱਚ ਉਹ ਸਮਰੱਥਾ ਵੀ ਹੈ, ਰੱਬ ਵਿੱਚ ਉਹ ਤਾਕਤ ਵੀ ਹੈ, ਉਹ ਕਲਾ ਵੀ ਹੈ ਕਿ ਉਹ ਤੇਰੀ ਹਰ ਲੋੜ ਪੂਰੀ ਕਰ ਸਕਦਾ। ਲੇਕਿਨ ਜੇ ਤੂੰ ਰੱਬ ਨੂੰ ਛੋੜ ਨਾ, ਜੇ ਕਿਸੇ ਹੋਰ ਦੇ ਉੱਤੇ ਆਸਾ ਲਾ ਕੇ ਬੈਠੇ, ਕਹਿੰਦੇ ਆਸਾ ਵਿੱਚ ਅਤ ਦੁੱਖ ਕਣਾ। ਪਰਾਈ ਆਸ ਜਿਹੜਾ ਹੈ ਨਾ, ਉਹ ਕਹਿੰਦਾ ਵੀ ਮਾਨੁਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਉਸ ਪਰਮਾਤਮਾ ਤੋਂ ਛੁੱਟ ਜੇ ਹੋਰ ਕਿਸੇ ਦੀ ਆਸ ਤੇ ਤੂੰ ਲਗਾ ਕੇ ਬੈਠਾ ਹੈ ਨਾ, ਕਹਿੰਦੇ ਆਸਾ ਵਿੱਚ ਅਤ ਦੁੱਖ ਕਣਾ, ਤੇਰੇ ਪੱਲੇ ਦੁੱਖ ਹੀ ਪਏਗਾ। ਹੋਰ ਜਿਹੜਾ ਨਾ ਉਹ ਤੂੰ ਸੁਖੀ ਨਹੀਂ ਰਹਿ ਸਕਦਾ ਵੀ ਉਹ। ਅੱਛਾ, ਗੁਰੂ ਕਹਿੰਦੇ ਨੇ ਇਹਦਾ ਇੱਕ ਹੋਰ ਪੰਕਤੀ ਕਹਿੰਦੇ ਆਸਾ ਭੀਤਰ ਰਹੇ ਨਿਰਾਸਾ। ਉਹ ਤੂੰ ਇਹ ਨਹੀਂ ਕਿ ਤੂੰ ਉਦਮ ਕਰਨਾ ਵੀ ਛੱਡ ਦੇਵੇਂ। ਗੁਰੂ ਨੇ ਸਾਨੂੰ ਇੱਕ ਬਹੁਤ ਬੈਲੈਂਸਡ ਲਾਈਫ ਜਿਹੜੀ ਨਾ ਗੁਰੂ ਸਾਨੂੰ ਦੇ ਕੇ ਚੱਲਦੇ ਪਏ। ਇਹਦਾ ਮਤਲਬ ਇਹ ਵੀ ਨਹੀਂ ਕਿ ਜੇ ਆਸ ਨਹੀਂ ਕਰਨੀ ਤੇ ਫਿਰ ਬੰਦਾ ਕਹੇ ਕਾਰੋਬਾਰੀ ਕੀ ਕਰਨਾ ਹੈ, ਕੰਮ ਹੀ ਕਰਨਾ ਹੈ, ਸਕੂਲ ਕੀ ਜਾਵਾਂ ਮੈਂ, ਪੜ੍ਹਾਈ ਕੀ ਕਰਾਂ ਮੈਂ ਕੁਝ ਸਭ ਕੁਝ ਛੱਡ ਕੇ ਬਹਿ ਜਾਵਾਂ ਮੈਂ। ਨਹੀਂ, ਗੁਰੂ ਕਹਿੰਦੇ ਆਸਾ ਭੀਤਰ ਰਹੇ ਨਿਰਾਸਾ, ਤੋ ਨਾਨਕ ਏਕ ਮਿਲੈ। ਉਹ ਸਾਰੇ ਉਦਮ ਜ਼ਰੂਰ ਕਰਨੇ ਨੇ। ਅਸੀਂ ਕਈ ਵਾਰ ਕਹਿੰਦੇ ਨੇ ਕਿ ਵੀ ਰੱਬ ਕਿੱਥੇ ਵੇ, ਰੱਬ ਸਾਡੇ ਅੰਦਰ ਹੈ। ਫਿਰ ਕੰਮ ਕੌਣ ਕਰੇਗਾ? ਅਸੀਂ ਇੱਕ ਜਿਹੜੀ ਅੱਜ ਸ਼੍ਰੇਣੀ ਜਿਹੜੀ ਬਹੁਤ ਸਟਰੋਂਗ ਜਿਹੜੀ ਉਹ ਹੁੰਦੀ ਜਾਂਦੀ ਪਈ ਕਿ ਫਿਰ ਕੰਮ ਮੈਨੂੰ ਕਰਨਾ ਪਏਗਾ। ਉਹ ਕਿੱਥੇ ਮਨ ਵਿੱਚ ਨਾ ਇੱਕ ਉਹ ਜਿਹੜਾ ਰੱਬੀ ਹੋਂਦ ਜਾਂ ਰੱਬੀ ਸ਼ਖਸੀਅਤ ਨਾ, ਰੱਬ ਸਾਡੇ ਵਿੱਚ ਹੈ, ਕੋਈ ਸ਼ੱਕ ਨਹੀਂ। ਲੇਕਿਨ ਉਹ ਹਮ ਤੇ ਕਛੂ ਨਾ ਹੋਵੇ ਮੇਰੇ ਸਵਾਮੀ। ਉਹ ਉਦਮ ਜ਼ਰੂਰ ਅਸੀਂ ਕਰਨਾ ਹੈ, ਉਦਮ ਅਸੀਂ ਜ਼ਰੂਰ ਕਰਨਾ ਹੈ, ਲੇਕਿਨ ਆਸ ਆਪਣੇ ਉਦਮ ਦੇ ਉੱਤੇ ਨਹੀਂ ਲੈ ਕੇ ਆਣਾ। ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ, ਆਪਣਾ ਕੀਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਰੱਬ ਸਾਡੇ ਵਿੱਚ ਹੈ, ਇਸ ਗੱਲ ਵਿੱਚ ਕੋਈ ਦੋਏ ਰਾਏ ਨਹੀਂ। ਅਸੀਂ ਬਿਲਕੁਲ ਪੈਰਲਲ ਹਾਂ ਉਸ ਥਾਟ ਪ੍ਰੋਸੈਸ ਦੇ। ਲੇਕਿਨ ਅੱਛਾ, ਫਿਰ ਕੰਮ ਕੌਣ ਕਰੇਗਾ? ਅਸੀਂ ਜਦੋਂ ਕਹਿੰਦੇ ਕਿ ਜੇ ਰੱਬ ਮੇਰੇ ਵਿੱਚ ਕੰਮ ਮੈਂ ਕਰਾਂਗਾ, ਨਹੀਂ, ਰੱਬ ਮੇਰੇ ਵਿੱਚ ਉਦਮ ਮੈਂ ਕਰਾਂਗਾ, ਕੰਮ ਸਵਾਰੇਗਾ ਰੱਬ। ਜਦੋਂ ਅਸੀਂ ਕਹਿੰਦੇ ਕਿ ਕੰਮ ਉਹ ਜਿਹੜਾ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਅਪ ਟੂ ਦ ਐਕਸਟੈਂਟ ਕਿ ਭਈ ਉਦਮ ਤੂੰ ਜ਼ਰੂਰ ਕਰਨਾ ਹੈ। ਲੇਕਿਨ ਫਿਰ ਜਿਹੜਾ ਨਾ ਉਹ ਮਾਲਕ ਦੇ ਹੱਥ ਹੈ ਨਾ ਵੀ ਉਹ ਦੁਨਿਆਵੀ ਆਸ ਜਾਂ ਆਪਣੀ ਕਿਸੇ ਮਿਹਨਤ, ਕੇਵਲ ਤੇ ਕੇਵਲ ਰੱਬ ਦੇ ਉੱਤੇ ਤੇਰਾ ਆਸ ਭਰੋਸਾ ਹੋਵੇ ਵੀ ਉਹ ਆਸਾ ਸਭੇ ਲਾਏ ਕੇ ਏਕਾ ਆਸ ਕਮਾਓ। ਬਾਕੀ ਸਾਰੀਆਂ ਆਸਾਵਾਂ ਛੱਡ ਕੇ ਨਾ ਵੀ ਉਹ ਕਹਿੰਦਾ ਕਿਸੇ ਧੜਾ ਕੀ ਹੈ, ਜਿਹੜਾ ਸਾਰਾ ਸ਼ਬਦ ਆਉਂਦਾ ਵੀ ਉਹ ਮਿੱਤਰ ਸੱਕੇ ਨਾਲ ਜਵਾਈ ਕਿਸੇ ਧੜਾ ਕੀ, ਕਹਿੰਦਾ ਹਮਰਾ ਧੜਾ ਹਰ ਰਿਹਾ ਸਮਾਂ। ਮੈਨੂੰ ਜੇ ਆਸ ਹੈ ਨਾ ਤੇ ਕੇਵਲ ਉਸ ਰੱਬ ਦੀ ਆਸ ਰਵੇ। ਕਹਿੰਦਾ ਨਾ ਕਰ ਆਸ ਮੀਤ ਸੁਤ ਭਾਈ। ਉਹਨੇ ਵੱਖ ਕਹਿ ਲੋ ਵੀ ਨਾ ਉਹ ਇਹ ਗਿਣਤੀ ਹੈ ਵੀ ਕਿਸੇ ਦੀ ਵੀ ਬੇਸਿਕਲੀ ਕਹਿੰਦਾ ਮਤਲਬ ਹੈ ਕਿ ਇੱਕ ਰੱਬ ਤੋਂ ਛੁੱਟ ਤੈਨੂੰ ਹੋਰ ਕਿਸੇ ਦੀ ਵੀ ਆਸ ਨਾ ਹੋਵੇ। ਮਿੱਤਰ ਪੁੱਤਰ ਭਰਾ ਨਾ ਕਰ ਆਸ ਕਿਸੇ ਸ਼ਾਹ, ਕੋਈ ਮੇਰਾ ਅੱਛਾ ਉਹ ਤੋਂ ਅੱਛਾ ਮੇਰਾ ਇਸ ਬੈਂਕ ਵਿੱਚ ਅੱਛਾ ਮੇਰਾ ਹੈ, ਉਹ ਮੈਨੂੰ ਲੋਨ ਦੇ ਦਿੰਦੇ ਨੇ, ਉਹ ਕਿਸੇ ਵਿਵਹਾਰ ਦੇ ਰਾਹੀਂ, ਜਦੋਂ ਕਿਸੇ ਹੋਰ ਦੇ ਉੱਤੇ ਤੈਨੂੰ ਆਸ ਨਾ ਹੋਵੇ।
ना कर आस मीत सुध भाई, ना कर आस किसे शाह व्यवहार की पराई। कहते ने बिन हर नावे को बेली नहीं। परमात्मा दे नाम तो बिना, कहते हर नाम हमारा प्रभ, परमात्मा का नाम ही परमात्मा का स्वरूप है। हर नाम हमारा प्रभ, अवगत अगोचर अविनाशी पुरख विधाता। उस रब की आस कर, उस नाम की आस कर। नाम की निदर रब्बी हुक्म ने, ए तेरे हर थां दे उत्ते सहायक होंगे। ए रब्बी हुक्म कहते जिथे औकट औकट कलियां गलियां भीड़ियां, तिथे हर हर मुक्त करावे। तेरे जिंदगी दे ओ राह जिन्हां चों अदरवाइज बहुत मुसीबतां आ गईयां, ओ तेरे तेरा अच्छा सुभाव, तेरे विच पए होए गुण, तेरे विच हलेमी, तेरे विच शांति, तेरे विच मिठा बोलना, जो रब्बी गुण ने ना, ਉਹ ਜਿਹੜਾ ਸੁਖਮਨੀ ਸਾਹਿਬ ਵਿੱਚ ਪੜ੍ਹਨੇ ਵੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਧ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚਲੇ। ਵੀ ਜਿੱਥੇ ਤੇਰੇ ਐਸੇ ਹਾਲਾਤ, ਤੂੰ ਕਿਸੇ ਦਾ ਖੂਨ ਕਰ ਦਿੱਤਾ, ਹੁਣ ਉਹ ਜਿਹੜਾ ਜੇ ਤੇਰੇ ਵਿੱਚ ਇਹ ਸਾਰੇ ਇਹ ਹੁੰਦੇ ਨਾ, ਵੀ ਜੇ ਤੇਰੇ ਵਿੱਚ ਸ਼ਾਂਤੀ ਹੁੰਦੀ, ਸ਼ੀਲਤਾ ਹੁੰਦੀ ਤੇਰੇ ਵਿੱਚ, ਉਹ ਤੂੰ ਕਿਉਂਕਿ ਇਹਨਾਂ ਨੇ ਦੁਨਿਆਵੀ ਮਾਂ ਪਿਓ ਨੇ ਨਾ ਉਸ ਪਾਸੇ ਤੇਰੇ ਸਹਾਇਕ ਨਹੀਂ ਹੋ ਸਕਦੇ। ਇਹ ਤੇਰੇ ਵਿੱਚ ਪਏ ਹੋਏ ਰੱਬੀ ਗੁਣ, ਤੇਰੇ ਵਿੱਚ ਪਿਆ ਹੋਇਆ ਪਰਮਾਤਮਾ ਦਾ ਨਾਮ ਤੇਰਾ ਸਹਾਇਕ ਹੋ ਸਕਦਾ। ਉਹ ਤੇਰੇ ਕੋਲ ਐਸੇ ਕੰਮ ਨਹੀਂ ਕਰਨ ਦੇਗਾ ਜਿਹਦਾ ਉਹ ਜਿਹੜਾ ਸੀ ਸ਼ਲੋਕ ਪੜ੍ਹਨਿਆ ਬੜਾ ਵੀ ਉਹ ਕਹਿੰਦੇ ਜਿਨ ਕੋ ਨਦਰ ਕਰਮ ਤਿਨਕਾਰ, ਜਿਨ੍ਹਾਂ ਉੱਤੇ ਉਸ ਰੱਬ ਦੀ ਬਖਸ਼ਿਸ਼ ਹੋ ਜਾਵੇ ਨਾ, ਜਿਨ ਕੋ ਨਦਰ, ਔਰ ਰੱਬ ਦੀ ਬਖਸ਼ਿਸ਼ ਹੈ ਕੀ, ਕਹਿੰਦਾ ਕਰਮ ਤਿਨਕਾਰ, ਉਹ ਉਹਨਾਂ ਕੋਲੋਂ ਮਾੜੇ ਕਰਮ ਨਹੀਂ ਹੁੰਦੇ। ਉਹ ਉਹਨਾਂ ਦੇ ਕਰਮਾਂ ਨੂੰ ਆਪਣੀ ਕਾਰ ਵਿੱਚ ਇੱਕ ਪ੍ਰੋਟੈਕਸ਼ਨ ਜਿਹਨੂੰ ਕਹਿ ਲਓ ਨਾ, ਉਹਨੂੰ ਚੌਗਿਰਦ ਹਮਾਰੇ ਰਾਮ ਕਾਰ, ਕਹਿੰਦੇ ਜਿਨ ਕੋ ਨਦਰ, ਜਿਹਨਾਂ ਉੱਤੇ ਮਾਲਕ ਦੀ ਬਖਸ਼ਿਸ਼ ਹੁੰਦੀ ਨਾ, ਉਹ ਉਹਨਾਂ ਨੂੰ ਗੁਰਮਤਿ ਦਾ ਗਿਆਨ, ਰੱਬੀ ਹੁਕਮਾਂ ਦੀ ਸੋਝੀ ਦੇ ਕੇ, ਕਿਉਂਕਿ ਜੇ ਮਾੜੇ ਕਰਮ ਕੀਤੇ ਤੇ ਫਿਰ ਉਹਦਾ ਲੇਖਾ ਜਿਹੜਾ ਹੈ ਨਾ ਵੀ ਉਹ ਦੇਣਾ ਪਏਗਾ, ਵੀ ਉਹ ਸਭ ਕੁਝ ਲੇਖੇ ਵਿੱਚ ਹੈ ਤੇ ਤੈਨੂੰ ਲੇਖਾ ਦੇਣਾ ਹੀ ਪਏਗਾ। ਲੇਕਿਨ ਜਿਸ ਤੇ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਨਾ, ਉਹ ਇਹ ਤਾਂ ਹੀ ਕਰਨੇ ਵੀ परमात्मा के नाम तो बिना, परमात्मा तो बिना, कोई दोनों स्वरूप इको है, पर हुक्मे रहा समाई है, ते ओ नाम ही तेरा सहायक होंदा है। कहंदा इस वजह कीता की कर, वे हर जपीए सारंग पानी है। उस रब नूं ओदा चिंतन, इत्थे जेहड़ा दर्पण भी अर्थ करदे पए ने, सारंग दा अर्थ करदे पए ने धनुख। पान किसी चीज असं कहने अमृत पान कर लो, पाओ अमृत नूं धारण कर लो, किसी चीज का पान कर लेना, पाओ उहनूं धारण कर लेना। ਤੇ ਜਿਸਨੇ ਧਨੁਕ ਧਾਰਨ ਕੀਤਾ ਹੋਇਆ ਹੈ, ਉਹ ਕੋ ਸ਼ਸਤਰ ਕਹਿ ਲੋ, ਵੀ ਉਹਦੇ ਵਿੱਚ ਸਾਰੀਆਂ ਸਮਰੱਥਾਵਾਂ ਨੇ। ਤੇ ਇੱਕ ਨਾਮ, ਇੱਕ ਵੈਸੇ ਬਹੁਤ ਸਾਰੇ ਨਾਮ ਜਿਹੜੇ ਨੇ ਨਾ ਵੀ ਉਹ ਜਿਹਨਾਂ ਨੂੰ ਅਸੀਂ ਕਹਿੰਦੇ ਆ ਵੀ ਉਹ ਸਤ ਨਾਮ, ਕੀਰਤਨ ਨਾਮ, ਵੀ ਉਧਰ ਇਹ ਬੀਠਲ, ਸਾਰੰਗਪਾਨ, ਐਸੇ ਬਹੁਤ ਜਿਹੜੇ ਨੇ ਨਾ ਵੀ ਉਹ ਰੱਬ ਦੇ ਜਿਹੜੇ ਗੁਣਾਂ ਦੇ ਸਰੂਪ ਦੇ ਉੱਤੇ ਨਾਮ ਰੱਖੇ ਗਏ। ਉਹਨਾਂ ਵਿੱਚੋਂ ਵੀ ਉਸ ਰੱਬ ਨੂੰ ਜਿਹੜਾ ਹੈ ਨਾ, ਤੁਸੀਂ ਉਹਨੂੰ ਜਪਿਆ ਕਰੋ। ਹਾਂਜੀ ਵੀਰ ਜੀ। ਧੰਨਵਾਦ ਵੀਰ ਜੀ। ਆਪ ਜੀ ਨੇ ਵੀਰ ਜੀ ਸ਼ਬਦ ਦੇ ਆਧਾਰ ਤੇ ਬੜੇ ਅੱਛੇ ਤਰੀਕੇ ਨਾਲ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਸਾਰੰਗ ਪਾਣ ਦਾ ਵੀ ਆਪ ਜੀ ਨੇ ਜ਼ਿਕਰ ਕੀਤਾ। ਅਸੀਂ ਧਿਆਨ ਦਈਏ ਨਾ ਤੇ ਕਈ ਵਾਰੀ ਭੁਲੇਖੇ ਪੈ ਜਾਂਦੇ ਨੇ ਮਨ ਵਿੱਚ। ਇਸ ਤਰ੍ਹਾਂ ਦੇ ਕਈ ਨਾਮ ਗੁਰਬਾਣੀ ਵਿੱਚ ਇਸਤੇਮਾਲ ਕੀਤੇ ਗਏ ਹਨ, ਭਾਵੇਂ ਅਸੀਂ ਬੀਠਲ ਕਹਿ ਲਈਏ, ਭਾਵੇਂ ਰਾਮ ਕਹਿ ਲਈਏ, ਭਾਵੇਂ ਕ੍ਰਿਸ਼ਨ ਕਹਿ ਲਈਏ। ਇਸ ਤਰ੍ਹਾਂ ਦੇ ਕਈ ਨਾਮ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਜਾਂ ਭਗਤਾਂ ਨੇ ਇਸਤੇਮਾਲ ਕੀਤੇ ਹਨ, ਜਿਸ ਬਾਬਤ ਅਕਸਰ ਭੁਲੇਖਾ ਪੈ ਜਾਂਦਾ ਹੈ ਕਿ ਇਹ ਕਿਹੜੇ ਕ੍ਰਿਸ਼ਨ ਦੀ ਗੱਲ ਹੋ ਰਹੀ ਹੈ, ਉਹ ਕ੍ਰਿਸ਼ਨ ਦੀ ਗੱਲ ਹੋ ਰਹੀ ਹੈ ਜਿਹੜੇ ਜਿਨ੍ਹਾਂ ਜੋ ਸੰਸਾਰ ਵਿੱਚ ਆਏ, ਜਾਂ ਉਸ ਵਾਹਿਗੁਰੂ ਜੀ ਨੂੰ ਕ੍ਰਿਸ਼ਨ ਕਿਹਾ ਜਾ ਰਿਹਾ ਹੈ। ਤੇ ਧਿਆਨ ਕੇਵਲ ਤੇ ਕੇਵਲ ਇੱਕ ਪਾਸੇ ਦੇਣ ਦੀ ਜ਼ਰੂਰਤ ਹੈ ਕਿ ਗੁਰਬਾਣੀ ਦੇ ਅਰਥ ਅਸੀਂ ਆਪਣੇ ਮੁਤਾਬਕ ਨਹੀਂ ਕਰ ਸਕਦੇ, ਆਪਣੇ ਮਨ ਦੇ ਮੁਤਾਬਕ ਨਹੀਂ ਕਰ ਸਕਦੇ। ਤੇ ਗੁਰੂ ਸਾਹਿਬ ਨੇ ਸਿਧਾਂਤ ਹਰ ਵਿਸ਼ੇ ਤੋਂ ਪਹਿਲੇ ਆਰੰਭ ਵਿੱਚ ਹੀ ਮੂਲ ਮੰਤਰ ਦੇ ਰੂਪ ਵਿੱਚ ਸਾਨੂੰ ਦ੍ਰਿੜ ਕਰਾ ਦਿੱਤਾ ਹੈ। ਮੂਲ ਮੰਤਰ ਵਿੱਚ ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਬੰਗ, ਗੁਰ ਪ੍ਰਸਾਦ। ਅਜੂਨੀ ਤੇ ਮੈਂ ਰੁਕਣਾ ਚਾਹ ਰਿਹਾ, ਜਿਹੜਾ ਜੂਨਾ ਵਿੱਚ ਨਹੀਂ ਆਉਂਦਾ। ਤੇ ਜਿੰਨੇ ਵੀ ਅਵਤਾਰਵਾਦ ਅਸੀਂ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਪ੍ਰਮਾਤਮਾ ਸਮਝਣ ਦਾ ਭੁਲੇਖਾ ਕਰ ਲੈਂਦੇ ਹਾਂ,
ਉਹ ਤੇ ਜੂਨਾ ਵਿੱਚ ਆਏ ਵੀ ਸਨ, ਵਕਤ ਸਰ ਆਪਣਾ ਸਮਾਂ ਬਤੀਤ ਕੀਤਾ, ਚੰਗੇ ਜਾਂ ਜੋ ਵੀ ਕਰਮ ਕੀਤੇ ਉਹਨਾਂ ਨੇ, ਉਹਦੇ ਬਾਅਦ ਉਹ ਚਲੇ ਗਏ। ਤੇ ਪਰਮਾਤਮਾ ਤੇ ਅਜੂਨੀ ਹੈ, ਜੂਨਾ ਵਿੱਚ ਕਦੀ ਨਹੀਂ ਆਉਂਦਾ। ਤੇ ਉਸ ਮੁਤਾਬਕ, ਸਿਧਾਂਤ ਦੇ ਮੁਤਾਬਕ, ਸੱਚ ਦੇ ਸਿਧਾਂਤ ਦੇ ਮੁਤਾਬਕ, ਜਿਹੜਾ ਸਾਰੰਗ ਪਾਣੀ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਨਾਮ ਆਉਂਦੇ ਹਨ, ਉਸ ਅਕਾਲ ਪੁਰਖ ਲਈ ਆਉਂਦੇ ਹਨ। ਗੁਰੂ ਸਾਹਿਬ ਬਾਰ-ਬਾਰ ਸਾਨੂੰ ਸਮਝਾਣਾ ਕਰਦੇ ਹਨ। ਇੱਥੇ ਇੱਕ ਅੱਖਰ ਹੋਰ ਵੀ ਆਇਆ, ਜਿਸ ਤਰ੍ਹਾਂ ਸ਼ਾਹ ਅਸੀਂ ਸਾਰੇ ਉਚਾਰਨ ਕਰ ਰਹੇ ਹਾਂ, ਸ਼ਾਹ ਕਰਕੇ ਅੱਖਰ ਆਇਆ, ਨਾ ਕਰ ਆਸ ਕਿਸੇ ਸ਼ਾਹ। ਹੁਣ ਉਚਾਰਨ ਸ਼ਾਹ ਕਿਉਂ ਕੀਤਾ ਜਾ ਰਿਹਾ, ਜਦ ਕਿ ਸੱਸੇ ਨੂੰ ਬਿੰਦੀ ਨਹੀਂ ਲੱਗੀ ਹੋਈ? ਤੇ ਸ਼ਾਹ ਤੋਂ ਭਾਵ ਉਹ ਰਾਜਾ ਕਹਿ ਲਈਏ, ਸ਼ਾਹੂਕਾਰ ਕਹਿ ਲਈਏ। ਜਦੋਂ ਅਸੀਂ ਗੁਰਬਾਣੀ ਦੀ ਚਾਲ ਨੂੰ ਤੱਕਦੇ ਹਾਂ, ਗੁਰਬਾਣੀ ਦੇ ਵਿਦਵਾਨਾਂ ਨੇ ਬੜੇ ਸੌਖੇ ਕਰਕੇ ਸਾਨੂੰ ਅਰਥ ਵੀ ਸਮਝਾ ਦਿੱਤੇ ਹਨ। ਤੇ ਸ਼ਾਹੂਕਾਰ ਦਾ ਜ਼ਿਕਰ ਆ ਰਿਹਾ ਹੈ, ਜਦੋਂ ਸਾਹ ਸਵਾਸਾਂ ਦਾ ਜ਼ਿਕਰ ਆਏਗਾ ਤੇ ਉੱਤੇ ਸਾਹ ਕਰਕੇ ਅਸੀਂ ਉਚਾਰਨ ਕਰਨਾ ਹੈ। ਲੇਕਿਨ ਇੱਥੇ ਕਿਉਂਕਿ ਸ਼ਾਹੂਕਾਰ ਦਾ ਜ਼ਿਕਰ ਆ ਰਿਹਾ ਤੇ ਸ਼ਾਹ ਕਰਕੇ ਉਚਾਰਨ ਕਰਨਾ ਹੈ। ਅਰਥ ਜਦ ਪੜਾਂਗੇ ਤੇ ਨਾਲ ਉਚਾਰਨ ਵੀ ਸ਼ੁੱਧ ਹੋ ਜਾਏਗਾ, ਸ਼ੁੱਧ ਉਚਾਰਨ ਹੋਏਗਾ ਤੇ ਅਰਥ ਵੀ ਕਲੀਅਰ ਹੋ ਜਾਣਗੇ। ਧੰਨਵਾਦ ਵੀਰ ਜੀ ਆਪ ਜੀ ਦਾ। ਜੀ ਭੂਆ ਜੀ। ਨਾ ਕਰ ਆਸ मीत सुत भाई, ना कर आस किसे शाह व्यवहार की पराई। ना मैं हो सकता गलत हूं, मैं पहले कहता हूं, आई एम जस्ट ट्राइंग माई लेवल बेस्ट कि ना कर आस मीन गुरु साहब कहते हैं किसी ऊपर आस ना करी। किस ऊपर? मीत सुत भाई शाह व्यवहार, इस नंबर आस नहीं करना। किते ना किते इट इज संबोधन टू द नेगेटिव फोर्सेस। ये अंदर दी खेड हैगी है कि गुरु साहब कह रहे ना कि क्योंकि ये सारियां चीज़ां पराई हैं, ये पराए हैं, क्योंकि these are not my values, these are not my virtues। क्यों? मैं कौन हैगा, मेरी आइडेंटिटी कैसी? मन तू जोत स्वरूप है, मेरे दी आइडेंटिटी वो सी, वो ते मेरा अपना तन सी, ते मैं की प्राप्त कर ले, ये सारा पराया है। मेरे अंदर मीत सुत भाई साह व्यवहार, ये सारे वाइसेस नु संबोधन किया जा रहा है। ते गुरु साहब कहते इन्हों पर आस नहीं करना, ये पराया है सारा, इन्हों अपना समझ के तू इन्हां नाल विचर रहा है, इसी करके ते चोटा खा रहा सी। ते कहते कि बिन हर नावे को बहली नाई, बिन तू अगर मन, तू अगर उस एक नू सिमरे, एक नाम नू तारे, उस नाम नू सो देगा, ਉਹੀ तेरी मददगार बनेगा। मददगार किंज बनेगा? क्योंकि जदों असी इन्ना मीत सुध भाई दे नाल, असी ना पराए इन्हां दे नाल असी एक आस बना लेंदे तो असी दुखी होंदे आ, दुख ही दुख हुंदा है। पर गुरु साहब कहंदे ने अगर तू नाम नू सोच लैंदा है, फिर तेरा वो मददगार बनेगा। मददगार किंज बनेगा? कि हर जपियो सारंग पानी, सारंग पानी है संसार दा स्वामी भी है, द वर्ल्ड वर्क्स अंडर हिज हुक्म, वो विकारां नू भी तोड़दा है। इस करके गुरु साहब कहंदे ने कि अपने अंदर दे इन्हां सारे पराए जेहड़े तुझां वाइसेस नाल तू मुट्टिया होया है, अटैच्ड होया है, ये तन दुख ही दुख देणगे। इन्हां नू खत्म करके तू नाम नू सोच, जो तेरा अपना ही है ਉਹੀ तेरा मददगार बनेगा। क्योंकि उसके गुणा दे नाल, उसकी सिक्ख्या दे नाल तू अपने सारे विकारां नू, अपने दुख नू खत्म कर सकेगा। हाँ जी, धन्यवाद बुआ जी। आप जी ने वॉइसेस नाल रिलेट करके, मन दे विकारां नाल रिलेट करके समझाना किया। आप जी का धन्यवाद। बिल्कुल हमेशा की तरह शॉर्ट विच आप जी समझाते हो, धन्यवाद। अंदिन नाम जपो बनवारी, सब आशा मनसा पूरे थारी। जन नानक नाम जपो भाव खंडन, सुख सहजे रैन विहानी है। अंदिन, अंदिन तो पावे हर रोज, अंदिन नाम जपो बनवारी। अंदिन हर रोज हरि दा नाम जपना करो। बनवारी, देखो अक्कर फिर बनवारी आया। हाँ, बनवारी तो पाओ भी उस परमात्मा दे लई जिक्र कर रहे हैं, उस अकाल पुरख दा जिक्र कर रहे हैं। कहते उस दा नाम जपना करो। अंदिन नाम जपो बनवारी। देखो नाम दा भी जिक्र आउंदा है बार बार। उस हरि दा नाम दे बाबत पहला भी सांझ बन चुकी है। नाम तो भावे हरि दे गुण,
ਹਰੀ ਦੇ ਗੁਣ ਗਾਉਣੇ ਕਿਉਂ ਹਨ। ਹੁਣ ਕਿਸੇ ਦੁਨਿਆਵੀ ਉਦਾਹਰਨ ਲੈ ਕੇ ਫਿਰ ਨਾਮ ਦੇ ਉੱਤੇ ਚੇਸ਼ਟਾ ਕਰਦੇ ਹਾਂ। ਕਿਸੇ ਡਾਕਟਰ ਦਾ ਨਾਮ ਕੋਈ ਵੀ ABC ਕੋਈ ਵੀ ਨਾਮ ਹੋਏ, ਅਸੀਂ ਉਸ ਦਾ ਨਾਮ ਜਪਣਾ ਸ਼ੁਰੂ ਕਰੀਏ, ਡਾਕਟਰ ਡਾਕਟਰ ਕਰਕੇ ਕਰਨਾ ਕਰੀਏ, ਅਸੀਂ ਡਾਕਟਰੀ ਨਹੀਂ ਸਿੱਖ ਪਾਵਾਂਗੇ। ਸਾਡੇ ਅੰਦਰ ਜਿਹੜਾ ਹੈ, ਅਸੀਂ ਡਾਕਟਰ ਦੀ ਵਿਦਿਆ, ਅਸੀਂ ਡਾਕਟਰ ਨਹੀਂ ਬਣ ਸਕਾਂਗੇ। ਕੋਈ ਪਹਿਲਵਾਨ ਹੈ ਕੋਈ, ਅਸੀਂ ਉਸ ਦਾ ਨਾਮ ਜਪਦੇ ਰਹੀਏ, ਨਾਮ ਲੈ ਲੈ ਕੇ ਪੁਕਾਰਦੇ ਰਹੀਏ, ਅਸੀਂ ਪਹਿਲਵਾਨ ਨਹੀਂ ਬਣ ਜਾਵਾਂਗੇ। ਕੋਈ ਖਿਡਾਰੀ ਹੈ, ਅਸੀਂ ਵੀ ਉਹ ਜਿਹੇ ਖਿਡਾਰੀ ਨਹੀਂ ਬਣ ਪਾਵਾਂਗੇ। ਨਾਮ ਜਪਣਾ ਕੀ ਹੈ, ਹੋਰ ਨਾਮ ਹੈ ਕੀ? ਪਰਮਾਤਮਾ ਦਾ ਨਾਮ ਜਿਹੜਾ ਹੈ, ਪਰਮਾਤਮਾ ਦੇ ਗੁਣ ਹਨ, ਤੇ ਗੁਣਾਂ ਨੂੰ ਗਾ ਗਾ ਕੇ ਉਹ ਗੁਣ ਸਾਡੇ ਅੰਦਰੋਂ ਪ੍ਰਗਟ ਹੋ ਜਾਣ, ਇਸ ਲਈ ਨਾਮ ਜਪਣਾ। ਤੇ ਗੁਣਾਂ ਦੇ ਨਾਲ ਅਸੀਂ ਜਿਹੜਾ ਹੈ ਆਪਣਾ ਜੀਵਨ ਬਤੀਤ ਕਰਨਾ। ਤੇ ਨਾਮ ਜਪਣ ਤੋਂ ਭਾਵ ਕੇਵਲ ਜ਼ਬਾਨੀ ਜਪਣਾ ਨਹੀਂ ਹੈ। ਨਾਮ ਜਪਣ ਤੋਂ ਭਾਵ ਹੈ ਕਿ ਮਨ ਦੇ ਵਿੱਚ ਨਾਮ ਪ੍ਰਗਟ ਹੋ ਜਾਏ, ਤੇ ਉਨ ਗੁਣਾਂ ਨੂੰ, ਜਦੋਂ ਗੁਣ ਮਨ ਦੇ ਵਿੱਚ ਪ੍ਰਗਟ ਹੋ ਜਾਣ, ਉਨ ਗੁਣਾਂ ਦੇ ਧਾਰਨੀ ਬਣ ਕੇ ਅਸੀਂ ਕਾਰ ਵਿਹਾਰ ਕਰਨਾ ਕਰੀਏ। ਉਹ ਪਰਮਾਤਮਾ ਨਿਰਭਉ ਹੈ, ਅਸੀਂ ਜੀਵਨ ਭੈ ਵਿੱਚ ਬਤੀਤ ਕਰ ਰਹੇ ਹਾਂ। ਅਸੀਂ ਫਿਰ ਕਿਹੜਾ ਨਾਮ ਬਤੀਤ ਜੋ ਹੈ ਜਪ ਰਹੇ ਹਾਂ? ਅਸੀਂ ਤੇ ਸੋਚਦੇ ਹਾਂ, ਅਸੀਂ ਜਿਹੜੇ ਵੀ ਫੈਸਲੇ ਜ਼ਿੰਦਗੀ ਦੇ ਲੈਂਦੇ ਹਾਂ, ਸੰਸਾਰ ਦੇ ਭੈ ਦੇ ਅਧੀਨ ਲੈਂਦੇ ਹਾਂ। ਅਗਰ ਮੈਂ ਕਾਰ ਕੀਤਾ ਤੇ ਮੈਨੂੰ ਕੀ ਨੁਕਸਾਨ ਹੋਣਾ ਹੈ, ਕੀ ਫਾਇਦਾ ਹੋਣਾ ਹੈ? ਅਸੀਂ ਨਾਪ ਤੋਲ ਕੇ ਕਾਰ ਵਿਹਾਰ ਕਰਦੇ ਹਾਂ। ਪਰਮਾਤਮਾ ਨਿਰਵੈਰ ਹੈ, ਅਸੀਂ ਤੇ ਵੈਰ ਪਾਲ ਕੇ ਰੱਖੇ ਆ। ਇਹ ਮੇਰਾ ਆਪਣਾ, ਮੇਰੇ ਮੁਤਾਬਿਕ ਗੱਲ ਕਰ ਰਿਹਾ ਹੈ, ਇਹ ਮੇਰਾ ਆਪਣਾ ਹੈ, ਤੇ ਇਹ ਮੇਰੇ ਮੁਤਾਬਿਕ ਗੱਲ ਨਹੀਂ ਕਰ ਰਿਹਾ, ਮੇਰਾ ਵੈਰੀ ਹੈ। ਪਰ ਪਰਮਾਤਮਾ ਤੇ ਨਿਰਵੈਰ ਹੈ। ਤੇ ਗੁਣ ਕਿਉਂ ਗਾਉਣੇ ਹਨ? ਗੁਣ ਗਾਣੇ ਇਸ ਲਈ ਕਿ ਸਾਡੇ ਅੰਦਰ ਗੁਣ ਪ੍ਰਗਟ ਹੋ ਜਾਣ। ਕਿਧਰੇ ਇਹ ਨਾ ਹੋਏ ਨਾਮ ਕੇਵਲ ਜ਼ਬਾਨ ਤੱਕ ਰਹੇ, ਅਸੀਂ ਹੋ ਕਹਿੰਦੇ ਰਹੀਏ ਕਿ ਨਾਮ ਜਪੋ, ਤੇ ਸਾਨੂੰ ਹੀ ਨਾ ਸਮਝ ਆਏ ਕਿ ਅਸੀਂ ਨਾਮ ਜਪਣਾ ਕਿਸ ਤਰ੍ਹਾਂ ਹੈ। ਮਨ ਦੇ ਵਿੱਚ ਅਸੀਂ ਭੈ ਵੀ ਰੱਖੀ ਰੱਖੀਏ, ਵੈਰ ਵੀ ਰੱਖੀ ਰੱਖੀਏ, ਝੂਠ ਵੀ ਰੱਖੀ ਰੱਖੀਏ, ਤੇ ਸਤਨਾਮ ਕਰੀ ਜਾਈਏ, ਨਿਰਭਉ ਨਿਰਵੈਰ ਨਿਰਵੈਰ ਸਾਰਾ ਦਿਨ ਜਪਦੇ ਰਹੀਏ, ਤੇ ਉਹ ਗੁਣ ਸਾਡੇ ਅੰਦਰੋਂ ਪ੍ਰਗਟ ਨਾ ਹੋਣ। ਗੁਰੂ ਸਾਹਿਬ ਕਹਿ ਰਹੇ ਨੇ, ਅੰਦਿਨ ਨਾਮ ਜਪੋ ਬਨਵਾਰੀ, ਸਭ ਆਸ਼ਾ ਮਨਸਾ ਪੂਰੇ ਤਾਰੀ। ਕਹਿੰਦੇ ਜਦੋਂ ਨਾਮ ਜਪੇਗਾ ਨਾ, ਤੇਰੇ ਅੰਦਰੋਂ ਉਸ ਪਰਮਾਤਮਾ ਦੇ ਗੁਣ ਪ੍ਰਗਟ ਹੋ ਜਾਣਗੇ। ਫਿਰ ਤੇਰੀ ਸਾਰੀਆਂ ਆਸ਼ਾਵਾਂ, ਤੇਰੀ ਸਾਰੀਆਂ ਮਨ ਦੀ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਦੇਖੋ ਇੱਥੇ ਵੀ ਕਈ ਕਿਸਮ ਦੇ ਸਾਨੂੰ ਭਰਮ ਪੈ ਜਾਂਦੇ ਨੇ। ਜਦ ਵੀ ਇਹੋ ਜਿਹੀ ਪੰਕਤੀਆਂ ਆਉਂਦੀਆਂ ਨਾ ਕਿ ਆਸ਼ਾਵਾਂ ਪੂਰੀਆਂ ਹੋ ਜਾਣਗੀਆਂ, ਮਨਸਾਵਾਂ ਪੂਰੀਆਂ ਹੋ ਜਾਣਗੀਆਂ, ਜਦੋਂ ਤੱਕ ਅਸੀਂ ਨਾਮ ਨਹੀਂ ਸਮਝਦੇ, ਜਦੋਂ ਤੱਕ ਸਾਨੂੰ ਨਾਮ ਜਪਣਾ ਨਹੀਂ ਆਉਂਦਾ, ਜਾਂ ਜਦੋਂ ਤੱਕ ਅਸੀਂ ਨਾਮ ਨਾਲ ਨਹੀਂ ਜੁੜੇ, ਸਾਡੀ ਮਨ ਦੀਆਂ ਆਸ਼ਾਵਾਂ ਤੇ ਮਨਸਾਵਾਂ ਕਿਹੋ ਜਿਹੀਆਂ ਹੁੰਦੀਆਂ, ਇੱਛਾਵਾਂ ਕਿਹੋ ਜਿਹੀਆਂ ਹੁੰਦੀਆਂ, ਸੰਸਾਰ ਦੀਆਂ ਹੁੰਦੀਆਂ। ਕਿਉਂ ਹੁੰਦੀਆਂ ਸੰਸਾਰ ਦੀਆਂ? ਕਿਉਂਕਿ ਸਾਡੇ ਮਨ ਵਿੱਚ ਕਈ ਕਿਸਮ ਦੀ ਤ੍ਰਿਸ਼ਨਾਵਾਂ, ਕਈ ਕਿਸਮ ਦੀ ਭੁੱਖਾਂ ਸਾਡੇ ਮਨ ਦੇ ਵਿੱਚ ਡੇਰਾ ਜਮਾ ਕੇ ਬੈਠੀਆਂ ਹੁੰਦੀਆਂ। ਤੇ ਸਾਡੀ ਜਿੰਨੀਆਂ ਵੀ ਆਸ਼ਾਵਾਂ ਮਨਸਾਵਾਂ ਹੁੰਦੀਆਂ, ਉਹ ਹਉਮੈ ਦੇ ਅਧੀਨ ਹੁੰਦੀਆਂ। ਹਉਮੈ ਤੋਂ ਅਧੀਨ ਤੋਂ ਪਾਵੇ, ਕਾਮ ਦੇ ਅਧੀਨ ਹੋਣਗੀਆਂ, ਕ੍ਰੋਧ ਦੇ ਅਧੀਨ ਹੋਣਗੀਆਂ, ਲੋਭ ਮੋਹ ਅਹੰਕਾਰ ਦੇ ਅਧੀਨ ਹੋਣਗੀਆਂ। ਸਾਡੀਆਂ ਸਾਰੀਆਂ ਆਸ਼ਾਵਾਂ ਮਨਸਾਵਾਂ ਉਸ ਮੁਤਾਬਕ ਹੋਣਗੀਆਂ। ਗੁਰੂ ਸਾਹਿਬ ਨੇ ਆਰੰਭ ਕਿਧਰੋਂ ਕੀਤਾ? ਅੰਦਿਨ ਨਾਮ ਜਪੋ ਬਨਵਾਰੀ। ਜਦੋਂ ਨਾਮ ਜਪਾਂਗੇ, ਜਦੋਂ ਗੁਣਾਂ ਦੇ ਧਾਰਨੀ ਬਣਾਂਗੇ, ਮਨ ਦੇ ਵਿੱਚੋਂ ਤ੍ਰਿਸ਼ਨਾਵਾਂ ਸ਼ਾਂਤ ਹੋਣਗੀਆਂ, ਭੁੱਖਾਂ ਸ਼ਾਂਤ ਹੋਣਗੀਆਂ, ਤਦ ਸਾਡੀਆਂ ਆਸ਼ਾਵਾਂ ਵੀ ਬਦਲ ਜਾਣਗੀਆਂ, ਮਨਸਾਵਾਂ ਵੀ ਬਦਲ ਜਾਣਗੀਆਂ, ਮਨ ਦੀਆਂ ਇੱਛਾਵਾਂ ਵੀ ਬਦਲ ਜਾਣਗੀਆਂ। ਸਭ ਆਸ਼ਾ ਮਨਸਾ ਪੂਰੇ ਥਾਰੀ। ਕਹਿੰਦੇ ਤੇਰੀਆਂ ਸਾਰੀਆਂ ਮਨ ਦੀਆਂ ਆਸ਼ਾਵਾਂ ਤੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਜਨ ਨਾਨਕ ਨਾਮ ਜਪੋ ਭਵ ਖੰਡਨ। ਇਹ ਦਾਸ ਨਾਨਕ, ਜਨ ਨਾਨਕ, ਇਹ ਦਾਸ ਨਾਨਕ ਨਾਮ ਜਪੋ ਭਵ ਖੰਡਨ। ਦੇਖੋ ਭਵ ਖੰਡਨ ਅੱਖਰ ਆਇਆ, ਭਵ ਸਾਗਰ ਅੱਖਰ ਵੀ ਆਉਂਦਾ ਹੈ। ਭਵ ਸਾਗਰ, ਭਵ ਤੋਂ ਭਾਵ ਹੈ ਸੰਸਾਰ, ਸੰਸਾਰ ਖੰਡਨ, ਖੰਡਨ ਤੋਂ ਭਾਵੇ ਨਾਸ਼ ਕਰਨ ਵਾਲਾ। ਭਵ ਸਾਗਰ ਪਾਰ ਲੰਘਾਉਣ ਦਾ ਵੀ ਗੁਰੂ ਸਾਹਿਬ ਬਾਰ-ਬਾਰ ਜ਼ਿਕਰ ਕਰਦੇ ਹਨ। ਭਵ ਖੰਡਨ ਤੋਂ ਭਾਵੇ
ਸੰਸਾਰ ਦੇ ਮੋਹ ਤੋਂ ਉਤਪੰਨ ਹੋਈਆਂ ਜਿਹੜੀਆਂ ਸਾਡੀਆਂ ਮਨਸਾਵਾਂ ਤੇ ਇੱਛਾਵਾਂ ਹਨ, ਉਹਨਾਂ ਨੂੰ ਨਾਸ਼ ਕਰਦਾ ਹੈ। ਗੁਰੂ ਦੀ ਬੋਲ ਜਿਹੜੇ ਹਨ, ਉਹ ਜਿਹੜੀਆਂ ਸਾਡੀਆਂ ਤ੍ਰਿਸ਼ਨਾਵਾਂ ਤੇ ਭੁੱਖਾਂ ਹਨ, ਉਹਨਾਂ ਨੂੰ ਗੁਰੂ ਦਾ ਸ਼ਬਦ ਨਾਸ਼ ਕਰਦਾ ਹੈ। ਜਨ ਨਾਨਕ ਨਾਮ ਜਪੋ ਭਵ ਖੰਡਨ, ਸੁਖ ਸਹਜੇ ਰਹਿਣ ਵਿਹਾਣੀਏ। ਇੱਕ ਇੱਕ ਅੱਖਰ ਗੁਰੂ ਸਾਹਿਬ ਦਾ ਨਾ ਬੜਾ ਕੁਝ ਸਮਝਾ ਰਿਹਾ, ਬੜਾ ਕੁਝ ਬੋਲ ਰਿਹਾ। ਅਸੀਂ ਕਰਮਾਂ ਦੀ ਥਿਉਰੀ ਦੇ ਉੱਤੇ ਵੀ ਅਸੀਂ ਚੱਲਦੇ ਹਾਂ ਕਿ ਕਰਮਾਂ ਦੀ ਥਿਉਰੀ, ਪਰ ਗੁਰੂ ਸਾਹਿਬ ਵੀ ਕਰਮਾਂ ਦੀ ਥਿਉਰੀ ਕਹਿੰਦੇ ਨੇ, ਜਿਹੋ ਜਿਹੇ ਕਰਮ ਕਰਾਂਗੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰ ਗੁਰੂ ਸਾਹਿਬ ਦੀ ਕਰਮਾਂ ਦੀ ਥਿਉਰੀ ਜਿਹੜੀ ਹੈ ਨਾ, ਅਸੀਂ ਡਾਇਰੈਕਟ ਅਸੀਂ ਕਹਿੰਦੇ ਹਾਂ ਕਿ ਕਿਸੇ ਹੋਰ ਨੂੰ ਕੰਡਾ ਚੁਬਾਏਗਾ ਤੈਨੂੰ ਵੀ ਕੰਡਾ ਚੁਭੇਗਾ। ਪਰ ਗੁਰੂ ਸਾਹਿਬ ਦੀ ਜਿਹੜੀ ਕਰਮਾਂ ਦੀ ਥਿਉਰੀ ਹੈ ਨਾ, ਉਹ ਕਰਮਾਂ ਦੀ ਥਿਉਰੀ ਜੋ ਗੁਰੂ ਸਾਹਿਬ ਸਮਝਾਉਂਦੇ ਹਨ, ਅਸੀਂ ਕਿਸ ਤਲ ਤੇ ਜਿਉਂਦੇ ਹਾਂ ਸਾਨੂੰ ਵਿਚਾਰ ਕਰਨ ਦੀ ਲੋੜ ਹੈ, ਔਰ ਅਸੀਂ ਕਿਉਂ ਉਸ ਤਲ ਤੇ ਜੀ ਰਹੇ ਹਾਂ। ਅਸੀਂ ਕਿਹੋ ਜਿਹੇ ਬੋਲ ਬੋਲ ਰਹੇ ਹਾਂ, ਕਿਹੋ ਜਿਹੇ ਬੋਲ ਸਾਨੂੰ ਸੁਣਨੇ ਚੰਗੇ ਲੱਗਦੇ ਹਨ। ਅਸੀਂ ਸਾਰੇ ਜਿਹੜੇ ਆ ਆਪਣੇ ਆਪ ਨੂੰ ਸ਼ਬਦ ਦੇ ਸਿੱਖ ਅਖਵਾਉਂਦੇ ਹਾਂ, ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਪਰ ਫਿਰ ਵੀ ਸਾਡੀ ਸਾਰਿਆਂ ਦੀ ਸੋਚਣ ਵਿੱਚ ਸਮਝਣ ਵਿੱਚ ਫਰਕ ਹੈ। ਕੀ ਕਾਰਨ ਹੈ? ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਨਾ, ਜਾਣੇ ਅਣਜਾਣੇ ਜਿਹੜੀ ਨੌ ਗੋਲਕਾਂ ਸਾਡੀ ਬਾਹਰ ਮੁਖੀ ਹਨ, ਉਹਨਾਂ ਤੋਂ ਉਤਪੰਨ ਹੋਈਆਂ ਭੁੱਖਾਵਾਂ, ਉਹਨਾਂ ਤੋਂ ਉਤਪੰਨ ਹੋਈਆਂ ਆਸ਼ਾਵਾਂ ਮਨਸਾਵਾਂ ਉਹ ਮਨ ਵਿੱਚ ਘਰ ਕਰਦੀਆਂ ਰਹਿੰਦੀਆਂ ਤੇ ਉਹਨਾਂ ਦੇ ਮੁਤਾਬਿਕ ਸਾਡਾ ਮਨ ਬਣਦਾ ਰਹਿੰਦਾ। ਔਰ ਜਿਹੋ ਜਿਹਾ ਸਾਡਾ ਮਨ ਬਣਦਾ ਹੈ, ਅਸੀਂ ਉਸ ਤਲ ਤੇ ਜਿਉਂਦੇ ਹਾਂ। ਜਿਹੋ ਜਿਹਾ ਸਾਡਾ ਮਨ ਦੀ ਅਵਸਥਾ ਹੈ, ਅਸੀਂ ਉਸ ਤਲ ਤੇ ਜਿਉਂਦੇ ਹਾਂ। ਸੰਸਾਰ ਦੀਆਂ ਭੁੱਖਾਵਾਂ ਸਾਡੇ ਮਨ ਨੂੰ ਨਿਵਾਣ ਦੀ ओर ਲੈ ਕੇ ਜਾਂਦੀਆਂ, ਗੰਦਗੀ ਦੀ ओर ਲੈ ਕੇ ਜਾਂਦੀਆਂ, ਔਰ ਗੁਰੂ ਦਾ ਸ਼ਬਦ ਸਾਡੇ ਮਨ ਦੀ ਅਵਸਥਾ ਨੂੰ ਉੱਪਰ ਦੀ ओर ਲੈ ਕੇ ਜਾਂਦਾ ਹੈ, ਪਵਿੱਤਰਤਾ ਦੀ ओर ਲੈ ਕੇ ਜਾਂਦਾ ਹੈ। ਅਸੀਂ ਕਦੀ ਇੱਕ ਕਦਮ ਗੁਰੂ ਦੇ ਸ਼ਬਦ ਦੇ ਰਾਹੀਂ ਪਵਿੱਤਰ ਮਨ ਬਣਾ ਕੇ ਅਸੀਂ ਪਟਨਾ ਕਰਦੇ ਹਾਂ, ਚੁੱਕਣਾ ਕਰਦੇ ਹਾਂ। ਇੱਕ ਕਦਮ ਅਸੀਂ ਸੱਚ ਵਾਲੇ ਪਾਸੇ ਚੁੱਕਦੇ ਹਾਂ ਤੇ ਕਈ ਕਦਮ ਅਸੀਂ ਝੂਠ ਵਾਲੇ ਪਾਸੇ ਚੁੱਕਦੇ ਹਾਂ। ਤੇ ਜਿਹੋ ਜੇ ਸਾਡੀ ਮਨ ਦੀ ਅਵਸਥਾ ਹੈ, ਉਹੋ ਜਿਹੇ ਬੋਲ ਅਸੀਂ ਬੋਲਣੇ ਕਰਦੇ ਹਾਂ, ਉਹੋ ਜਿਹੇ ਬੋਲ ਅਸੀਂ ਸੁਣਨੇ ਕਰਦੇ ਹਾਂ, ਉਹੋ ਜਿਹੇ ਟੀਵੀ ਦੇ ਪ੍ਰੋਗਰਾਮ, ਮੋਬਾਈਲ ਦੇ ਉੱਤੇ ਮੈਸੇजेस ਅਸੀਂ ਪੜ੍ਹਨੇ ਪਸੰਦ ਕਰਦੇ ਹਾਂ, ਜਿਹੋ ਜਿਹੇ ਸਾਡੇ ਮਨ ਦੀ ਅਵਸਥਾ ਹੋਏ। ਤੇ ਉਸੇ ਮੁਤਾਬਕ ਅਸੀਂ ਇੰਝ ਕਹਿ ਲਈਏ, ਮਨ ਨੂੰ ਕਈ ਵਾਰੀ ਸੱਚ ਨਾਲ ਜੁੜ ਕੇ ਧੋਂਦੇ ਹਾਂ ਤੇ ਕਈ ਵਾਰੀ ਝੂਠ ਨਾਲ ਜੋੜ ਕੇ ਮੈਲਾ ਕਰੀ ਜਾਂਦੇ ਹਾਂ। ਤੇ ਜਿਹੋ ਜਿਹਾ ਸਾਡਾ ਮਨ ਬਣਦਾ ਹੈ, ਉਹੋ ਜਿਹੇ ਅਸੀਂ ਕਾਰ ਵਿਹਾਰ ਕਰਦੇ ਹਾਂ। ਤੇ ਮਨ ਮੁਤਾਬਿਕ ਕਾਰ ਵਿਹਾਰ ਕੀਤਿਆਂ ਸਾਡੀ ਜ਼ਿੰਦਗੀ ਵਿੱਚ ਸੁੱਖ ਵੀ ਆਉਂਦੇ ਹਨ ਤੇ ਦੁੱਖ ਵੀ ਆਉਂਦੇ ਹਨ। ਸੁੱਖ ਦੇ ਦੁੱਖ ਦੇ ਉੱਤੇ ਵੀ ਇੱਕ ਕਨਸੈਪਟ ਆਪ ਜੀ ਨਾਲ ਸਾਂਝ ਪਾਣੀ ਚਾਹ ਰਿਹਾ। ਥੋੜਾ ਜਿਹਾ ਸਮਾਂ ਆਪ ਜੀ ਦਾ ਲੈ ਰਿਹਾ, ਮਾਫੀ ਚਾਹੁੰਦਾ। ਅਸੀਂ ਧਿਆਨ ਦਈਏ, ਕਈ ਵਾਰੀ ਸਵਾਲ ਵੀ ਆਏ ਸਾਨੂੰ ਕਿ ਉਹਨਾਂ ਨੇ ਤੇ ਨਾਮ ਬੜਾ ਜਪਿਆ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਕਿਉਂ ਆਏ, ਉਹਨਾਂ ਦੀ ਜ਼ਿੰਦਗੀ ਵਿੱਚ ਇਹੋ ਜਿਹੇ ਦੁੱਖ, ਇਹੋ ਜਿਹੇ ਤਕਲੀਫਾਂ ਕਿਉਂ ਆਈਆਂ। ਅਸੀਂ ਭਾਵੇਂ ਸੱਚ ਨਾਲ ਜੁੜਨਾ ਕਰੀਏ, ਭਾਵੇਂ ਸੱਚ ਨਾਲ ਰੱਤਾ ਮਾਤਰ ਵੀ ਨਾ ਜੁੜੀਏ, ਸਦੀਵ ਝੂਠ ਦੀ ਵਾਲੀ ਜ਼ਿੰਦਗੀ ਅਸੀਂ ਬਤੀਤ ਕਰਦੇ ਰਹੀਏ, ਸੁੱਖ ਤੇ ਦੁੱਖ ਸਾਡੀ ਜ਼ਿੰਦਗੀ ਵਿੱਚ ਜ਼ਰੂਰ ਆਉਣਗੇ। ਅਸੀਂ ਨਾਮ ਨਹੀਂ ਜਪਦੇ ਤਾਂ ਵੀ ਸੁੱਖ ਵੀ ਆਣਗੇ, ਦੁੱਖ ਵੀ ਆਣਗੇ। ਅਸੀਂ ਨਾਮ ਜਪਦੇ ਹਾਂ ਤਾਂ ਵੀ ਸੁੱਖ ਵੀ ਆਣਗੇ ਤੇ ਦੁੱਖ ਵੀ ਆਣਗੇ, ਜ਼ਰੂਰ ਆਣਗੇ ਸਾਡੀ ਜ਼ਿੰਦਗੀ ਦੇ ਅੰਦਰ। ਲੇਕਿਨ ਦੋਨੋਂ ਦੇ ਵਿੱਚ ਇੱਕ ਗੁਰੂ ਸਾਹਿਬ ਬਾਰ-ਬਾਰ ਸਾਨੂੰ ਸਮਝਾਣਾ ਕਰ ਰਹੇ ਹਨ, ਬਿਨ ਹਰ ਨਾਵੇ ਕੋ ਬੇਲੀ ਨਹੀਂ। ਗੁਰੂ ਸਾਹਿਬ ਬਾਰ-ਬਾਰ ਫਿਰ ਵੀ ਨਾਮ ਨਾਲ ਜੋੜਨਾ ਕਰ ਰਹੇ ਹਨ। ਗੁਰੂ ਸਾਹਿਬ ਜੇ ਸਾਨੂੰ ਤਾਂ ਵੀ ਦੁੱਖ ਮਿਲਨੇ ਹਨ ਤੇ ਅਸੀਂ ਸੰਸਾਰ ਦੀਆਂ ਮौज ਮਸਤੀਆਂ ਮਾਨ ਕੇ ਕਿਉਂ ਨਾ ਜੀਵਨਾ ਕਰੀਏ, ਅਸੀਂ ਸੰਸਾਰ ਦੇ ਭੋਗ ਵਿਲਾਸ ਕਰਦੇ ਕਿਉਂ ਨਾ ਜੀਵਨਾ ਕਰੀਏ। ਸੁੱਖ ਦੁੱਖ ਤੇ ਤੁਹਾਨੂੰ ਤਦ ਵੀ ਆਣੇ ਜੇ ਨਾਮ ਜਪਣਾ ਕਰੀਏ ਤੇ
ਪਰ ਦੋਨੋਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਨਾਮ ਜਪਿਆ ਜਦੋਂ ਸੁੱਖ ਔਰ ਦੁੱਖ ਆਉਂਦੇ ਹਨ, ਔਰ ਜਦੋਂ ਨਾਮ ਤੋਂ ਟੁੱਟਿਆਂ ਸੁੱਖ ਔਰ ਦੁੱਖ ਆਉਂਦੇ ਹਨ। ਜਦੋਂ ਅਸੀਂ ਨਾਮ ਨਾਲ ਨਹੀਂ ਜੁੜਦੇ, ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ, ਤਾਂ ਵੀ ਅਸੀਂ ਆਤਮਕ ਤਲ ਤੇ ਦੁਖੀ ਹਾਂ, ਪਰੇਸ਼ਾਨ ਹਾਂ। ਜਦੋਂ ਸੁੱਖ ਆਉਂਦੇ ਹਨ ਤਾਂ ਵੀ ਸਰੀਰਿਕ ਸੁੱਖ ਭੋਗਦੇ ਹੋਏ ਵੀ ਆਤਮਕ ਤਲ ਤੇ ਅਸੀਂ ਦੁਖੀ ਹਾਂ, ਪਰੇਸ਼ਾਨ ਹਾਂ। ਲੇਕਿਨ ਜਦੋਂ ਅਸੀਂ ਨਾਮ ਦੇ ਆਧਾਰ ਤੇ ਜੀਵਨ ਬਤੀਤ ਕਰਦੇ ਹਾਂ, ਨਾਮ ਨੂੰ ਹਿਰਦੇ ਵਿੱਚ ਵਸਾ ਕੇ ਜਿਉਣਾ ਕਰਦੇ ਹਾਂ, ਜ਼ਿੰਦਗੀ ਵਿੱਚ ਸੁੱਖ ਆਉਂਦੇ ਹਨ ਤਾਂ ਵੀ ਆਨੰਦ ਵਿੱਚ ਆ, ਖੇੜੇ ਵਿੱਚ ਆ। ਤੇ ਜੇ ਦੁੱਖ ਆ ਜਾਣ, ਜੇ ਤਤੀ ਤਵੀਆਂ ਤੇ ਬੈਠਣਾ ਪੈ ਜਾਏ, ਜਾਂ ਫਿਰ ਬੰਦ ਵੀ ਕਟਾਣੇ ਪੈ ਜਾਣ, ਤਾਂ ਵੀ ਆਨੰਦਿਤ, ਤਾਂ ਵੀ ਖੇੜੇ ਵਿੱਚ ਆ। ਨਾਮ ਤੋਂ ਟੁੱਟਿਆਂ ਹਰ ਵਕਤ ਅਸੀਂ ਦੁਖੀ ਹਾਂ, ਨਾਮ ਨਾਲ ਜੁੜਿਆਂ ਅਸੀਂ ਹਰ ਵਕਤ ਸੁਖੀ ਹਾਂ, ਆਨੰਦਿਤ ਹਾਂ, ਖੇੜੇ ਵਿੱਚ ਆ। ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਜਨ ਨਾਨਕ ਨਾਮ ਜਪੋ ਭਵ ਖੰਡਨ। ਭਵ ਖੰਡਨ ਤੋਂ ਪਾਵੇ ਸੰਸਾਰ ਦੇ ਕਲੇਸ਼ਾਂ ਤੋਂ ਉਪਰਾਮ ਹੋ ਕੇ ਜੀਵਨ ਜਿਉਣਾ। ਸਰੀਰ ਦੇ ਦੁੱਖ ਸੁੱਖ ਤੇ ਆਣੇ ਹੀ ਆਣੇ ਆ, ਪਰ ਅਸੀਂ ਉਨ ਸੁੱਖਾਂ ਤੇ ਦੁੱਖਾਂ ਦੇ ਵਕਤ ਅਸੀਂ ਸੰਸਾਰ ਵਿੱਚ ਡੁੱਬ ਜਾਂਦੇ ਆ, ਅਸੀਂ ਆਤਮਕ ਤੌਰ ਉੱਤੇ ਵੀ ਮਰਨ ਲੱਗ ਪੈਂਦੇ ਆ। ਗੁਰੂ ਸਾਹਿਬ ਕਹਿ ਰਹੇ ਨੇ ਭਵ ਖੰਡਨ, ਆਤਮਕ ਤੌਰ ਤੇ ਆ, ਤੈਨੂੰ ਮੈਂ ਤੈਨੂੰ ਜੀਵਨਾ ਸਿਖਾ ਦਿਆਂ। ਆਤਮਕ ਤਲ ਤੇ ਜਦੋਂ ਤੂੰ ਆਨੰਦਿਤ ਹੋ ਜਾਏਗਾ ਤਾਂ ਫਿਰ ਤੈਨੂੰ ਜਿਉਣਾ ਆਏਗਾ। ਸੁੱਖ ਵੇਲੇ ਵੀ ਆਨੰਦਿਤ ਰਹੇਗਾ, ਦੁੱਖ ਵੇਲੇ ਵੀ ਆਨੰਦਿਤ ਰਹੇਗਾ। ਜਨ ਨਾਨਕ ਨਾਮ ਜਪੋ ਭਵ ਖੰਡਨ, ਸੁਖ ਸਹਿਜੇ ਰਹਿਣ ਵੀ ਆਣੀ ਹੈ। ਹੁਣ ਰਹਿਣ ਤੇ ਰਾਤ ਹੈ, ਰਾਤ ਦਾ ਸੰਬੰਧ, ਜ਼ਿੰਦਗੀ ਦੀ ਰੂਪ ਰਾਤ ਦਾ ਸੰਬੰਧ ਦੁੱਖਾਂ ਨਾਲ ਗੁਰੂ ਸਾਹਿਬ ਨੇ ਕਈ ਥਾਵਾਂ ਤੇ ਕੀਤਾ ਹੈ, ਪਰ ਕਹਿ ਰਹੇ ਸੁਖ ਸਹਿਜੇ ਰਹਿਣ ਵੀ ਆਣੀ ਹੈ। ਜ਼ਿੰਦਗੀ ਦੀ ਰਾਤ ਜਿਹੜੀ ਹੈ ਸੁੱਖ ਵਿੱਚ, ਸਹਿਜ ਵਿੱਚ ਬਤੀਤ ਹੋਏਗੀ, ਉਸ ਆਨੰਦ ਵਾਲੀ ਅਵਸਥਾ ਵਿੱਚ ਬਤੀਤ ਹੋਏਗੀ ਜਿੱਥੇ ਖੇੜਾ ਹੀ ਖੇੜਾ ਹੈ, ਆਨੰਦ ਹੀ ਆਨੰਦ ਹੈ। ਫਿਰ ਸੰਸਾਰ ਤੇ ਕੋਈ ਵੀ ਦੁੱਖ, ਸਰੀਰਿਕ ਤਲ ਤੇ ਆਈਆਂ ਕੋਈ ਵੀ ਪਰੇਸ਼ਾਨੀ ਤੈਨੂੰ ਵਿਚਲਿਤ ਨਹੀਂ ਕਰ ਪਾਉਣਗੀਆਂ। ਤੇਰੇ ਮਨ ਦੇ ਵਿੱਚ ਇੰਨੀ ਦ੍ਰਿੜਤਾ ਆ ਜਾਏਗੀ, ਤੇਰੇ ਮਨ ਵਿੱਚ ਇੰਨਾ ਆਨੰਦ ਖੇੜਾ ਆ ਜਾਏਗਾ, ਇੰਨਾ ਭਰੋਸਾ ਆ ਜਾਏਗਾ, ਇੰਨੀ ਨਿਰਭੈਤਾ ਆ ਜਾਏਗੀ, ਇੰਨੀ ਨਿਰਵੈਰਤਾ ਆ ਜਾਏਗੀ ਕਿ ਤੂੰ ਉਸ ਵਕਤ ਵੀ ਹਰ ਵਕਤ ਆਨੰਦ ਵਿੱਚ ਰਹਿ ਸਕੇਗਾ। ਜੀ ਇਕਬਾਲ ਵੀਰ ਜੀ। ਵੀਰ ਜੀ ਆਪ ਜੀ ਦੀ ਆਵਾਜ਼, ਇਕਬਾਲ ਵੀਰ ਜੀ ਆਵਾਜ਼ ਨਹੀਂ ਆ ਰਹੀ ਆਪ ਜੀ ਦੀ। जी इकबाल वीर जी का शायद कनेक्शन टूट गया है। ते हरविंदर वीर जी तब तक आप जी विचार रखे जे। ਇੱਥੇ ਐਸੇ ਡਾਕਟਰ ਗੁਰੂ ਸਾਹਿਬ ਸਾਨੂੰ ਜੋ ਅੱਗੇ ਜੋ ਮੈਸੇਜ ਦੇਣਾ ਚਾਹੁੰਦੇ ਨੇ, ਕਹਿੰਦਾ ਕੀਤਾ ਕੀ ਕਰੋ ਵੀ, ਉਹ ਕਹਿੰਦਾ ਅਨਦਿਨ ਨਾਮ ਜਪੋ, ਅਨਦਿਨ ਤੋਂ ਪਾਓ ਹਰ ਰੋਜ਼, ਐਵਰੀ ਟਾਈਮ। ਅਨਦਿਨ ਕਹਿ ਲੋ, 24 ਘੰਟੇ ਕਹਿ ਲੋ, ਐਵਰੀ ਡੇ ਕਹਿ ਲੋ, ਅਨਦਿਨ ਨਾਮ ਜੋ ਇਹ ਬਨਵਾਰੀ ਇੱਕ ਅਗੇਨ ਫਿਰ ਇੱਕ ਰੱਬ ਦੇ ਜਿਤਨੇ ਗੁਣ ਨੇ ਨਾ, ਉਹ ਹਰ ਥਾਂ ਦੇ ਉੱਤੇ ਸਾਰਿਆਂ ਬੰਨ ਤੋਂ ਪਾਓ ਜੰਗਲ, ਹਰ ਥਾਂ ਦੇ ਉੱਤੇ ਸਾਰਿਆਂ ਪੇੜ ਪੌਦਿਆਂ ਨੂੰ ਪੈਦਾ ਕਰਨ ਵਾਲਾ ਉਹ ਮਾਲਕ ਹੀ ਹੈ। ਕਹਿੰਦੇ ਨਾਮ ਜਪਣ ਦਾ ਮਤਲਬ ਕੀ ਹੈ? ਨਾਮ ਜਪਣਾ ਇਸ ਬ੍ਰਾਂਡਿੰਗ ਕਰਨੀ, ਕਿਸੇ ਵੀ ਚੀਜ਼ ਦੀ ਬਾਰ-ਬਾਰ ਪ੍ਰਸ਼ੰਸਾ ਕਰਨੀ, ਕਿਸੇ ਵੀ ਚੀਜ਼ ਦੀ ਬਾਰ-ਬਾਰ ਵਡਿਆਈ ਕਰਨੀ। ਅਸੀਂ ਆਮ ਤੌਰ ਦੇ ਉੱਤੇ ਹਰ ਬੋਲ ਐਸਾ ਬੋਲਨੇ ਹਾਂ ਤਾਂ ਕਿ ਸਾਡੀ ਆਪਣੀ ਬ੍ਰਾਂਡਿੰਗ ਹੋਵੇ, ਲੋਕਾਂ ਦਾ ਸਾਡੇ ਤੇ ਵਿਸ਼ਵਾਸ ਆਵੇ, ਅਸੀਂ ਆਪਣਾ ਨਾਮ ਜਪਵਾਉਣਾ ਚਾਹੁੰਦੇ ਹਾਂ। ਅਸੀਂ ਹਰ ਬੋਲ ਦੇ ਨਾਲ ਵੀ मैं कितनी मेहनत करना वहां, मैं तो जो सवेरे लगता उठना, मैं तो रात भर तक काम करता रहना, मम्मा इतना काम करती है, पापा इतना काम करते ने, ਅਸੀਂ ਤੇ ਇਤਨਾ ਕੁੱਤਿਆਰ ਕੰਮ ਕਰਨੇ ਪਏ ਆ, ਜਾਂ ਮੇਰੇ ਕੋਲ ਆਣਾ ਸੀ ਮੈਂ ਕੰਮ ਕਰ ਦੇਣਾ ਸੀ, ਮੈਂ ਤੁਹਾਨੂੰ ਕਿਹਾ ਸੀ ਤੁਸੀਂ ਮੇਰੀ ਗੱਲ ਨਹੀਂ ਮੰਨੀ। ਅਸੀਂ ਹਰ ਗੱਲ ਦੇ ਪਿੱਛੇ ਆਪਣੇ ਬੋਲਾਂ ਦੇ ਰਾਹੀਂ ਆਪਣਾ ਨਾਮ, ਆਪਣੀ ਬ੍ਰਾਂਡਿੰਗ ਕਰਵਾਉਣਾ। ਅੱਛਾ ਬਾਬਾ ਜੀ ਕੋਲ ਜਾਓ, ਬਾਬਾ ਜੀ ਕੋਲ ਪੁੱਤਰ ਮਿਲ ਜਾਏਗਾ, ਕੀ ਹੋ ਰਿਹਾ? ਬਾਬਾ ਜੀ ਦਾ ਨਾਮ ਜਪਿਆ ਜਾ ਰਿਹਾ, ਬਾਬਾ ਜੀ ਦੀ ਬ੍ਰਾਂਡਿੰਗ ਹੋ ਰਹੀ ਹੈ। ਜਦੋਂ ਅਸੀਂ ਕਿਸੇ ਅੱਛਾ ਬੰਦਾ ਕਹਿੰਦਾ ਅੱਛਾ ਨਾਈਕੀ ਦੇ ਸ਼ੂਜ਼ ਲੈ ਲਓ, 10 ਗੁਣਾ ਕੀਮਤ ਦੇ ਨੇ, ਬੰਦਾ ਕਹਿੰਦਾ ਨਹੀਂ ਫਿਰ ਬਹੁਤ ਚੰਗੇ ਨੇ, ਮੋਰ ਦੈਨ ਵੈਲਿਊ ਫॉर ਮਨੀ ਹੈ, ਉਹ ਇਤਨਾ ਚੰਗਾ। ਅਸੀਂ ਕੀ ਕਰਨੇ ਪਿਆ? ਅਸੀਂ ਉਹਦਾ ਨਾਮ ਜਪਨੇ ਪਏ, ਅਸੀਂ ਉਹਦੀ ਬ੍ਰਾਂਡਿੰਗ ਕਰਨੇ ਪਏ।
ਤੇ ਸਾਡੇ ਬੋਲਾਂ ਦੇ ਰਾਹੀਂ ਗੁਰੂ ਸਾਨੂੰ ਉਪਦੇਸ਼ ਕਰਦੇ ਪਏ ਨੇ, ਅਨਦਿਨ ਨਾਮ ਜਪੋ ਬਨਵਾਰੀ, ਰੱਬ ਦੀਆਂ ਸਿਫਤ ਸਲਾਹਾਂ ਕੀਤਾ ਕਰੋ। ਤੁਹਾਡੇ ਹਰ ਬੋਲ ਦੇ ਨਾਲ ਕਿਸੇ ਦਾ ਫੇਥ ਉਸ ਪਰਮਾਤਮਾ ਦੇ ਆਵੇ, ਉਹਦੀ ਸਮਰੱਥਾ ਤੇ ਆਵੇ। ਅਸੀਂ ਜਦੋਂ ਕਈ ਵਾਰ ਮਨ ਕਿਉਂ ਨਹੀਂ ਮੰਨਦਾ, ਜਦੋਂ ਅਸੀਂ ਕਹਿੰਦੇ ਕਿ ਮੈਂ ਕਰਾਂਗਾ, ਉਹਦੇ ਫਿਰ ਉਹ ਕਹਿੰਦਾ ਹਮ ਕੀਆ ਹਮ ਕरेंगे, ਗੁਰੂ ਕਹਿੰਦਾ ਹਮ ਮੂਰਖ ਗਵਾਰ, ਉਹ ਕਹਿੰਦਾ ਤੂੰ ਹੀ ਕਰਨਾ ਪਏਗਾ, ਨਹੀਂ ਤੂੰ ਨਹੀਂ ਕਰ ਸਕਦਾ। ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸ਼ਰੀਰ, ਜੋ ਕੁਝ ਕੀਆ ਸੋ ਹਰ ਕੀਆ। ਰੱਬ ਹੈ ਤੇਰੇ ਵਿੱਚ, ਲੇਕਿਨ ਮਤਾ ਤੋਂ ਇਸ ਭੁਲੇਖੇ ਚ ਪੈ ਜਾਏ ਕਿ ਮੈਂ ਕਰਾਂਗਾ, ਨਹੀਂ, ਬਿਲਕੁਲ ਨਹੀਂ। ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਗੁਰੂ ਤੇ ਇਹ ਫੇਥ ਲੈ ਕੇ ਆਉਣਾ ਚਾਹੁੰਦੇ ਨੇ, ਗੁਰੂ ਤੇ ਇਹ ਨਾਮ ਜਪਾਉਣਾ ਚਾਹੁੰਦੇ ਨੇ। ਤੇ ਜੇ ਅਸੀਂ ਕਹੀਏ ਕਿ ਮੈਂ ਹੀ ਕਰਨੇ ਵਾਲਾ ਹਾਂ, ਮੇਰੇ ਤੋਂ ਇਲਾਵਾ ਕੌਣ ਕਰੇਗਾ, ਇਹ ਤੇ ਸਭ ਤੋਂ ਵੱਡਾ ਨਾਮ ਤੋਂ ਟੁੱਟਣ ਵਾਲੀ ਗੱਲ ਹੋ ਗਈ। ਨਾਮ ਜਿਹੜਾ ਸੀ ਨਾ, ਉਹਦੇ ਰੱਬ ਦੀ ਬ੍ਰਾਂਡਿੰਗ ਕਰਨੀ ਸੀ। ਹਰ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਇਹ ਰੱਬ ਦੀ ਬ੍ਰਾਂਡਿੰਗ ਹੁੰਦੀ ਪਈ ਹੈ। ਤੇ ਰੱਬ ਦੀ ਸਮਰੱਥਾ ਜਿਹੜੀ ਹੈ ਨਾ, ਇੱਕ ਹੋਰ ਸ਼ਬਦ ਕਹਿੰਦੇ ਨੇ, ਸੁਨ ਸੁਨ ਨਾਮ ਤੁਮਹਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਜੇ ਨਾਮ ਨੂੰ ਕਿਸੇ ਅੱਖਰ ਨਾਲ ਜੋੜ ਲਓ, ਕਿਸੇ ਅੰਗਰੇਜ਼ ਦੇ ਸਾਹਮਣੇ ਲਗਾ ਦੋ ਵਾਹਿਗੁਰੂ 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 ਦਾ ਟੇਪ ਲਗਾ ਦੋ, ਉਹਦੇ ਮਨ ਵਿੱਚ ਕੋਈ ਫੁਰਨਾ ਪੈਦਾ ਹੋਏਗਾ ਰੱਬ ਨੂੰ ਮਿਲਣ ਦਾ? ਬਿਲਕੁਲ ਨਹੀਂ। ਅੱਛਾ, ਉਸ ਦੀ ਭਾਸ਼ਾ ਵਿੱਚ ਰੱਬ ਦੀਆਂ ਸਮਰੱਥਾਵਾਂ ਦੀਆਂ ਗੱਲਾਂ ਕਰੋ। ਉਹ ਰੱਬ ਕੀ ਕੁਝ ਕਰ ਸਕਦਾ ਹੈ, ਰੱਬ ਦੀ ਕਿੰਨੀ ਕੁ ਸਮਰੱਥਾ ਹੈ ਉਹਦੇ ਮਨ ਵਿੱਚ। ਜਦੋਂ ਬੰਦਾ ਕਿਸੇ ਦੀ ਬ੍ਰਾਂਡਿੰਗ ਕਰਦਾ ਹੈ ਨਾ, ਫਿਰ ਕਿਸੇ ਅਗਲੇ ਬੰਦੇ ਦੇ ਮਨ ਵਿੱਚ ਚਾਹ ਪੈਦਾ ਹੁੰਦੀ ਕਿ ਨਹੀਂ, ਮੈਂ ਕਹਿੰਦਾ ਸੁਣ ਸੁਣ ਨਾਮ ਤੁਮਹਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਉਹ ਚੀਜ਼ ਇਤਨੀ ਵਧੀਆ ਹੈ, ਇਤਨੀ ਕਮਾਲ ਦੀ, ਇੰਨੀ ਸਮਰੱਥਾ ਵਾਲੀ। ਫਿਰ ਕਹਿੰਦਾ ਨਹੀਂ, ਹੁਣ ਮੈਂ ਉਹਨੂੰ ਦੇਖਣਾ ਚਾਹਨਾ। ਇੱਥੇ ਗੁਰੂ ਸਾਹਿਬ ਉਹੀ ਕਹਿੰਦੇ ਪਏ ਨੇ, ਕੀਤਾ ਕੀ ਕਰੋ, ਤੂੰ ਇਹ ਚਿੰਤਾ ਕਰਨੀ ਛੱਡ ਦੇ। ਪਹਿਲਾਂ ਇਸ ਤੋਂ 2 ਪਦੇ ਪਹਿਲਾਂ ਕੀ ਆਇਆ ਹੈ, ਚਿੰਤਾ ਨਾ ਕੀਤਾ ਕਰ। ਚਿੰਤਾ ਕਿਤਿਆਂ ਕੁਝ ਤਰ੍ਹਾਂ ਸਵਰਨ ਵਾਲਾ ਨਹੀਂ, ਉਹ ਮਾਲਕ ਜਿਤਨੇ ਜੀ ਨੇ ਹਰ ਦੇਵ ਹੈ, ਜਲ ਥਲ ਜਨਤਾ ਸਬਤ ਹੈ। ਫਿਰ ਉਸ ਤੋਂ ਬਾਅਦ ਆਇਆ ਸੀ ਵੀ ਨਾ ਕਰੇ ਆਸ, ਆਸਾ ਨਾ ਕੀਤਿਆ ਕਰ। ਵੀ ਉਹ ਆਸਾ ਕੀਜੇ ਇਹ ਕੀ ਅਵਰੇ ਆਸ ਨਿਰਾਸ਼, ਵੀ ਤੂੰ ਆਸਾਵਾਂ ਕਰ ਕੀ ਫਿਰ ਜੇ। ਅੱਛਾ, ਤੂੰ ਚਿੰਤਾ ਨਾ ਕੀਤਾ ਕਰ, ਤੂੰ ਆਸਾਵਾਂ ਨਾ ਬਣ ਕੇ ਬੈਠਿਆ ਕਰ, ਕੀਤਾ ਕੀ ਕਰ। ਤੇ ਗੁਰੂ ਨੇ ਜੇ ਕੋਈ ਚੀਜ਼ ਨੂੰ ਤੁਹਾਨੂੰ ਕਹਿ ਰਿਹਾ ਕਿ ਨਹੀਂ ਕਰਨਾ, ਤੇ ਨਾਲ ਨਾਲ ਗੁਰੂ ਨੇ ਦੱਸਣਾ ਵੀ ਹੈ ਕੀਤਾ ਕੀ ਕਰ। ਕੋਈ ਗੁਰਬਾਣੀ ਵੀ ਕੀ ਕਹਿੰਦੀ ਹੈ, ਕਹਿੰਦੇ ਅੱਛਾ ਜਿੱਥੇ ਨਾਮ ਤੇਰਾ ਜਪੀ ਦਿਨ ਰਾਤ, ਵੀ ਇੱਥੇ ਉਸ ਟਾਈਮ ਆ ਕਹਿੰਦੇ ਵੀ ਗੁਣ ਗਾਵਾਂ ਦਿਨ ਰਾਤ। ਜੇ ਨਾਮ ਜਪਣਾ ਹੋਰ ਗੁਣ ਗਾਣਾ ਵੱਖ ਕਿਰਿਆਵਾਂ ਹੋਣ, ਤੇ ਦਿਨ ਰਾਤ ਕਿਵੇਂ ਕਰੋਗੇ? ਜੇ ਕਿਸੇ ਕੰਮ ਨੂੰ ਤੁਹਾਨੂੰ ਕਿਹਾ ਜਾ ਰਿਹਾ ਕਿ 24 ਘੰਟੇ ਇਹੀ ਕੰਮ ਕਰਨਾ ਹੈ, ਇੱਕ ਪਾਸੇ ਕਹਿ ਰਿਹਾ ਵੀ ਨਾਮ ਤੇਰਾ ਜਪੀ ਦਿਨ ਰਾਤ, ਦੂਜੇ ਪਾਸੇ ਕਹਿ ਰਹੇ ਕਿ ਵੀ ਉਹ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਵੀ ਦਿਨ ਵੀ ਗਾਉ ਰਹਿਣੀ ਗਾਉ, ਗਾਉ ਸਾਸ ਸਾਸ ਰਸਨਾਰੀ, ਵੀ ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੇ, ਦਮ ਦਮ ਸਦਾ ਸੰਭਾਲਦਾ। ਤੂੰ ਹਰ ਤੇਰੀ ਤੂੰ ਉਸ ਕਿਉਂਕਿ ਰੱਬ ਨਾਲ ਉਹ ਕਹਿੰਦਾ ਵੀ ਰੱਬ ਨਾਲ ਜੇ ਤੇਰੀ ਜੇ ਟੁੱਟ ਗਈ ਹੈ ਨਾ, ਤਰੀਕਾ ਇੱਕੋ, ਕਹਿੰਦਾ ਸਿਫਤੀ ਗੰਢ ਪਵੇ ਦਰਬਾਰ। ਰੱਬ ਗੁਰੂ ਨਾਨਕ ਦੇ ਕਰ, ਨਾਨਕ ਕੇ ਕਰ ਕੇਵਲ ਨਾਮ, ਵੀ ਉਹ ਕੇਵਲ ਰੱਬ ਦੀ ਸਿਫਤ ਸਲਾਹ, ਰੱਬ ਦੀ ਕੀਰਤੀ, ਰੱਬ ਦੇ ਗੁਣ ਗਾਇਨ। ਕਿਉਂਕਿ ਗੁਰਮਤਿ ਦੀ ਸਿੱਖਿਆ ਹੋਰ ਕੁਝ ਹੈ ਹੀ ਨਹੀਂ। ਕੋਈ ਐਸੀ ਨਹੀਂ ਹੈ ਕਿ ਨੰਗੇ ਪੈਰੀ ਜਾਓ, ਕੋਈ ਹੈ। ਹਾਂ, ਨਾਮ ਜਿਹੜਾ ਨਾਮ ਨੂੰ ਸਮਝ ਲੈ, ਨਾਮ ਜਿਹੜਾ ਹੈ ਹੁਕਮ ਵੀ ਹੈ। ਜਦੋਂ ਅੱਛਾ ਸੁੱਚਾ ਜਾ ਜੀਵਨ ਜਾਚ, ਬੇਪਰ ਤਰਿਆ ਰੂਪ ਨਾ ਪੇਖੇ ਨੇ, ਤੇਰਾ ਫਰੀਦਾ ਬੁਰੇ ਦਾ ਭਲਾ ਕਰ, ਇਹ ਵੀ ਸਾਰਾ ਨਾਮ ਵਿੱਚ ਆਉਂਦਾ ਹੈ। ਫਿਰ ਰੱਬੀ ਗੁਣ, ਉਹਨਾਂ ਗੁਣਾਂ ਨੂੰ ਗਾ, ਕਿਉਂਕਿ ਗੁਣ ਕਹਿ ਗੁਣੀ ਸਮਾਵਣਿਆ ਹੋਣਾ ਹੈ। ਗੁਣਾਂ ਨੂੰ ਗਾਏਗਾ ਤੇ ਉਹ ਗੁਣ ਤੇਰੇ ਜੀਵਨ ਵਿੱਚ ਤੈਨੂੰ ਚੰਗੇ ਲੱਗਣਗੇ, ਗੁਣ ਤੂੰ ਜੀਵਨ ਵਿੱਚ ਧਾਰਨ ਵੀ ਕਰੇਗਾ। ਵੀ ਉਹ ਇਹ ਰੱਬ ਦੀ ਸਿਫਤ ਸਲਾਹ ਕੀਤਿਆਂ ਹੀ ਤੇਰੀ ਰੱਬ ਦੇ ਨਾਲ ਗੰਢ ਪੈਣੀ ਹੈ। ਕਹਿੰਦੇ ਫਿਰ ਤੇਰੀਆਂ ਸਾਰੀਆਂ ਆਸਾਂ ਮਨਸਾਵਾਂ ਜਿਹੜੀਆਂ ਨੇ ਨਾ, ਤੂੰ ਆਸ ਕਰਕੇ ਨਾ ਬੈਠ, ਤੂੰ ਕਰ ਕੀ, ਉਹ ਕੰਮ ਕਰ ਜਿਹਦੇ ਨਾਲ ਤੇਰੀਆਂ ਆਸਾਂ ਮਨਸਾਵਾਂ ਸਾਰੀਆਂ ਪੂਰੀਆਂ ਉਹ ਰੱਬ ਆਪੇ ਆਪ ਕਰ ਦੇ। ਉਹਦੀ ਸਮਰੱਥਾ ਦੇ ਉੱਤੇ ਕੋਈ ਕੁਐਸਚਨ ਮਾਰਕ ਨਹੀਂ ਹੈ। ਜਿੱਥੇ ਤੱਕ ਤੋਂ ਸਮਝ ਆਉਂਦੀ, ਜਿੱਦਾਂ ਬਾਣੀ ਪੜ੍ਹਨੇ ਆ ਨਾ, ਆਪਣੇ ਉੱਤੇ ਉਹ ਕਹਿੰਦਾ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲੈ ਜਾ, ਨਰ ਚਾਹਤ ਕਛ ਔਰ ਅਵਰੇ ਕੀ ਅਵਰੇ ਪਈ, ਚਿਤਵਤ ਰਹੇ ਠਗੋਰ। ਰੱਬ ਚਾਹੇਗਾ ਨਾ, ਹੈ ਰੱਬ ਤੇਰੇ ਵਿੱਚ ਹੀ, ਲੇਕਿਨ ਮਤਾ ਤੂੰ ਆਪਣੇ ਉਦਮ ਵੀ ਤੂੰ ਕਰਨਾ। ਉਦਮ ਕਰੇਂਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪਹੁੰਚ, ਉਦਮ ਤੂੰ ਕਰਨਾ ਹੈ। ਲੇਕਿਨ ਭਰੋਸਾ ਆਪਣੇ ਉਦਮ ਦੇ ਉੱਤੇ ਨਹੀਂ ਲੈ ਕੇ ਆਣਾ, ਭਰੋਸਾ ਉਸ ਮਾਲਕ ਦੇ ਉੱਤੇ ਲੈ ਕੇ ਆਣਾ। ਆਸਾਵਾਂ ਉਹ ਨਾ ਆਪਣੇ ਆਪ ਤੇ ਆਸ, ਤੇ ਨਾ ਕਿਸੇ ਹੋਰ ਕੋਲ ਆਸ ਕੇਵਲ ਰੱਬ ਦੀ। ਉਹ ਸਾਰੀਆਂ ਆਸਾਵਾਂ ਮਨਸਾਵਾਂ ਪੂਰੀਆਂ ਕਰਨ ਦੀ ਸਮਰੱਥਾ ਵਾਲਾ ਹੈ। ਤੁਸੀਂ ਉਹਦੀ ਬ੍ਰਾਂਡਿੰਗ ਕੀਤਾ ਕਰੋ, ਹਰ ਬੋਲ ਦੇ ਨਾਲ ਉਹਦੀ ਵਡਿਆਈ, ਉਹਦੀ ਸਿਫਤ ਸਲਾਹ ਜਿਹੜੀ ਉਹ ਬੰਦਾ ਕਰੇ। ਵੀ ਨਾਨਕ ਕੀਰਤਨ ਕਰ ਅਟਲ ਇਹ ਧਰਮ,
ਕਹਿੰਦਾ ਵੀ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਕਿਹੜਾ? ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਿਹੜੇ ਨੇ? ਕਿਸੇ ਦਾ ਸਹਾਇਕ ਹੋਣਾ, ਮਿੱਠਾ ਬੋਲਣਾ, ਕਿਸੇ ਦੀ ਮਦਦ ਕਰ ਦੇਣੀ। ਲੇਕਿਨ ਉਹ ਕਰਦੇ ਆ ਕੀ ਹੈ? ਹਰ ਕੋ ਨਾਮ ਜਪ। ਮਤਾ ਤੂੰ ਕਵੇਂ ਕਿ ਮੈਂ ਸੜਕ ਜੀ ਸਰ ਪਹਿਲਾ ਬੋਰਡ ਲਗਾਉਂਦੇ ਆ ਵੀ ਇਹ ਫਲਾਨੀ ਡੋਨੇਸ਼ਨ ਇਸ ਬੰਦੇ ਨੇ ਦਿੱਤੀ। ਜੇ ਨਿਰਮਲ ਕਰਮ ਕਰਦੇ ਆ ਵੀ ਸਾਰਾ ਜਿਹੜਾ ਨਾ ਉਹ ਸੋਚ ਸਵਾਹ ਪਾਤੀ ਮਾ। ਅਸੀਂ ਪੋਲੀਟੀਸ਼ੀਅਨਸ ਨੂੰ ਦੇਖਦੇ ਆ, ਉਹ ਵੀ ਕੀ ਕਰਦੇ ਨੇ? ਕੰਮ ਸਾਰੇ ਸਮਾਜਿਕ ਕਰਦੇ ਹੁੰਦੇ ਨੇ, ਲੇਕਿਨ ਉਹਦੇ ਨਾਲ ਉਹ ਆਪਣਾ ਬੋਰਡ ਲਗਾ ਦੇਣਗੇ। ਗੁਰੂ ਕਹਿੰਦੇ ਨਹੀਂ, ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਕਿਹੜਾ? ਕਹਿੰਦਾ ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਅੱਛੇ ਕੰਮ ਕਰਦੇ ਆ, ਆਪਣੇ ਆਪ ਨੂੰ ਨਾ ਜਨਮਾਈ। ਆਪਣੇ ਮੂੰਹ ਤੋਂ ਵੀ ਕਹਿ ਦੀ, ਆਪਣੇ ਮਨ ਵਿੱਚ ਵੀ ਭਰੋਸਾ ਲਿਆ ਉਸ ਰੱਬ ਨੇ ਕਰਵਾਇਆ ਤੇ ਹੋਇਆ, ਰੱਬ ਕਰੇਗਾ ਤੇ ਹੋਏਗਾ, ਮੇਰੇ ਤੇ ਉਹ ਨਾ ਹਮ ਕੀਆ ਨਾ ਕਰੇ, ਨਾ ਕਰ ਸਕੇ ਸ਼ਰੀਰ। ਤੇਰਾ ਮਨ ਉਸ ਉੱਤੇ ਟਿਕਿਆ ਰਹੇ। ਸਭ ਆਸਾਂ ਮਨਸਾ ਪੂਰੇ ਥਾਦੀ। ਉਹ ਤੇਰੀਆਂ ਆਸਾਵਾਂ ਮਨਸਾਵਾਂ ਸਾਰੀਆਂ ਜੇ ਨਾ ਉਹ ਜਿਹੜਾ ਵੀ ਉਹ ਰੱਬ ਜਿਹੜੀ ਨਾ ਉਹ ਪੂਰੀਆਂ ਕਰ ਸਕਦਾ ਹੈ। ਜਨ ਨਾਨਕ ਨਾਮ ਜਪੋ ਭਉ ਖੰਡਨ। ਉਸ ਪਰਮਾਤਮਾ ਇਹ ਭਉ ਖੰਡਨ ਅਗੇਨ ਜਿਸ ਪਰਸਪੈਕਟਿਵ ਸਰਬੀਰ ਜੀ ਨੇ ਕਿਹਾ, ਆਈ ਫੀਲ ਥੋੜਾ ਜਿਹਾ ਇਟ ਇਜ਼ ਲਾਈਕ ਭਉ ਇਜ਼ ਡਰ। ਤੁਹਾਡੇ ਅੰਦਰ ਜਿਤਨੇ ਸਾਰੇ ਡਰ, ਚਿੰਤਾ, ਫਿਕਰ ਸਾਰੀਆਂ ਜਿਹੜੀਆਂ ਨੇ ਨਾ, ਉਹ ਅਸੀਂ ਦੁਨੀਆ ਨੂੰ ਕਹਿੰਦੇ ਵੀ ਦੁਨੀਆ ਭਉ ਸਾਗਰ ਵੀ ਕਹਿੰਦੇ ਆ, ਬੜਾ ਭਿਆਨਕ, ਜੋ ਬੜਾ ਡਰਾ ਦੇਵੇ ਤੁਹਾਨੂੰ। ਤੇ ਉਹ ਪਰਮਾਤਮਾ ਉਹ ਕਹਿੰਦਾ ਸਭ ਨਾ ਭਉ, ਕਹਿੰਦੇ ਵੀ ਉਹ ਭੈ ਵਿੱਚ ਪਵਨ ਚਲੇ ਸਦਵਾਹੋ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਲਾਸਟ ਵਿੱਚ ਜਾ ਕੇ ਕਹਿੰਦੇ ਸਭ ਨਾ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏ। ਤੇਰੇ ਮਨ ਵਿੱਚੋਂ ਜੇ ਕੋਈ ਡਰ ਦੂਰ ਇਹ ਰੱਬ ਦੇ, ਅਸੀਂ ਕਹਿੰਦੇ ਵੀ ਦੀਨਾ ਬੰਧੂ ਜਾਂ ਵੀ ਉਹ ਐਸੇ ਬਹੁਤ ਸਾਰੇ ਰੱਬ ਦੇ ਨਾਮ, ਇਹ ਮੈਨੂੰ ਇੱਕ ਰੱਬ ਦਾ ਨਾਮ, ਉਹਦੇ ਗੁਣ ਦੇ ਆਧਾਰ ਭਉ ਖੰਡਨ। ਤੇਰੇ ਜ਼ਿੰਦਗੀ ਵਿੱਚੋਂ ਡਰ ਨੂੰ, ਸਹਿਮ ਨੂੰ, ਚਿੰਤਾ ਨੂੰ, ਫਿਕਰ ਨੂੰ ਦੂਰ ਕਰਨ ਵਾਲਾ ਉਹਦਾ ਨਾਮ ਜਪਿਆ ਕਰੋ। ਉਹ ਕਹਿੰਦੇ ਕਹੋ ਜਨ ਨਾਨਕ ਨਾਮ ਜਪੋ ਭਉ ਖੰਡਨ। ਕਹਿੰਦੇ ਸੁਖ ਸਹਿਜੇ ਰੈਣ ਵਿਹਾਨੀ। ਜੋ ਤੈਨੂੰ ਮਿਲਿਆ ਹੋਇਆ ਮਨੁੱਖਾ ਜੀਵਨ, ਜਿਹਨੂੰ ਗੁਰੂ ਇੱਕ ਮਾਨੋ ਇੱਕ ਰਹਿਣ ਦੀ ਨਿਆਈ, ਬਹੁਤ ਸਾਰੇ ਸ਼ਬਦ ਐਸੇ ਆ ਜਾਂਦੇ ਨੇ ਵੀ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ। ਮਨੋ ਵੀ ਜਿਸ ਤਰ੍ਹਾਂ ਵੀ ਉਹ ਹੁਕਮ ਪਿਆ ਗਰਬਾਸ, ਫਿਰ ਉਹ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵੀ ਉਹ ਵਿਸਰ ਗਿਆ ਧਿਆਨ। ਸਾਰਾ ਮਨੋ ਸਾਰੀ ਜ਼ਿੰਦਗੀ ਤੇ ਨਾ ਵੀ ਇੱਕ ਹੋਰ ਸ਼ਬਦ ਆਉਂਦਾ, ਕਹਿੰਦੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ, ਸੁਖ ਰਹਿਣ ਵਿਹਾਣੀ ਰਾਤੇ। ਜਿਹੜੀ ਮੈਨੂੰ ਜ਼ਿੰਦਗੀ ਮਿਲੀ ਸੀ ਨਾ ਗੁਰੂ ਮਾਨੋ, ਉਹ ਗੁਰੂ ਉਹ ਕਹਿੰਦਾ ਇੱਕ ਏਕ ਰਹਿਣ ਕੇ ਪਾਹੁਨ ਤੁਮ ਆਏ। ਤੂੰ ਅਸੀਂ ਕਈ ਵਾਰ ਗੱਲ ਕਰਨੇ ਆ ਕਿ ਵੀ ਆਰ ਨਾਟ ਹਿਊਮਨ ਬੀਇੰਗਸ ਔਨ ਅ ਸਪਿਰਿਚੁਅਲ ਜਰਨੀ, ਵੀ ਅਸੀਂ ਖਤਮ ਹੋ ਜਾਵਾਂਗੇ। ਨਹੀਂ, ਉਹ ਕਹਿੰਦਾ ਕਵਨ ਮੁਆਰੇ ਕਵਨ ਮੁਆ। ਇਹ ਤੇ ਮਰਦਾ ਹੈ ਹੀ ਨਹੀਂ। ਜੋ ਤੇਰੇ ਚ ਰੱਬ ਦੀ ਅੰਸ਼ ਹੋ ਤੇ ਮਰਦੀ ਨਹੀਂ ਕਦੀ। ਤੂੰ ਇੱਥੇ ਯੂ ਆਰ ਸਪਿਰਿਚੁਅਲ ਬੀਇੰਗਸ ਔਨ ਅ ਹਿਊਮਨ ਜਰਨੀ। ਇਹ ਨਿਰੰਤਰ ਹੋਤਾ ਆਇਆ। ਤੂੰ ਪਹਿਲਾਂ ਵੀ ਸੀ, ਅੱਗਾ ਵੀ ਰਹੇਗਾ। ਤੂੰ ਮਾਨੋ ਇੱਕ ਰਾਤ ਬਤੀਤ ਕਰਨ ਨੂੰ ਇੱਥੇ ਆਇਆ ਹੈ। ਏਕ ਰਹਿਣ ਕੇ ਪਾਹੁਨ ਤੁਮੇ ਆਏ, ਬਹੁ ਜੁਗ ਆਸ ਬੰਦਾਏ। ਆਇਆ ਤੇ ਤੂੰ ਇੱਥੇ ਕਹਿੰਦੇ ਜੈਸੇ ਰਹਿਣ ਪਰਾਉਣਾ, ਉੱਠ ਚੱਲ ਸੈਂ ਪ੍ਰਭਾਤ। ਇੱਕ ਰਾਤ ਬਤੀਤ ਕਰਨ ਨੂੰ ਆਇਆ ਸੀ, ਬਸ ਸਵੇਰ ਹੋਈ ਨਾ, ਉਹ ਕਹਿੰਦਾ ਨੌਬਤ ਵੱਜੀ ਸੁਬਹ ਸਿਓ ਚੱਲਣ ਕਾ ਕਰ ਸਾਜ। ਜਿਵੇਂ ਜਿਵੇਂ ਸਮਾਂ ਖਤਮ ਹੋ ਜਾਏਗਾ ਤੈਨੂੰ ਉਹ ਕਹਿੰਦੇ ਆਸਾਂ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਦੁਨੀਆ ਵਿੱਚ ਇੱਕ ਮਾਨੋ ਮਹਿਮਾਨ ਦੀ ਨਿਆਈ ਤੂੰ ਆ ਕੇ ਰਹਿ। ਤੇਰਾ ਸਮਾਂ ਇੱਥੇ ਨਿਸ਼ਚਿਤ ਹੈ। ਕਹਿੰਦਾ ਜੇ ਤੂੰ ਰੱਬ ਦੇ ਨਾਲ ਜੁੜਿਆ ਰਿਹਾ ਨਾ, ਤੇ ਤੇਰੀ ਇਹ ਵਾਲੀ ਰਹਿਣ ਜਿਹੜੀ ਹੈ ਨਾ, ਜੋ ਤੈਨੂੰ ਜੋ ਮਾਲਕ ਨੇ ਕਹਿੰਦੇ ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਤੇਰੀ ਜ਼ਿੰਦਗੀ ਰੂਪੀ ਰਾਤ ਹੈ ਨਾ, ਕਹਿੰਦਾ ਜਨ ਨਾਨਕ ਨਾਮ ਜਪੋ ਭਉ ਖੰਡਨ। ਜੇ ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜਿਆ ਰਿਹਾ ਨਾ, ਕਹਿੰਦਾ ਸੁਖ ਸਹਿਜੇ ਰਹਿਣ ਵਿਹਾਣੀ। ਤੇਰੀ ਇਹ ਮਨੋ ਜਿਹੜੀ ਇੱਕ ਰਹਿਣ ਵਾਸਤੇ ਤੈਨੂੰ ਪਰਮਾਤਮਾ ਨੇ ਇੱਥੇ ਭੇਜਿਆ ਸੀ ਨਾ, ਉਹ ਕਹਿੰਦਾ ਕਹੋ ਨਾਨਕ ਮੈਂ ਸਰਬ ਸੁਖ ਪਾਇਆ, ਸੁਖ ਰਹਿਣ ਵਿਹਾਣੀ ਰਾਤੇ। ਮੇਰੀ ਇਹ ਜ਼ਿੰਦਗੀ ਰੂਪੀ ਰਾਤ ਜਿਹੜੀ ਸੀ ਨਾ, ਉਹ ਬੜੀ ਸੁੱਖਾਂ ਵਿੱਚ, ਸ਼ਾਂਤੀ ਵਿੱਚ ਜਿਹੜੀ ਨਾ ਉਹ ਬਤੀਤ ਹੋ ਜਾਏਗੀ। ਕਦੋਂ? ਕਹਿੰਦਾ ਜਨ ਨਾਨਕ ਨਾਮ ਜਪੋ ਭਉ। ਜਦੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜਿਆ ਰਹੇਗਾ, ਤੇਰੀ ਜ਼ਿੰਦਗੀ ਰੂਪੀ ਰਾਤ ਜਿਹੜੀ ਨਾ ਬੜੀ ਸੁੱਖਾਂ ਵਿੱਚ ਜਿਹੜੀ ਨਾ ਉਹ ਬਤੀਤ ਹੋ ਜਾਏਗੀ। ਹਾਂਜੀ ਧੰਨਵਾਦ ਵੀਰ ਜੀ, ਆਪ ਜੀ ਦਾ। ਆਪ ਜੀ ਨੇ ਬੜੀ ਡਿਟੇਲ ਵਿੱਚ ਸਮਝਾਣਾ ਕੀਤਾ। ਆਪ ਜੀ ਨੇ ਭਵ ਨੂੰ ਭਉ ਕਰਕੇ ਆਪ ਜੀ ਨੇ ਕਿਹਾ, ਉੱਤੇ ਅੱਖਰ ਭਵ ਵੀ ਆਉਂਦਾ ਤੇ ਮੈਨੂੰ ਇੰਝ ਲੱਗਦਾ
ਭਾਵ ਦੇ ਵਿੱਚ ਸਾਰੇ ਹੀ ਵਿਕਾਰ ਸਾਰੇ ਹੀ ਆ ਜਾਂਦੇ ਨੇ, ਭੈ ਕਰਕੇ ਨਹੀਂ ਆਉਂਦਾ। ਧੰਨਵਾਦ ਆਪ ਜੀ ਦਾ। ਇਕਬਾਲ ਵੀਰ ਜੀ ਨੇ ਰੀਜੁਆਇਨ ਕੀਤਾ ਹੈ ਤੇ ਮੈਂ ਬੇਨਤੀ ਕਰਦਾ, ਉਮੀਦ ਕਰਦਾ ਕਿ ਉਹਨਾਂ ਦਾ ਨੈਟਵਰਕ ਠੀਕ ਹੋ ਗਿਆ ਹੋਣਾ। ਜੀ ਆਵਾਜ਼ ਜੀ ਆ ਰਹੀ ਹੈ ਵੀਰ ਜੀ, ਪਲੀਜ਼। ਅਨ ਦਿਨ ਨਾਮ ਜਪੋ ਬਨਵਾਰੀ, ਅਨ ਦਿਨ ਰਾਤ ਨਾਮ ਜਪੋ, ਉਹਦੀ ਕੀਰਤੀ ਸਿਫਤ ਸਲਾਹ ਉਹਦੇ ਗੁਣਾਂ ਨੂੰ ਜਪਣਾ ਕਰੋ। ਬਨਵਾਰੀ, ਬਨ ਹੁੰਦਾ ਕੁਦਰਤ, ਸੰਸਾਰ, ਜਗਤ, ਵਾਰੀ ਮਾਲੀ। ਇਸ ਸੰਸਾਰ ਨੂੰ ਜੋ ਬਣਾਉਣ ਵਾਲਾ ਹੈਗਾ ਬਨਵਾਰੀ ਹੈ, ਬਨਵਾਰੀ ਆ ਉਹ ਜਿਹੜਾ ਉਸ ਪ੍ਰਮਾਤਮਾ ਦਾ ਜਿਹੜਾ ਨਾਮ ਹੈ, ਜਿਹੜਾ ਸਾਰੇ ਸੰਸਾਰ ਨੂੰ ਕੁਦਰਤ ਨੂੰ ਪੈਦਾ ਕਰਨ ਵਾਲਾ ਹੈ, ਰਮਿਆ ਹੋਇਆ ਕੁਦਰਤ ਵਿੱਚ, ਉਸ ਦਾ ਦਿਨ ਰਾਤ ਜਪਣਾ ਕਰੋ ਭਾਈ। ਸਭ ਆਸਾ ਮਨਸਾ ਪੂਰੇ ਥਾਰੀ। ਫਿਰ ਜਦੋਂ ਭਾਈ ਜਿਹੜਾ ਜੀਵ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੇਗਾ, ਉਹਦੀਆਂ ਸਾਰੀਆਂ ਆਸਾਂ ਤੇ ਮਨਸ਼ਾ ਪੂਰਦਾ ਹੈ, ਪੂਰੀਆਂ ਕਰਦਾ ਹੈ। ਥਾਰੀ ਤੁਹਾਡੀਆਂ ਭਾਈ ਜਿਹੜਾ ਜਪਦਾ ਫਿਰ ਉਹਦੀਆਂ ਸਾਰੀਆਂ ਆਸਾਂ ਮਨਸ਼ਾ ਪ੍ਰਮਾਤਮਾ ਜਿਹੜਾ ਹੈਗਾ ਉਹ ਪੂਰੀਆਂ ਕਰ ਦਿੰਦਾ ਹੈ। ਕਿਉਂਕਿ ਜਿਹੜਾ ਜੀਵ ਨਾਮ ਦਾ ਧਾਰਨੀ ਹੋ ਜਾਂਦਾ ਹੈ, ਭਗਤਾਂ ਦੀ ਭੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਣਾਈ। ਜਦੋਂ ਭਗਤ ਉਹਦੀ ਸ਼ਰਨ ਪੈ ਕੇ ਉਹਦੇ ਗੁਣਾਂ ਨੂੰ ਧਾਰਨ ਕਰਦਾ, ਗੁਣ ਗਾਉਂਦਾ, ਸਿਫਤ ਕਰਦਾ, ਕੀਰਤੀ ਕਰਦਾ ਹੈ, ਤੇ ਭਗਤਾਂ ਦੀਆਂ ਸਾਰੀਆਂ ਇਛਾਵਾਂ ਜਿਹੜੀਆਂ ਹੈ ਪ੍ਰਮਾਤਮਾ ਪੂਰੀਆਂ ਕਰ ਦਿੰਦਾ ਹੈ। ਕਿਉਂਕਿ ਫਿਰ ਜਿਹੜੀ ਮਾਇਆ ਭਗਤਾਂ ਦੀ ਦਾਸੀ ਬਣ ਜਾਂਦੀ ਹੈ, ਤੇ ਜਿਹੜੀ ਜਿਹਦੀ ਦਾਸੀ ਮਾਇਆ ਬਣ ਜਾਂਦੀ ਹੈ, ਮਾਇਆ ਜਿਸ ਦੀ ਦਾਸੀ ਬਣ ਜਾਂਦੀ ਹੈ, ਤੇ ਉਹਦੇ ਕੋਲ ਸਾਰੇ ਪਦਾਰਥ ਹੀ ਆ ਜਾਂਦੇ ਹਨ। ਇਸ ਲਈ ਪ੍ਰਮਾਤਮਾ ਜਿਹੜਾ ਹੈ ਨਾਮ ਜਪਣ ਵਾਲਿਆਂ ਨੂੰ ਉਹਦੇ ਚਰਨਾਂ ਵਿੱਚ ਮਾਇਆ ਨੂੰ ਦਾਸੀ ਬਣਾ ਕੇ ਰੱਖ ਦਿੰਦਾ ਹੈ, ਤੇ ਉਹ ਮਾਇਆ ਜਿਹੜੀ ਹੈ ਫਿਰ ਉਸ ਪ੍ਰਮਾਤਮਾ ਦੀ, ਉਸ ਭਗਤ ਦੀ ਕਾਰ ਕਰਦੀ ਹੈ। ਇਸ ਲਈ ਸਾਰੀਆਂ ਇਛਾਵਾਂ ਜਿਹੜਾ ਪ੍ਰਮਾਤਮਾ ਪੂਰੀਆਂ ਕਰ ਦਿੰਦਾ। ਸਭ ਆਸਾ ਮਨਸਾ ਪੂਰਾ, ਭਾਵ ਪੂਰ ਦਿੰਦਾ ਹੈ, ਪੂਰਨ ਕਰ ਦਿੰਦਾ ਹੈ। ਥਾਰੀ ਤੁਹਾਡੀ ਜਿਹੜਾ ਨਾਮ ਜਪਦਾ ਉਹਦੀ ਆਸ ਪੂਰੀ ਹੋ ਜਾਂਦੀ ਹੈ। ਜਨ ਨਾਨਕ ਨਾਮ ਜਪੋ ਭਵ ਖੰਡਨ। ਹੇ ਦਾਸ ਨਾਨਕ ਨਾਮ ਜਪੋ, ਨਾਮ ਨੂੰ ਜਪਣਾ ਕਰ, ਭਵ ਖੰਡਨ ਕੋਣਾ, ਭਵ ਖੰਡਣਾ ਤੇਰੀ ਆਰਤੀ। ਆਪਾਂ 16 ਸਾਹਿਬ ਵੀ ਪੜ੍ਹਦੇ ਹਾਂ। ਭਵ ਹੁੰਦਾ ਹੈ ਸੰਸਾਰ। ਸੰਸਾਰ ਕੀ ਹੈਗਾ? ਇਹ ਖੇਡ ਹੈ ਜੰਮਣ ਮਰਨਾ। ਜਿੱਥੇ ਜੰਮਣ ਮਰਨਾ ਹੈ ਉਹਨੂੰ ਕਹਿੰਦੇ ਭਾਵ। ਭਵ ਖੰਡਣਾ ਜਨਮ ਮਰਨ ਦੇ ਗੇੜ ਨੂੰ ਕੱਟਣ ਵਾਲਾ ਜਿਹੜਾ ਹੈਗਾ ਆ ਉਹ ਹੈ ਭਵ ਖੰਡਨ ਪ੍ਰਮਾਤਮਾ। ਜਿਹੜਾ ਨਾਮ ਜਪਦਾ ਉਹਦਾ ਜਿਹੜਾ ਜੰਮਣ ਮਰਨ ਦੀ ਵਿਰਤੀ ਹੈ, ਅਵਸਥਾ ਬਣਦੀ ਹੈ ਨਾ ਕ੍ਰਿਸ਼ਨਾ ਆਸਾ ਦੇ ਨਾਲ, ਉਹ ਪ੍ਰਮਾਤਮਾ ਕੱਟ ਦਿੰਦਾ ਹੈ। ਫਿਰ ਜਿਹੜਾ ਨਾਮ ਜਪਦਾ ਜਿਹਦੀ ਵਿਰਤੀ ਜਨਮ ਮਰਨ ਦਾ ਗੇੜ ਕੱਢ ਦਿੰਦਾ ਹੈ, ਆਸਾ ਤ੍ਰਿਸ਼ਨਾ ਉਪਜਦੀ ਨਹੀਂ ਹਨ, ਉਹ ਫਿਰ ਕਰਦਾ ਹੈ ਉਹ ਜੀਵ ਜਿਹੜਾ ਹੈ ਜਗਿਆਸੂ ਜਿਹੜਾ ਹੈ, ਜਾਨਾ ਜਿਹੜਾ ਹੈਗਾ ਸੁੱਖ ਵਿੱਚ ਬਤੀਤ ਜੀਵਨ ਕਰਦਾ ਹੈ। ਉਸਦੇ ਜੀਵਨ ਵਿੱਚ ਸੁੱਖ ਆਨੰਦ ਹੀ ਆ ਜਾਂਦਾ ਹੈ, ਕਿਉਂਕਿ ਉਹਦੀਆਂ ਆਸਾ ਤ੍ਰਿਸ਼ਨਾ ਜਿਹੜੀਆਂ ਰਸਾਂ ਕਸਾਂ ਵਿੱਚ ਹੁੰਦੀਆਂ ਹਨ ਉਹ ਖਤਮ ਹੋ ਜਾਂਦੀਆਂ ਹਨ, ਤੇ ਉਹ ਸਦਾ ਕਾਲ ਸੁੱਖ ਬਤੀਤ ਕਰਦਾ ਹੈ। ਸਹਿਜੇ ਤੇ ਉਹ ਸਦਾ ਹੀ ਸਹਿਜ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਭਾਵ ਇੱਕ ਰਸ ਰਮਿਆ ਰਹਿੰਦਾ ਹੈ, ਰਹਿਣ ਵਿਹਾਣੀ ਹੈ। ਉਸ ਦੀ ਫਿਰ ਜਿਹੜੀ ਜੀਵਨ ਰੂਪ ਰਾਤ ਹੈ ਉਹ ਸੁੱਖਾਂ ਦੀ ਆਤਮਿਕ ਅਡੋਲਤਾ ਸਹਿਜ ਵਿੱਚ ਟਿਕ ਕੇ ਬੀਤਦੀ ਹੈ। ਜੀ ਜੀ ਵੀਰ ਜੀ, ਧੰਨਵਾਦ ਵੀਰ ਜੀ, ਬਾ ਕਮਾਲ ਵਿਚਾਰ। ਭੂਆ ਜੀ ਆਪ ਜੀ ਵਿਚਾਰ ਦਿਓ। ਅਨਦਿਨ ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੇ ਥਾਰੀ। ਇਹ ਮਨ ਨੂੰ ਸੰਬੋਧਨ ਕੀਤਾ ਗਿਆ ਹੈ, ਕਿਉਂਕਿ ਪਿਛਲੇ ਵਿੱਚ ਕਹਿੰਦੇ ਨਾ ਹਰ ਜਪਿਓ ਸਾਰਨ ਪਾਣੀ। ਜਦੋਂ ਮਨ ਨੇ ਉਸ ਨਾਮ ਨੂੰ ਸੋਧ ਲਿੱਤਾ ਤਾਂ ਇੱਕ ਐਸੀ ਫੁਲਵਾਰੀ ਬਣ ਜਾਂਦੀ ਹੈ ਮਨ, ਜਿਹੜਾ ਉਸਦੇ ਨਾਮ ਨੂੰ ਦਿਨ ਰਾਤ ਜਪਦਾ ਹੈ, ਉਹਦੇ ਗੁਣਾਂ ਨੂੰ ਧਾਰਦਾ ਹੈ, ਉਹਦੀ ਸਿੱਖਿਆ ਦੇ ਪ੍ਰਾਪਤ ਕਰਕੇ ਉਹ ਜੀਵਨ ਬਿਤਾਉਂਦਾ ਹੈ। ਫਿਰ ਉਸਦੇ ਸਾਰੀਆਂ ਆਸਾਂ ਮਨਸਾ ਜਿਹੜੀਆਂ ਉਹ ਪੂਰੀ ਤਰ੍ਹਾਂ ਫੋਕਸ ਹੋ ਗਿਆ। ਹੁਣ ਇਹ ਆਸਾ ਮਨਸਾ ਉਹ ਨਹੀਂ ਹੈਗੇ ਜਿਹੜੀਆਂ ਬਾਅਦ ਦੇ ਸਾਡੇ, ਅਸੀਂ ਕਹਿੰਦੇ ਨਾ ਕਿ ਸਾਡੀ ਆਸਾ ਮਨਸੀ ਪੂਰੀ ਹੋਈਆਂ, ਕਿ ਜਿਹੜੀ ਸੰਸਾਰਿਕ ਸਾਡੀ ਆਸਾ ਮਨਸਾ ਅੰਦਰ ਜਿਹੜੀ ਖੇਡ ਆਉਂਦੀ ਹੈ ਕਿ ਅਸੀਂ ਬਸ ਇੱਕ ਦੇ ਨਾਲ ਹੀ ਇੱਕ ਮਿੱਤ ਹੋ ਕੇ ਅਸੀਂ ਸੱਚਿਆਰ ਹੋਣਾ ਹੈ। ਸਾਡੀ ਮਨਸਾ, ਸਾਡੀ ਡਿਜ਼ਾਇਰ, ਸਾਡੀ ਹੋਪ ਸਭ ਇਹੀ ਚੀਜ਼ ਉੱਪਰ ਫੋਕਸ ਹੁੰਦਾ ਕਿ ਮੈਂ ਸੱਚਿਆਰ ਹੋਣਾ ਹੈ। ਔਰ ਉਹੀ ਮਨ ਜਿਹੜਾ ਜਦੋਂ ਉਸਦੇ ਨਾਮ ਨੂੰ ਸੋਚਦਾ ਹੈ
ਤੇ ਉਹ ਭਵ ਖੰਡਨ, ਜਦ ਨਾਨਕ ਨਾਮ ਜਪੋ ਭਵ ਖੰਡਨ ਮੀਨ ਉਹ ਜਨਮ ਮਰਨ ਦੇ ਗੇੜ ਵਿੱਚੋਂ ਨਿਕਲ ਜਾਂਦਾ ਹੈ। ਜਨਮ ਮਰਨ ਗੇੜ ਕਿਹੜਾ? ਉਹ ਸਾਰੇ ਆਪਣੇ ਅੰਦਰ ਦੇ ਵਾਈਸਿਸ ਜੋ ਜਨਮ ਮਰਨ ਦੇ ਵਿੱਚ ਰਹਿੰਦੇ ਨੇ ਉਹਨਾਂ ਵਿੱਚ ਪੂਰੀ ਤਰ੍ਹਾਂ ਨਾਸ਼ ਹੋ ਕੇ ਉਹ ਇੱਕ ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਜਿਸਦੇ ਵਿੱਚ ਕੋਈ ਵੀ ਦੁੱਖ ਸੁੱਖ ਉਹਦੇ ਮਨ ਦੇ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਉਸਨੇ ਇੱਕ ਨਾਉ ਇੱਕ ਮਿੱਥ ਹੋ ਚੁੱਕਾ ਹੈ। ਹਾਂਜੀ, ਧੰਨਵਾਦ ਭੂਆ ਜੀ। ਅੱਜ 2 ਪਦਿਆਂ ਦਾ ਪਾਠ ਹੋਇਆ ਹੈ। ਹਰਵਿੰਦਰ ਵੀਰ ਜੀ, ਆਪ ਜੀ 2 ਪਦਿਆਂ ਦੀ ਪਾਠ ਦੀ ਵਿਚਾਰ ਕਰ ਲਓ, ਸੌਰੀ ਗਾਇਨ ਕਰ ਲਓ, ਫਿਰ ਅਸੀਂ ਸਵਾਲ ਜਵਾਬ ਰੱਖ ਲਾਂਗੇ। ਸੁਖਬੀਰ ਵੀਰ ਜੀ ਨੂੰ ਕਿੱਥੇ ਜਾਣਾ ਪੈ ਗਿਆ? ਨਾ ਕਰ ਆਸ ਮੀਤ ਸੁਤ ਪਾਈ, ਨਾ ਕਰ ਆਸ ਕਿਸੈ ਸ਼ਾ ਬਿਵਹਾਰ ਕੀ ਪਰਾਈ, ਬਿਨ ਹਰ ਨਾਵੈ ਕੋ ਬੇਲੀ ਨਾਹੀ, ਹਰ ਜਪੀਐ ਸਾਰੰਗ ਪਾਣੀ ਹੈ, ਅਨ ਦਿਨ ਨਾਮ ਜਪੋ ਬਨਵਾਰੀ, ਸਭ ਆਸਾ ਮਨ ਸਾਹ ਪੂਰੈ ਥਾਰੀ, ਜਨ ਨਾਨਕ ਨਾਮ ਜਪੋ ਭਵ ਖੰਡਨ, ਸੁਖ ਸਹਿਜੇ ਰਹਿਣ ਵਿਹਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ। ਸਾਡੇ ਕੋਲ ਨਾ ਵੀਰ ਜੀ ਇੱਕ ਪਰਸੋਂ 2 ਦਿਨ ਪਹਿਲੇ ਫੇਸਬੁੱਕ ਤੋਂ ਸਵਾਲ ਆਇਆ ਸੀਗਾ। ਹਰਪ੍ਰੀਤ ਵੀਰ ਜੀ, ਆਪ ਜੀ ਉਹ ਸਕਰੀਨ ਤੇ ਸ਼ੇਅਰ ਕਰ ਦੋਗੇ? ਇੰਗਲਿਸ਼ ਵਿੱਚ ਸੀਗਾ ਉਹ, ਤੇ ਅਸੀਂ ਉਸ ਬਾਬਤ ਵਿਚਾਰ ਲੈ ਲੈਂਦੇ ਹਾਂ। ਇੱਕ ਫਿਰ ਪਰਮਜੀਤ ਅੰਕਲ ਦਾ ਵੀ ਆਇਆ ਸੀਗਾ ਮੈਨੂੰ, ਉਹ ਵੀ ਲੈਣਾ ਸੀ। 2 ਕੁਐਸਚਨ ਹੈਗੇ ਨੇ ਸਾਡੇ ਕੋਲ ਪੈਂਡਿੰਗ, ਇਸ ਲਈ ਅੱਜ ਅਸੀਂ ਜ਼ੂਮ ਤੋਂ ਨਵੇਂ ਸਵਾਲ ਨਹੀਂ ਲੈ ਪਾਵਾਂਗੇ। ਹਰਪ੍ਰੀਤ ਵੀਰ ਜੀ, करता ਵੀਰ ਜੀ ਮੈਂ ਚੈਟ ਬਾਕਸ ਵਿੱਚ ਸ਼ੇਅਰ। ਹਰਵਿੰਦਰ ਵੀਰ ਜੀ, ਆਪ ਜੀ ਇਸ ਬਾਬਤ ਥੋੜੀ ਜਿਹੀ ਵਿਚਾਰ ਰੱਖੋ। ਫਿਰ ਭੂਆ ਜੀ ਤੋਂ ਅਸਲ ਵਿੱਚ ਉਹਨਾਂ ਨੇ ਮੰਗੀ ਸੀਗੀ। ਆ ਗਿਆ ਵੀਰ ਜੀ ਸਕਰੀਨ ਤੇ। God do not do any discrimination then to who is responsible for the unequal distribution of resources and wealth in living world, and if we the humans are responsible for it, then why shouldn't we start any worldwide movement to uphold the will of Almighty? Waiting for answer. ਜਿਹੜਾ ਮਾਲਕ ਦੀ ਖੇਡ ਹੈ ਨਾ, ਅਸੀਂ ਉਹ ਕਹਿੰਦਾ ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਮਾਲਕ ਨੇ ਜੋ ਖੇਡ ਬਣਾਈ ਹੈ ਨਾ, ਉਹਦੇ ਅੰਦਰ ਉਸਨੇ ਨਾ ਇਹ ਇਨੇਟ ਨੇਚਰਸ ਨੇ ਬੰਦੇ ਦੇ। ਬੰਦਾ ਕਹੇ ਕਿ ਤੇਰੇ ਵਿੱਚੋਂ ਇਹ ਖਤਮ ਹੋ ਜਾਣਾ, ਪੋਸੀਬਲ ਵੀ ਨਹੀਂ ਹੈ। ਜੋ ਉਸ ਮਾਲਕ ਦੇ ਹੁਕਮ ਵਿੱਚ ਪੈਦਾ ਹੋਏ ਨੇ, ਉਹ ਖਤਮ ਕਿਵੇਂ ਹੋ ਸਕਦੇ ਨੇ? ਹਾਂ, ਗੁਰੂ ਦੇ ਰਾਹੀਂ ਉਹਨਾਂ ਨੂੰ ਚੈਨਲਾਈਜ਼ ਕੀਤਾ ਜਾ ਸਕਦਾ। ਔਰ ਉਹ ਵੀ ਗੁਰੂ ਬੜਾ ਸਪਸ਼ਟ ਹੈ, ਕਹਿੰਦੇ ਨੇ ਗੁਰ ਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ। ਸੋ ਹਾਂ, ਅਸੀਂ ਜਿਹੜੇ ਕਹਿ ਰਹੇ ਹਾਂ ਕਿ ਜੇ ਇਹਦੇ ਅੰਦਰ ਕਿਸੇ ਨੂੰ ਦੁੱਖ ਸੁੱਖ ਮਿਲਦਾ ਪੈਣਾ, ਸਾਨੂੰ ਇੱਕ ਭਰੋਸਾ ਤੇ ਲੈ ਕੇ ਆਉਣਾ ਹੀ ਪਏਗਾ ਕਿ ਉਹ ਰੱਬ ਅਨਿਆਏ ਨਹੀਂ ਕਰਦਾ। ਵੀ ਜਿਹੜਾ ਨਾ ਉਹ ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਪੂਜੇ ਸਭ ਭਾਓ, ਵੱਡੀ ਵਡਿਆਈ ਜਾਂ ਸੱਚ ਨੇ ਆਓ। ਉਹ ਮਾਲਕ ਜੋ ਕਰਦਾ ਹੈ ਨਾ, ਤੂੰ ਆਪਣਾ ਬੀਜਿਆ ਹੋਇਆ ਆਪ ਖਾਣਾ ਪਿਆ। ਤੈਨੂੰ ਪਤਾ ਨਹੀਂ ਕਦੋਂ ਬੀਜਿਆ ਸੀ ਨਾ। ਕਹਿੰਦੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਆਪਣੇ ਕੀਤੇ ਹੋਏ ਜਿਹੜੇ ਪੁਰਾਣੇ ਕਰਮ ਨੇ ਉਹਨਾਂ ਐਸ ਪਰ ਦੈਟ ਵੇਅਰ ਆਈ ਸਟੈਂਡ ਆਈ ਡੋਂਟ ਨੋ। ਹਾਂ, ਤੂੰ ਅਗਲਾ ਸਵਾਰ ਸਕਣਾ, ਤੂੰ ਜਿਹੜਾ ਹੁਣ ਤੋਂ ਅੱਗੇ ਵਾਲਾ ਜੋ ਮੈਂ ਭਰੋਸਾ ਲੈ ਕੇ ਆਣਾ ਪਏਗਾ ਕਿ ਜੋ ਮੈਂ ਹੁਣ ਮੈਨੂੰ ਮਿਲਦਾ, ਪਰ ਰੱਬ ਨੂੰ ਕੀ ਲੋੜ ਹੈ ਤੇਰੇ ਨਾਲ ਕੋਈ ਵਿਤਕਰਾ ਕਰਨ ਦੀ? ਸਾਡੀ ਔਕਾਤ ਕੀ? ਬੰਦਾ ਕਹਿੰਦਾ ਕਿ ਬਈ ਉਹ ਸਾਰੀ ਧਰਤੀ ਦੀ ਕੋਈ ਰੱਬ ਦੀ ਜੋ ਬਣਾਈ ਹੋਈ ਸ੍ਰਿਸ਼ਟੀ ਹੈ, ਉਹਦੇ ਧਰਤੀ ਦੀ ਕੋਈ ਔਕਾਤ ਨਹੀਂ ਹੈ। ਮਨੋ ਇਟ ਇਜ਼ ਨਾਟ ਇਵਨ ਅ ਸਪੈਕ। ਉਹਦੇ ਵਿੱਚ ਤੂੰ ਤੇਰੀ ਮਤਲਬ ਰੱਬ, ਤੂੰ ਜੇ ਉਹਨੂੰ ਕਹਿੰਦਾ ਨਾ ਨਿਰਵੈਰ, ਤੂੰ ਸ਼ਾਇਦ ਆਪਣੇ ਆਪ ਨੂੰ ਬਹੁਤ ਜਦੋਂ ਕਹਿੰਦਾ ਨਾ ਕਿ ਉਹਨੇ ਕੋਈ ਰੱਬ ਨਾਲ ਵੈਰ ਕਰਦਾ ਪਿਆ,
ਤੇ ਤੂੰ ਆਪਣੇ ਆਪ ਨੂੰ ਸ਼ਾਇਦ ਬਹੁਤ ਵੱਡਾ ਸਮਝਣਾ ਮੈਂ ਕਿ ਤੇਰੀ ਕੋਈ ਔਕਾਤ ਹੀ ਹੋਗੀ ਰੱਬ ਤੇਰੇ ਨਾਲ ਵੈਰ ਕਰੇ ਕੋਈ। ਰੱਬ ਦਾ ਬੇਸਿਕ ਸਬਾਨ ਅਸੀਂ ਉਹਨੇ ਰੱਬ ਨੇ ਸਾਨੂੰ ਕਰਮਾਂ ਦੇ ਬੰਧਨ ਤੋਂ ਆਜ਼ਾਦ ਕੀਤਾ ਹੋਇਆ। ਜੰਮਣ ਮਰਨਾ ਜਿਹੜਾ ਨਾ, ਜਦੋਂ ਜੰਮਣ ਮਰਨ ਦੀ ਗੱਲ ਆ ਜਾਏ ਕਹਿੰਦੇ ਜੰਮਣ ਮਰਨਾ ਹੁਕਮ ਹੈ ਭਾਣੇ ਆਵੇਗਾ, ਲੇਕਿਨ ਜਦੋਂ ਕਰਮਾਂ ਦੀ ਗੱਲ ਆ ਜਾਏਗੀ ਨਾ ਹੋਏਗੀ ਕਰਮੀ ਆਪੋ ਆਪਨੀ ਕੇ ਨੇੜੇ ਕੇ ਦੂ। ਸਾਡੇ ਆਪਣੇ ਕਿਤਨ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਨਾਮ। ਪੁਰਾਣਾ ਮੈਂ ਕੀ ਲਿਖ ਕੇ ਆਇਆ, ਮੇਰੇ ਬੈਂਕ ਬੈਲੈਂਸ ਵਿੱਚ ਕੀ ਪਿਆ ਹੋਇਆ ਹੈ ਉਹਦਾ ਮੈਨੂੰ ਹਜੇ ਪਤਾ ਨਹੀਂ, ਲੇਕਿਨ ਸਾਨੂੰ ਇਹ ਫੇਥ ਲੈ ਕੇ ਆਣਾ ਪਏਗਾ ਕਿ ਕਿਉਂਕਿ ਇਹ ਗੁਰੂ ਤੁਹਾਨੂੰ ਅਸੀਂ ਜਿਹੜੇ ਕਈ ਵਾਰ ਕਹਿੰਦੇ ਨੇ ਕਿ ਦ ਲਾਅ ਆਫ ਨੇਚਰ ਇਜ਼ ਦ ਵਿਲ ਆਫ ਗੋਡ, ਜਿਹੜਾ ਨੇਚਰ ਦੇ ਰੂਲਸ ਨੇ ਨਾ ਦੇ ਆਰ ਐਬਸੋਲੂਟਲੀ ਟੈਂਜੀਬਲ। ਜੇ ਮੈਂ ਕਹਿੰਦਾ ਮੈਂ ਇਹ ਚੀਜ਼ ਤੋਂ ਸੱਟੀ ਇਹ ਚੀਜ਼ ਹੇਠਾਂ ਗਿਰਦੀ ਪਈ, ਲਾਅ ਆਫ ਗ੍ਰੈਵਿਟੀ ਹੈ, ਵਿਲ ਆਫ ਗੋਡ ਵੀ ਹੈ, ਕੋਈ ਸ਼ੱਕ ਨਹੀਂ, ਲੇਕਿਨ ਜੇ ਮੈਂ ਇਹ ਕਹਾਂ ਜਿਸ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਈ ਭਲਾ, ਹੁਣ ਕੀ ਇਹ ਹੁਕਮ ਨਹੀਂ ਹੈ? ਇਹ ਵੀ ਤਾਂ ਹੁਕਮ ਹੈ, ਇਹ ਨਾਨ ਟੈਂਜੀਬਲ ਹੁਕਮ, ਇਹਨੂੰ ਤੁਸੀਂ ਪ੍ਰੂਵ ਕਰ ਸਕਦੇ ਹੋ। ਜਦੋਂ ਜੇ ਲਾਅ ਆਫ ਗ੍ਰੈਵਿਟੀ ਪ੍ਰੂਵ ਕਰਨਾ ਕਿੰਨਾ ਸੌਖਾ ਹੈ, ਜੇ ਬੰਦਾ ਕਿ ਲਾਅ ਆਫ ਗ੍ਰੈਵਿਟੀ ਹੈ, ਮੈਂ ਕੋਈ ਚੀਜ਼ ਬਾਲ ਉੱਤੇ ਚੁੱਕਾਂ ਉਹਨੂੰ ਹੇਠਾਂ ਸੱਟਾਂ ਹੇਠਾਂ ਗਿਰ ਜਾਏਗਾ, ਲੇਕਿਨ ਇਹ ਪ੍ਰੂਵ ਕਰਨਾ ਜਿਸ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਈ ਭਲਾ, ਨਿਮਕ ਕਾਮ ਸਵਾਦ ਕਾਰਨੇ ਕੋਟ ਜਨਮ ਦੁਖ ਪਾਏ। ਜਿਹੜੇ ਜੋ ਰੱਬੀ ਹੁਕਮ ਨੇ ਨਾ, ਜਿਨ੍ਹਾਂ ਦੀ ਸੋਝੀ ਸਾਨੂੰ ਗੁਰੂ ਕੋਲੋਂ ਮਿਲਦੀ ਹੈ, ਅਦਰਵਾਈਜ਼ ਇਹਨਾਂ ਨੂੰ ਗੁਰੂ ਤੁਹਾਨੂੰ ਇਹ ਵੀ ਕਹਿ ਜਾ ਰਿਹਾ ਵੀ ਜੋ ਮੈਂ ਕੀਆ ਸੋ ਮੈਂ ਪਾਇਆ, ਲੋੜੇ ਦਾਸ ਬਜੂਰੀਆ ਕਿਕਰ ਬੀਜੇ ਜੱਟ ਹੰਡੇ ਉਨ ਕਤਾਇਨ ਦਾ ਪੈਂਦਾ ਲੋੜੇ ਪੱਟ ਨਹੀਂ ਹੋਏਗਾ। ਜੇ ਤੂੰ ਬਿਜਨੌਰ ਦੇ ਦਰਾਖਸ਼ ਖਾਣਾ ਚਾਹਨਾ ਤੇ ਤੈਨੂੰ ਉਹ ਦਰਾਖਸ਼ ਬੀਜਣੇ ਪੈਣਗੇ, ਜੇ ਤੂੰ ਉਨ ਕੱਤੇਗਾ ਤੇ ਤੂੰ ਚਾਹਵੇਂ ਕਿ ਮੈਨੂੰ ਰੇਸ਼ਮ ਪਾਣ ਨੂੰ ਮਿਲ ਜਾਵੇ, ਪੋਸੀਬਲ ਨਹੀਂ। ਸੋ ਜੋ ਅਸੀਂ ਹੋ ਕੇ ਔਰੰਗਜ਼ੇਬ ਮਰ ਗਿਆ, 90 ਸਾਲ ਦਾ ਕੋਈ ਬਾਬਾ ਵੀ ਮਰ ਗਿਆ, ਅੱਛਾ ਜੀਵਨ ਬਤੀਤ, ਤੇ ਦੋਨਾਂ ਨਾਲ ਕੀ ਹੋਇਆ? ਕੁਛ ਨਹੀਂ, ਇੱਕੋ ਹੋਇਆ, ਕੰਮ ਖਤਮ ਹੋ ਗਿਆ ਦੋਨਾਂ ਦਾ। ਫਿਰ ਰੱਬ ਦਾ ਨਿਆਂ ਕਿੱਥੇ ਹੋਇਆ? ਇੱਕ ਬੱਚਾ ਪੈਦਾ ਹੋਇਆ ਪੰਗ, ਇੱਕ ਬੱਚਾ ਪੈਦਾ ਹੋਇਆ ਮੈਂਟਲੀ ਰਿਟਾਰਡਡ, ਇੱਕ ਬੱਚਾ ਪੈਦਾ ਹੋ ਰਿਹਾ ਬਿਲਕੁਲ ਵਧੀਆ, ਫਿਰ ਅੱਛੇ ਘਰ ਵਿੱਚ ਪੈਦਾ ਹੋ ਰਿਹਾ, ਅੱਛਾ ਮਾਪਿਓ ਦੀ ਕਈ ਬੱਚੇ ਨੇ ਵਿਚਾਰੇ ਬਚਪਨ ਸਾਰਾ ਰੁੱਲ ਜਾਂਦਾ। ਅਸੀਂ ਕਿਹੜੇ ਕਰਮ ਬੀਜ ਕੇ ਆਏ ਆ ਸਾਨੂੰ ਪਤਾ ਨਹੀਂ, ਲੇਕਿਨ ਸਾਨੂੰ ਇਹ ਫੇਥ ਤੇ ਸਾਨੂੰ ਲੈ ਕੇ ਆਣਾ ਪਏਗਾ ਕਿ ਰੱਬ ਅਨਿਆਏ ਨਹੀਂ ਕਰਦਾ। ਹਾਂ, ਅਸੀਂ ਵੀ ਕੈਨ ਡੂ ਵਨ ਥਿੰਗ, ਅਸੀਂ ਆਪਣਾ ਅੱਗਾ ਸਵਾਰ ਸਕਨੇ। ਉਹ ਅੱਗਾ ਸਵਾਰਨਾ ਵੀ ਕਿਵੇਂ? ਉਹ ਕੇਵਲ ਮਤਲਬ ਉਹ ਅੱਗਾ ਸਵਾਰਨ ਦੇ ਚੱਕਰ ਅੰਦਰ ਨਾ ਵੀ ਉਹ ਕਹਿੰਦਾ ਮਨ ਕਾਮਨਾ ਤੀਰਥ ਜਾਏ ਬਸ ਸਿਰ ਕਰਵਤ ਰਾਏ, ਕਿਸੇ ਨੇ ਸਮਝਾ ਦਿੱਤਾ ਹੋਣਾ ਹੈ ਕਿ ਵੀ ਇਸ ਤਰੀਕੇ ਨਾਲ ਵੀ ਕਾਸ਼ੀ ਜਾ ਕੇ ਕਰਵਤ ਨਾਲ ਆਪਣੇ ਆਪ ਨੂੰ ਕਟਵਾ ਲੇਗਾ ਤੇ ਸਵਰਗਾਂ ਨੂੰ ਚਲੇ ਜਾਏਗਾ। ਸਾਨੂੰ ਗੁਰੂ ਕੋਲੋਂ ਪੁੱਛਣਾ ਪਏਗਾ, ਜੋ ਜੀਵਨ ਜਾਚ ਸਾਨੂੰ ਗੁਰੂ ਦੇਣਾ ਚਾਹੁੰਦਾ ਨਾ, ਐਨੀ ਟਾਈਮ ਅਹੈਡ ਆਫ ਦਿਸ ਇਜ਼ ਅੱਗਾ। ਹੁਣ ਦਾ ਸਮਾਂ, ਇਸ ਤੋਂ ਪਿਛਲਾ ਸਮਾਂ ਜੋ ਹੋ ਗਿਆ ਉਹ ਤੇਰਾ ਪੂਰਨ ਜਨਮ ਜੋ ਤੂੰ ਇਸ ਤੋਂ ਪਹਿਲਾਂ ਕਰਕੇ ਆਇਆ, ਇਟ ਮੇ ਬੀ 10 years 50 years 200 years ਦੇ ਸਾਡੇ ਕਰਮ ਜਿਹਨੂੰ ਕਹਿੰਦੇ ਨੇ ਬੀਜ ਹੈ, ਬੀਜਾਂ ਦੇ ਫਲੀਭੂਤ ਹੋਣ ਸਮਾਂ ਵੱਖਰਾ ਵੱਖਰਾ ਹੁੰਦਾ ਹੈ। ਸਮ ਪਲਾਂਟਸ ਮੇ ਫਰੂਟੀਫਾਈ ਕਮ ਟੂ ਫਰੂਟੀਫਿਕੇਸ਼ਨ ਇਨ 7 days 10 days। ਮੇਥੀ ਵਗੈਰਾ ਲਗਾਓ ਤੁਸੀਂ ਕੀ 10-15 ਦਿਨਾਂ ਤੋਂ ਖੇਤੀ ਖਤਮ ਹੋ ਜਾਂਦੀ, ਤੇ ਜੇ ਟੀਕ ਦੀ ਪਲਾਂਟੇਸ਼ਨ ਕਰੋ ਤੇ 100 ਸਾਲ ਕਹਿੰਦਾ ਟੀਕ ਦੇ ਪਲਾਂਟੇਸ਼ਨ ਨੂੰ ਲੱਗਦਾ, ਲੇਕਿਨ ਤੇਰਾ ਅਕਾਊਂਟ ਜਲਦੀ ਆਂਦਾ ਪਿਆ। ਉਹ ਕਹਿੰਦਾ ਸਭਨਾ ਲਿਖਿਆ ਵੁੜੀ ਕਲਾਮ। ਵੁੜੀ ਕਲਾਮ ਕੀ ਹੈ? ਇਹ ਡਾਇਨਾਮਿਕ ਬੈਲੈਂਸ ਹੈ ਤੇਰਾ, ਜੋ ਰੱਬ ਜੋ ਤੂੰ ਕਰਮ ਕਰੀ ਜਾਣਾ ਪਿਆ ਨਾ, ਵੁਡੀ ਕਲਾਮ ਦਾ ਮਤਲਬ ਇੱਕ ਚਲਦੀ ਹੋਈ ਬੜੀ ਕਾਂਸਟੈਂਟ, ਤੂੰ ਕਰਮ ਕੀਤੇ ਉਹ ਰਿਕਾਰਡਡ, ਜੋ ਤੂੰ ਕਰਮ ਕੀਤੇ ਚੰਗੇ ਮਾੜੇ ਜੋ ਕੀਤੇ ਨਾ ਉਹ ਸਭ ਨਾਲ ਲਿਖਿਆ ਵੁਡੀ ਕਲਾਮ। ਉਹਦੇ ਆਧਾਰ ਦੇ ਉੱਤੇ ਰੱਬ ਨੇ ਤੈਨੂੰ, ਕਿਉਂਕਿ ਰੱਬ ਅਨਿਆਏ ਕਰਦਾ ਨਹੀਂ, ਹੋਰ ਰੱਬ ਦਾ ਬੰਦਾ ਕਹਿੰਦਾ ਅੱਛਾ ਉਹਨੇ ਫਲਾਣਾ ਨੇ ਕੀਤਾ ਸੀ ਉਹਨੂੰ ਹੈ, ਸਾਨੂੰ ਕੁਝ ਨਹੀਂ ਪਤਾ। ਜਿਹੜੇ ਅਸੀਂ ਲੋਕ ਗੱਲਾਂ ਕਰਨੇ ਸਾਨੂੰ ਕੁਝ ਸਾਡਾ ਜੀਵਨ ਕੈਸਾ ਗੰਦਾ ਹੈ, ਅਸੀਂ ਚੋਰ ਜੁਆਰ ਸਭ ਇਹ ਕਹਿਣਾ ਹੈ ਨਾ ਵੀ ਉਹਦੇ ਉਸ ਮਾਲਕ ਨੂੰ ਪਤਾ ਹੈ ਸਾਡਾ ਜੀਵਨ ਕੈਸਾ ਹੈ। ਸੋ ਇਹ ਕਹਿਣਾ ਕਿ ਫਲਾਣਾ ਰਾਗੀ ਸੀ, ਉਹ ਸੀ, ਉਹਦਾ ਜੀਵਨ ਚੰਗਾ ਸੀ, ਇੱਕ ਤੇ ਪਤਾ ਨਹੀਂ ਉਹ ਕਿਹੜੇ ਲੇਖ ਲਿਖ ਕੇ ਆਇਆ ਸੀ, ਪਰ ਅਲਟੀਮੇਟਲੀ ਕਿ ਫਾਈਨਲੀ ਡੈਥ ਨਹੀਂ ਆਣੀ, ਇਹ ਵੀ ਤਾਂ ਉਸ ਮਾਲਕ ਦੇ ਹੁਕਮ ਅੰਦਰ ਹੀ ਹੈ, ਉਹ ਤੇ ਆਣੀ। ਵੀ ਕੈਨ ਓਨਲੀ ਡੂ ਵਨ ਥਿੰਗ ਕਿ ਅਗਲਾ ਸਵਾਰ ਲਓ। ਜਿਹੜਾ ਹੁਣ ਜੋ ਤੈਨੂੰ ਸਮਾਂ ਮਿਲਿਆ ਹੈ ਨਾ, ਉਹ ਆਗੇ ਕੋ ਕੁਝ ਤੁਲਹਾ ਬਾਂਧੋ, ਕੁਝ ਅੱਗੇ ਵਾਸਤੇ ਨਾ ਕੁਝ ਸਵਾਰ ਲੈ, ਹੁਣ ਕੁਝ ਬੀਜ ਲੈ। ਜੋ ਤੈਨੂੰ ਪੁਰਾਣਾ ਹੋਇਆ ਸੀ ਪਤਾ ਨਹੀਂ ਕੀ ਬੀਜ ਕੇ ਆਇਆ ਸੀ, ਹੁਣ ਘੱਟੋ ਘੱਟ ਜਿਹੜਾ ਨਾ ਉਹ ਚੰਗੇ ਕਰਮ ਬੀਜ ਲੈ, ਤਾਂ ਕਿ ਤੈਨੂੰ ਅੱਗੇ ਜਿਹੜਾ ਨਾ ਇਹਦਾ ਕੋਈ ਹਰਜਾਨਾ ਨਾ ਭੁਗਤਣਾ। I don't know how much this answers the question.
बिल्कुल ठीक विचार कीती वीर जी आप जी ने। भुआ जी आप जी इस बाबत अपनी विचार रखियो। हाँ जी, देखो कि रब डज नॉट डिस्क्रिमिनेट, ही इज निर्वैर, he is not responsible for our sufferings or for our good deeds, he is not responsible। उन्होंने एक अपना लॉ सेट कर देता है, जो भी उस लॉ ਦੇ ਅੰਦਰ ਹੈਗਾ ਉਹ ਸੁੱਖ ਪਾਏਗਾ, ਜੋ ਲॉ ਤੋਂ ਬਾਹਰ ਚਲਾ ਜਾਏਗਾ ਉਹ ਦੁੱਖ ਪਾਏਗਾ। ਹੁਣ ਲॉ ਤੋਂ ਬਾਹਰ ਕੋਈ ਵੀ ਨਹੀਂ ਜਾਏਗਾ, ਸਰੀਰਕ ਨਹੀਂ ਜਾਏਗਾ, ਮਨ ਜਾਂਦਾ ਹੈ। ਸਾਡਾ ਮਨ ਜਿਹੜਾ ਨਾ ਉਹ ਨਹੀਂ ਮੰਨਦਾ, ਤਾਂ ਇਸ ਕਰਕੇ ਕਹਿੰਦੇ ਨੇ ਕਿ ਡੂ ਨਾਟ ਬਲੇਮ ਹਿਮ, ਉਹਦਾ ਇੱਕ ਲॉ ਸੈਟ ਹੋ ਚੁੱਕਾ ਹੈ। ਹੁਣ ਜਿਹੜਾ ਵੀ ਹੈਗਾ, ਫॉर एग्जांपल मैंने I am not supposed to have a progress in life, अगर ਮੈਨੂੰ ਇੱਕ progress नहीं मिलना, मैं success नहीं मिलना, ਹੁਣ बड़ी opportunities आ रही हैं, पर क्योंकि मेरे अपने कर्मा ਦੇ ਹਿਸਾਬ ਦੇ ਨਾਲ I am not supposed to manifest success, opportunities ਆਣਗੀਆਂ, ਪਰ ਉਹ ਐਸੀ ਖੇਡ ਹੁੰਦੀ ਹੈਗੀ ਹੈ ਕਿ ਮੈਂ ਉਸ opportunity ਨੂੰ ਨਹੀਂ ਲੈ ਪਾਉਂਦੀ। I cannot take that opportunity, मेरे अंदर कोई डर आ जाए, कोई चीज है कि मैं opportunity ਨੂੰ नहीं ले पावांगी, because success is not in my karmas, because I have sowed a bad seed। गलती किसदी? मेरी अपनी। opportunity ਤੇ आई हैगी, opportunities have come, but I am not able to accept it, मैं ਲੈ नहीं पा रही ਹਾਂ क्योंकि ਮੈਨੂੰ ਇੱਕ डर ਹੁੰਦਾ ਹੈ ਕਿਤੇ ਮੈਂ ਫੇਲ ਨਾ ਹੋ ਜਾਵਾਂ। ਦੂਸਰਾ ਬੰਦਾ ਜਿਹੜਾ ਹੈ ਉਸਨੂੰ ਵੀ opportunities ਆਈਆਂ ਹੈਗੀਆਂ, ਪਰ ਉਹਦੇ ਕਰਮਾਂ ਦੇ ਵਿੱਚ success ਹੈ, ਉਹਦੇ ਉਹ ਨਿਰ ਡਰ ਹੋ ਜਾਏਗਾ, ਉਹ ਨਿਰ ਡਰ ਹੋ ਕੇ ਆਪਣੇ ਬੀਜ ਦੇ ਹਿਸਾਬ ਦੇ ਨਾਲ ਉਹ opportunity ਨੂੰ ਲੈ ਲੇਗਾ। ਇੱਕ ਨੇ ਨਹੀਂ ਲਿੱਤਾ, ਇੱਕ ਨੇ ਲੈ ਲਿੱਤਾ, ਇੱਕ ਨੂੰ ਨਹੀਂ ਸਕਸੈਸ ਮਿਲਣਾ ਸੀ, ਇੱਕ ਨੂੰ ਸਕਸੈਸ ਮਿਲਣਾ ਸੀ, ਕਿਉਂਕਿ ਜਿਹੜਾ ਬੀਜਿਆ ਸੀ ਉਸਨੂੰ ਦਾ ਫਲ ਉਹੀ ਮਿਲਣਾ ਸੀ। So there's no blame game in the Almighty at all, all are playing in his own total law unto itself। ਉਹਦੇ ਹੁਕਮ ਦੇ ਅਨੁਸਾਰ ਅਸੀਂ ਚੱਲ ਰਹੇ ਹਾਂ ਕਿ ਅਗਰ ਤੂਨੇ you have sowed a seed of poison, ਤੁਹਾਨੂੰ ਪੋਇਜ਼ਨ ਹੀ ਮਿਲਣਾ ਹੈ। ਅਗਰ ਤੂਨੇ ਐਸਾ ਕੰਮ ਕੀਤਾ ਜਿੱਥੇ ਤੈਨੂੰ ਸਕਸੈਸ ਨਹੀਂ ਮਿਲਣਾ, ਤੂੰ ਟਹਿ ਟੇਰੀ ਹੋਣਾ ਹੈ, ਤੇ ਤੂੰ ਟਹਿ ਟੇਰੀ ਹੋਏਗਾ। ਓਪਰਚੁਨਿਟੀਜ਼ ਮਿਲਣਗੀਆਂ, ਪਰ ਮਨ ਦੀ ਐਸੀ ਅਵਸਥਾ ਹੁੰਦੀ ਹੈ ਕਿ ਯੂ ਕੈਨੋਟ ਐਕਸੈਪਟ ਇਟ। ਸੋ ਦੇयर इज नो blame game on the Almighty, blame is on us। ਅਸੀਂ ਆਪਣੇ ਪੈਰਾਂ ਤੇ ਆਪ ਕੁਲਹਾੜੀ ਮਾਰੀ ਹੈ, we are to be blamed for it, so no blame game at all। और अगर we say, and if we the humans are responsible, then why shouldn't we start any worldwide movement to uphold the will of Almighty? अगर ਤੁਸੀਂ ਕਹਿੰਦੇ ਹੋ ਕਿ ਬਈ ਅਸੀਂ ਹੁਣ ਕੁਝ ਸਟਾਰਟ ਕਰਨੇ on the movement of the will of Almighty, ਬਾਹਰ ਦੀ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹੋ, ਇਹ ਅੰਦਰ ਦੀ ਖੇਡ ਹੈਗੀ ਹੈ। ਤੁਹਾਨੂੰ ਆਪਣੇ ਅੰਦਰ you have to manifest the world of inside, ਜਿਸ ਦੇ ਅੰਦਰ ਤੁਹਾਨੂੰ ਨਾਮ ਨੂੰ ਸੋਧ ਕੇ ਆਪਣੀ ਚੜ੍ਹਦੀ ਕਲਾ ਵਿੱਚ ਰਹਿਣਾ। ਬਾਹਰ ਦੇ ਸੰਸਾਰ ਵਿੱਚ ਜੋ ਮਰਜ਼ੀ ਹੋ ਜਾਏ, maybe there's no success for you, maybe ਹੋ ਸਕਦਾ you cannot earn lot of money, ਪਰ ਅਗਰ ਅੰਦਰ ਦਾ ਸੰਸਾਰ ਚੜ੍ਹਦੀ ਕਲਾ ਵਿੱਚ ਹੋਏਗਾ ਤੇ ਤੁਹਾਨੂੰ ਥੋੜੀ ਜਿਹੀ ਕਮਾਈ ਵਿੱਚ ਵੀ ਬੜਾ ਸੁੱਖ ਮਿਲੇਗਾ। ਬਾਹਰ ਦੇ ਸੰਸਾਰ ਵਿੱਚ ਕੁਝ ਨਹੀਂ ਕਰ ਸਕਦੇ। that is the plan, that is the law unto itself the world is playing। So take your own responsibility, don't have blame game on anyone, don't blame the Almighty। blame किसनु करना है? अपने आप ਨੂੰ। please blame yourself। they say a line is always said, the sufferer is who? I। so the blame game goes on the sufferer, the blame game is on the sufferer। so stop blaming anyone, not anyone, not even the Almighty। किसी ਨੂੰ blame नहीं करना। those who suffer they are to be blamed, ਉਹਨਾਂ ਦਾ ਆਪਣਾ ਬੀਜਿਆ ਹੋਇਆ ਹੈ। ਸੋ ਸੰਸਾਰ ਵਿੱਚ ਦੇਖੋਗੇ everywhere, ਅਗਰ ਅਸੀਂ ਲੋਕਾਂ ਨੇ ਕਿਸੇ ਨੂੰ ਦੁੱਖ ਦਿੱਤਾ, ਅਸੀਂ ਕਿਸੇ ਦਾ ਹੱਕ ਮਾਰਿਆ, ਅਸੀਂ ਕਿਸੇ ਦੀ ਚੋਰੀ ਕੀਤੀ ਹੈਗੀ ਹੈ, ਉਹ ਫਲ ਤੇ ਮਿਲਣਾ ਹੀ ਮਿਲਣਾ ਹੈਗਾ, ਮਿਲਣਾ ਹੀ ਮਿਲਣਾ ਹੈਗਾ। ਫ੍ਰੀਕੁਐਂਸੀ ਵਰਕ ਕਰੇਗੀ ਔਰ ਅਸੀਂ ਦੇਖਾਂਗੇ ਕਿ ਸਾਹਮਣੇ ਉਹ ਚੀਜ਼ਾਂ ਹੋ ਰਹੀਆਂ। ਇੱਕ ਬੰਦਾ ਕਿਸੇ ਦਾ ਹੱਕ ਨਹੀਂ ਮਾਰਦਾ ਔਰ ਮੈਂ ਹੱਕ ਮਾਰ ਜਾਂਦੀ, ਕੋਈ ਮੇਰਾ ਹੱਕ ਆ ਕੇ ਮਾਰਦਾ, ਇਹ ਸਭ ਆਪਣਾ ਬੀਜਿਆ ਹੋਇਆ ਚੱਲ ਰਿਹਾ। ਯੂ ਕੈਨ ਨਾਟ ਪੁੱਟ ਰਿਸਪੌਂਸਿਬਿਲਿਟੀ ਔਨ ਐਨੀਵਨ ਐਲਸ, ਟੇਕ ਦ ਰਿਸਪੌਂਸਿਬਿਲਿਟੀ। ਹਾਂਜੀ जी बुआ जी बिल्कुल सच किया। दद्दा दोष ना दीजिए, दोष कर्मा अपने, जो मैं किया सो मैं पाया। दोष ना बुआ जी दीजिए, बिल्कुल सच किया आप जी, दोष ना दीजिए अवर करना, बिल्कुल सच किया बुआ जी। उसका हुक्म ते वर्त रहा, उस हुक्म ਨੂੰ ਅਸੀਂ ਸਮਝਣਾ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ 부ਝੇ ਤਾਂ ਹੋਮੇ ਕਹੇ ਨਾ ਕੋਈ। ਅਸੀਂ ਹੁਕਮ ਨੂੰ ਸਮਝਦੇ ਨਹੀਂ ਆ,
ਅਸੀਂ ਸਮਝਦੇ ਹਾਂ ਕਿ ਹੁਕਮ ਤੇ ਵਰਤ ਰਹੇ ਹਾਂ, ਲੇਕਿਨ ਅਸੀਂ ਆਪਣੇ ਮੁਤਾਬਕ ਉਸ ਹੁਕਮ ਨੂੰ ਮੋਲਡ ਕਰ ਲੈਂਦੇ ਹਾਂ। ਅਸੀਂ ਆਪਣੇ ਮੁਤਾਬਕ ਜੀਵਨ ਡਾਇਵਰਟ ਕਰ ਲੈਂਦੇ ਹਾਂ ਤੇ ਸਮਝਦੇ ਹਾਂ ਕਿ ਉਹ ਸਹੀ ਹੈਗਾ। ਨਹੀਂ, ਬਿਲਕੁਲ ਬਾ ਕਮਾਲ ਵਿਚਾਰ ਦਿੱਤੀ ਭੂਆ ਜੀ ਆਪ ਜੀ ਨੇ। इकबाल जी आप जी विचार देना चाहोगे इस बाबत या ਅਸੀਂ नेक्स्ट क्वेश्चन ले लिए? नेक्स्ट क्वेश्चन बहुत सोहना विचार देती है। ठीक है जी, धन्यवाद। हरप्रीत जी आप जी ਕੋਲ ਯੈਸ ਨਵਾਂ ਕੁਐਸਚਨ ਆ ਗਿਆ ਹੈ। परमजीत अंकल जी ਦਾ क्वेश्चन ਸੀਗਾ, मैं ਉਹਨਾਂ ਨੂੰ ਆਡੀਓ ऑन कर ਰਿਹਾ। अंकल जी आप जी इस बाबत की क्वेश्चन पूछना चाहते हो? परमजीत अंकल, परमजीत सिंह रघुबीर कौर अंकल, आप जी की ऑडियो ऑन की थी अंकल। आप जी शब्द हाँ ਦੀ जी ਵਿਚਾਰ ਵੀਰ ਜੀ, ਕਰ ਬਸ ਰਹੇ अर्थ हाँ शब्द ਦੀ ਵਿਚਾਰ ਵੀ ਨਹੀਂ ਚਾਹੁੰਦੇ ਸੀ। इहो शब्द है ना, गौड़ी महला पंजवा। हाँ जी हाँ जी गरीबा जी हाँ जी हाँ जी। हरविंदर जी आप जी इस शब्द की गरीबा ऊपर जे इकबाल दाढ़ी इकबाल जी पहले आप जी दियो। जी जी ठीक है, इकबाल जी आप जी पहले विचार दियो इस शब्द की, फिर ਅਸੀਂ ਹਰਵਿੰਦਰ ਜੀ ਤੋਂ ਫਿਰ ਭੂਆ ਜੀ ਤੋਂ ਲੈ ਲਾਂਗੇ। गरीबों पर जे गरीबों पर जे पार ब्रह्म सागन में साड़ी। आवाज ठीक आ रही है? कुछ बिल्कुल आ रही है जी। गरीबों पर जे खिंजे दाड़ी, ਇਹ ਗੌੜੀ ਰਾਗ ਦਾ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ। ਜਿਹੜੀ ਦਾੜੀ ਭਾਵ ਜਿਹੜਾ ਮੁੱਖ ਗਰੀਬਾਂ ਦੇ ਉੱਪਰ ਖਿੱਚਦਾ ਹੈ, ਦਾੜੀ ਤੋਂ ਭਾਵ ਮੁੱਖ ਹੈ ਵੀ ਜਿਹੜਾ ਮੁੱਖ ਗਰੀਬਾਂ ਨੂੰ ਗਾਲਾਂ ਕੱਢਦਾ, ਮੰਦਾ ਬੋਲਦਾ, ਜਾਂ ਉਹਨੂੰ ਬੁਰੇ ਸ਼ਬਦਾਂ ਦੀ ਵਰਤੋਂ ਕਰਦਾ ਹੈ, ਖਿੱਚਦਾ ਉਹਦੇ ਉੱਤੇ। ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪਾਰ ਬ੍ਰਹਮ ਉਸ ਮੁੱਖ ਨੂੰ ਸਾੜ ਦਿੰਦਾ। ਭਾਵ ਉਸ ਮੁੱਖ ਦਾ ਜਿਹੜਾ ਹੰਕਾਰ ਹੈ, ਜਿਸ ਹੰਕਾਰ ਵਿੱਚ ਆ ਕੇ ਉਹ ਦੂਜਿਆਂ ਨੂੰ ਦੁਖੀ ਕਰਦਾ ਹੈ, ਪ੍ਰਮਾਤਮਾ ਜਿਹੜਾ ਉਸ ਮਨੁੱਖ ਦਾ ਹੰਕਾਰ ਤੋੜ ਦਿੰਦਾ ਹੈ। ਕਿਉਂਕਿ ਪ੍ਰਮਾਤਮਾ ਕੋਲ ਜਿਹੜੀ ਸਮਰੱਥਾ ਹੈ ਉਹ ਇਹੀ ਹੈ ਵੀ ਉਹ ਜੋ ਜੀਵ ਚਿੱਤਰਦਾ, ਉਹ ਮਾੜਾ ਚਿੱਤਰਦਾ, ਚੰਗਾ ਚਿੱਤਰਦਾ ਹੈ। ਪਰ ਜਦੋਂ ਪ੍ਰਮਾਤਮਾ ਦੇ ਭਗਤਾਂ ਤੇ ਕੋਈ ਚੋਟ ਪਹੁੰਚਾਉਂਦਾ ਤੇ ਫਿਰ ਉਹ ਪ੍ਰਮਾਤਮਾ ਜਿਹੜਾ ਹੈ ਉਸ ਦੀ ਰੱਖਿਆ ਕਰਦਾ ਹੈ। ਉਸ ਰੱਖਿਆ ਦੇ ਵਿੱਚ ਪ੍ਰਮਾਤਮਾ ਜਿਹੜਾ ਫਿਰ ਉਸ ਜਿਹੜਾ ਅਟੈਕਰ ਹੈ, ਜਿਹੜਾ ਸ਼ਬਦ ਵੀ ਆਉਂਦਾ ਹੈ ਜਿਹੜਾ ਸੂਲੀ ਤੇ ਉਹ ਚਲੋ ਵਿਸਰ ਗਿਆ ਮੈਨੂੰ, ਉਸ ਅਟੈਕਰ ਦਾ ਜਿਹੜਾ ਮੁੱਖ ਹੈ, ਜਿਹੜੀ ਦਾੜੀ ਹੈ, ਜੋ ਜੀਵ ਬੋਲਦਾ ਹੈ ਗਰੀਬ ਨਿਤਾਣਿਆਂ ਦੇ ਉੱਪਰ, ਨਿਆਸਰਿਆਂ ਦੇ ਉੱਪਰ ਜਾਂ ਭਗਤਾਂ ਦੇ ਜਿਹੜੇ ਪ੍ਰਮਾਤਮਾ ਦਾ ਹੀ ਕੇਵਲ ਆਸਰਾ ਰੱਖਦੇ ਹਨ, ਉਹਨਾਂ ਤੇ ਜੋ ਵੀ ਜੀਵ, ਜਿਹੜਾ ਵੀ ਦੁਸ਼ਮਣ ਉਸ ਨੂੰ ਮਾੜਾ ਬੋਲਦਾ ਹੈ, ਪ੍ਰਮਾਤਮਾ ਉਸ ਦਾ ਮਨੋਬਿਰਤੀ ਕਰਕੇ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਉਹ ਮੁੱਖ ਨੂੰ ਲਾਹਨਤਾਂ ਪਵਾ ਦਿੰਦਾ ਹੈ ਕਿਸੇ ਨਾ ਕਿਸੇ ਕਾਰਨ। ਉਹ ਜਦੋਂ ਫਿਰ ਜਾਂ ਉਹ ਆਪਣੇ ਪ੍ਰੋਸੈਸ ਦੇ ਵਿੱਚ ਵੀ ਆਪ ਵੀ ਬੋਲਣ ਤੋਂ ਬਾਅਦ ਇੰਨਾ ਸ਼ਰਮਿੰਦਾ ਹੁੰਦਾ ਹੈ ਕਿ ਉਹ ਜਿਹੜਾ ਜੀਵ ਹੈ ਬੋਲਣ ਵਾਲਾ, ਉਹ ਫਿਰ ਜਿਸ ਨੂੰ ਬੋਲਿਆ ਹੁੰਦਾ ਉਹਦੇ ਕੋਲ ਜਾ ਕੇ ਮਾਫੀਆਂ ਵੀ ਮੰਗਦਾ ਹੈ, ਜੇ ਉਹ ਜੀਵ ਦੇ ਅੰਦਰ ਸੱਚ ਦੀ ਬਿਰਤੀ ਹੋਈ। ਪਰ ਜਿਹੜਾ ਜ਼ੁਲਮੀ ਬੰਦਾ ਹੁੰਦਾ ਹੈ ਉਹਨੂੰ ਵੀ ਪ੍ਰਮਾਤਮਾ ਸਜ਼ਾ ਦੇਣ ਦਾ ਪੂਰਾ ਆਪਣਾ ਜਿਹੜਾ ਹੈਗਾ ਸਿਧਾਂਤ ਹੈ, ਨਿਯਮ ਹੈ, ਉਹਦੇ ਵਿੱਚ ਰੱਖ ਕੇ ਉਹਨੂੰ ਸਾੜਦਾ ਹੈ। ਪੂਰਾ ਨਿਆਂ ਕਰੇ ਕਰਤਾਰ, ਕਿਉਂਕਿ ਉਹ ਨਿਆਂ ਕਰਦਾ ਹੈ। ਜੇ ਗਰੀਬ ਸਮਰੱਥਾ ਵਾਲਾ ਕੋਈ ਬੰਦਾ ਜਾਂ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਹੁਣ ਜਿਹੜਾ ਤਾਕਤਵਰ ਬੰਦਾ ਹੈ ਉਹਦੇ ਨਾਲ ਮੁਕਾਬਲਾ ਤਾਕਤਵਰ ਦਾ ਹੁੰਦਾ, ਫਿਰ ਕੋਈ ਰੋਸ ਨਹੀਂ ਹੁੰਦਾ। ਪਰ ਜਿਹੜਾ ਗਰੀਬ ਦੇ ਉੱਪਰ ਤਾਕਤਵਰ ਜ਼ੁਲਮ ਢਾਉਂਦਾ ਹੈ, ਫਿਰ ਪ੍ਰਮਾਤਮਾ ਉਸਨੂੰ ਪੂਰਾ ਨਿਆਂ ਕਰਦਾ, ਉਸਦੀ ਰਾਖੀ ਕਰਦਾ, ਉਸਨੂੰ ਦੰਡਿਤ ਵੀ ਕਰਦਾ, ਜਿਵੇਂ ਕੋਰਟਾਂ ਕਰਦੀਆਂ ਹਨ। ਇਸੇ ਤਰ੍ਹਾਂ ਪ੍ਰਮਾਤਮਾ ਦੀ ਕੋਰਟ ਵੀ ਹੈਗੀ ਹੈ, ਕਚਹਿਰੀ ਵੀ ਹੈਗੀ ਹੈ, ਜਿਹਦੇ ਵਿੱਚ ਉਹ ਆਪਣਾ ਪੂਰਾ ਨਿਆਂ ਕਰਦਾ ਹੈ ਤੇ ਉਸ ਪਾਪੀ ਨੂੰ ਸਜ਼ਾ ਦਿੰਦਾ ਹੈ। ਆਪਣੇ ਦਾਸ ਤੋਂ ਰੱਖਣਾ, ਫਿਰ ਜਿਹੜਾ ਪ੍ਰਮਾਤਮਾ ਆਪਣੇ ਦਾਸ ਦੀ ਰੱਖਿਆ ਕਰਦਾ ਹੈ, ਉਸਨੂੰ ਆਤਮਿਕ ਬਲ ਦਿੰਦਾ ਹੈ, ਉਸਨੂੰ ਸੰਸਾਰ ਦੇ ਵਿੱਚ ਐਸੀ ਬੇਦਕਾਰ ਬਣਾ ਦਿੰਦਾ ਹੈ ਕਿ ਉਸਨੂੰ ਪੂਰਾ ਜਿਹੜਾ ਨਿਆਂ ਗਰੀਬ ਨੂੰ ਉਹ ਮਿਲ ਜਾਂਦਾ।
ਆਦ ਜੁਗਾਦ ਪ੍ਰਗਟ ਪ੍ਰਤਾਪ, ਕਿਉਂਕਿ ਪ੍ਰਮਾਤਮਾ ਜਿਹੜਾ ਹੈ ਉਹ ਆਦ ਤੋਂ ਲੈ ਕੇ ਯੁਗਾਂ ਤੋਂ ਲੈ ਕੇ ਪ੍ਰਗਟ ਹੁੰਦਾ ਹੈ। ਕਿਉਂਕਿ ਜਦੋਂ ਨਾਮਦੇਵ ਜੀ ਨੂੰ ਜਾਂ ਕਬੀਰ ਸਾਹਿਬ ਨੂੰ ਵੀ ਜਦੋਂ ਮੌਕੇ ਦੀ ਹਕੂਮਤ ਨੇ ਉਹਨਾਂ ਨੂੰ ਦੰਡਿਤ ਕਰਦੇ ਆ, ਉਹਨਾਂ ਤੇ ਜ਼ੁਲਮ ਢਾਉਂਦੇ ਆ, ਫਿਰ ਕਿਸੇ ਨਾ ਕਿਸੇ ਵਿਧੀ ਦੇ ਰਾਹੀਂ ਪਰਮਾਤਮਾ ਆਪਣੀ ਕਲਾ ਵਰਤਾ ਕੇ ਉਹਨਾਂ ਸੁਲਤਾਨਾਂ ਦੇ, ਉਹਨਾਂ ਰਾਜਿਆਂ ਦੇ, ਉਹਨਾਂ ਸਰਕਾਰਾਂ ਦੇ ਮੂੰਹ ਮੋੜ ਦਿੰਦਾ ਤੇ ਭਗਤਾਂ ਦੀ ਵਡਿਆਈ ਹੁੰਦੀ, ਭਗਤਾਂ ਦੀ ਜੈ ਜੈਕਾਰ ਦਾ ਜਿਹੜਾ ਵਸੀਲਾ ਕਿਸੇ ਨਾ ਕਿਸੇ ਢੰਗ ਨਾਲ ਉਹ ਬਣ ਜਾਂਦਾ ਹੈ। ਇਹ ਢੰਗ ਜਿਹੜਾ ਹੈਗਾ ਉਹਦੀ ਆਪਣੀ ਕਲਾ ਹੁੰਦੀ ਆ, ਜਿਹਦੇ ਵਿੱਚ ਕੋਈ ਵੀ ਨਿਯਮ ਲਾਗੂ ਨਹੀਂ ਹੁੰਦਾ। ਕੁਦਰਤ ਵਿੱਚ ਨਿਯਮ ਲਾਗੂ ਹਨ, ਬਿਲਕੁਲ ਪ੍ਰੋਸੈਸ ਉਸੇ ਤਰ੍ਹਾਂ ਹੀ ਹੋਵੇਗਾ ਜੋ ਕੁਦਰਤ ਦਾ ਨਿਯਮ ਹੈ, ਪਰ ਕਰਤਾਰ ਇਸ ਨਿਯਮ ਦਾ ਵੱਜਾ ਨਹੀਂ, ਰੱਬ ਇਸ ਨਿਯਮ ਦਾ ਵੱਜਾ ਨਹੀਂ। ਜਿਸ ਵੀ ਭਗਤ ਨੂੰ ਉਸਨੇ ਵਡਿਆਈ ਦੇਣੀ ਹੈ, ਧਨਤਾ ਦੇਣੀ ਹੈ, ਬਚਾਉਣਾ, ਉਹ ਕੋਈ ਵੀ ਅਨ ਸਿਧਾਂਤ ਤੋਂ ਬਾਹਰ ਜਾ ਕੇ ਵੀ ਉਸਦੀ ਰੱਖਿਆ ਕਰ ਸਕਦਾ, ਜਿਹੜੀ ਅਸੀਂ ਕਦੀ ਸੋਚੀ ਵੀ ਨਹੀਂ ਹੁੰਦੀ। ਸੋ ਆਦ ਜੁਗਾਦ ਪ੍ਰਗਟ ਪ੍ਰਤਾਪ ਹਮੇਸ਼ਾ ਹੀ ਅੱਜ ਜੋ ਭਗਤ ਪਾਇਆ ਭੈਜ ਰੱਖਦਾ ਰਾਮ ਰਾਜੇ, ਉਹ ਹਮੇਸ਼ਾ ਹਰ ਯੁੱਗ ਦੇ ਵਿੱਚ ਉਹ ਪ੍ਰਗਟ ਹੋ ਜਾਂਦਾ ਹੈ। ਉਹਦਾ ਜਿਹੜਾ ਪ੍ਰਤਾਪ ਹੈ ਉਸ ਭਗਤ ਨੂੰ ਮਿਲ ਜਾਂਦਾ। ਨਿੰਦਕ ਨੂੰ ਕੁਝ ਪ੍ਰਤਾਪ, ਪਰ ਜਿਹੜਾ ਦੂਜੇ ਪਾਸੇ ਨਿੰਦਾ ਕਰਨ ਵਾਲਾ ਮਨੁੱਖ ਹੁੰਦਾ ਹੈ, ਵਿਕਾਰੀ ਮਨੁੱਖ ਹੁੰਦਾ ਹੈ, ਉਹ ਆਤਮਕ ਮੌਤੇ ਮਰਿਆ ਰਹਿੰਦਾ। ਉਪਜ ਨਿੰਦਕ ਹੋਆ ਉਪਜ ਵੱਡ ਤਾਪ, ਤਾਪ ਦੇ ਕਾਰਨ। ਤਾਪ ਕੀ ਹੈ? ਦੁੱਖ ਕਲੇਸ਼ ਹੈ। ਜਦੋਂ ਨਿੰਦਕ ਬਣ ਜਾਂਦਾ ਤਾਂ ਉਹਨੂੰ ਦੁੱਖ ਕਲੇਸ਼ ਪੈ ਜਾਂਦੇ ਹਨ, ਭਾਵ ਉਹਦੇ ਉੱਪਰ ਦੁੱਖ ਕਲੇਸ਼ ਆ ਪਹੁੰਚਦੇ ਹਨ। ਤਿੰਨ ਮਾਰਿਆ ਜੇ ਰੱਖੇ ਨਾ ਕੋਈ, ਤਿੰਨ ਉਸ ਪਰਮਾਤਮਾ ਨੇ ਮਾਰਿਆ ਜਿਸ ਦੇ ਮਾਰੇ ਨੂੰ ਕੋਈ ਵੀ ਰੱਖ ਨਹੀਂ ਸਕਦਾ। ਕਿਉਂਕਿ ਪਰਮਾਤਮਾ ਦਾ ਦੁਕਾਰਿਆ ਹੋਇਆ ਕੋਈ ਵੀ ਸ਼ਬਦ ਆਉਂਦਾ ਵੀ ਕੋਈ ਵੀ ਉਸ ਦੀ ਪ੍ਰੋੜਤਾ ਨਹੀਂ ਕਰਦਾ, ਜਿਸਨੂੰ ਗੁਰੂ ਨਾਨਕ ਦੇ ਦਰ ਤੋਂ ਦੁਕਾਰ ਮਿਲ ਜਾਂਦੀ ਹੈ, ਉਸ ਦੀ ਰੱਖਿਆ ਕੋਈ ਹੋਰ ਕੋਈ ਨਹੀਂ ਕਰ ਸਕਦਾ। आगे पास जी सॉरी डिस्टर्बेंस बहुत आ रही है आप जी दी उधर डिस्टर्बेंस आ रही है जी बोलिए हुन नहीं आवाज नहीं आ रही लेकिन आपने हमें वीडियो बंद करके देख लो, शायद वीडियो बिट कट हो जाएगा ना, तो शायद ऑडियो क्लियर हो जाए शायद। नहीं पर विजी आप वीडियो ऑफ करके एक बार ट्राई करो, एक बार इकबाल विजी। हमिंदर विजी आप जी करो विचार, शायद नेटवर्क प्रॉब्लम है। ਇੱਥੇ ਵੀ ਜਿਹੜਾ ਇਸ ਤੋਂ ਪਹਿਲਾਂ ਵਾਲਾ ਸਵਾਲ ਸੀ, ਜਿਹੜਾ ਹੁੰਦਾ ਵੀ ਜਿਹੜਾ ਸ਼ਬਦ ਹੈ ਨਾ, ਵੀ ਗੁਰਮਤਿ ਦੇ ਸਿਧਾਂਤ ਜਿਹੜੇ ਨਾ ਬਾਰ-ਬਾਰ ਰਿਪੀਟ ਹੋਣੇ ਹੀ ਨੇ। ਉਹ ਜੋ ਬੀਜੇਗਾ ਨਾ ਉਹ ਤੈਨੂੰ ਖਾਣਾ ਪਏਗਾ, ਜੋ ਬੀਜੇ ਸੋ ਖਵਲਾਵੇਗਾ। ਹਾਂ, ਉਹ ਕਹਿੰਦੇ ਕਰਮ ਭੂਮੇ ਬੋ ਨਾਮ ਬੀਜੋ, ਕੀ ਨਾਮ ਨੂੰ ਬੀਜੋ। ਰੱਬੀ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚੋਂ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾ। ਤੇ ਜੇ ਇੱਥੇ ਫਿਰ ਗੁਰੂ ਸਾਹਿਬ ਤੁਹਾਨੂੰ ਫਿਰ ਇੱਕ ਫੈਸਲਾ ਦਿੰਦੇ ਨੇ, ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਤੂੰ ਵਾਚਮੈਨ ਨੂੰ ਤੇ ਡਾਡਾ ਹੋ ਕੇ ਗੱਲ ਕਰਨਾ ਹੈ, ਤੂੰ ਉਹ ਕਿਉਂ? ਵਿਚਾਰਾ ਗਰੀਬ ਬੰਦਾ ਹੈ, ਤੂੰ ਕੁਝ ਕਹਿ ਨਹੀਂ ਸਕਦਾ। ਤੂੰ ਉਹਨਾਂ ਨੇ ਮਾਨਿਆ ਨਿਤਾਨਿਆਂ ਦੇ ਉੱਤੇ ਆਪਣਾ ਜ਼ੋਰ ਅਜਮਾਨਾ ਹੈ, ਕਿਸੇ ਅਮੀਰ ਬੰਦੇ ਤੋਂ ਜਮਾ ਕੇ ਦਿਖਾ ਨਾ। ਜਿਹੜੇ ਉਹ ਬੰਦੇ ਗਰੀਬਾਂ ਉੱਪਰ, ਜ਼ਰੂਰੀ ਨਹੀਂ ਕਿ ਮਾਲਿਕ ਤੌਰ ਤੇ ਵੀ, ਕਈ ਵਾਰ ਅਸੀਂ ਤਾਂ ਪੁਲਿਸ ਕੋਲ ਜਾਂਦੇ ਹਾਂ, ਪੁਲਿਸ ਨੂੰ ਪਤਾ ਹੈ ਕਿ ਵਿਚਾਰਾ ਬੰਦਾ ਫਸਿਆ ਹੋਇਆ, ਭਾਵੇਂ ਹੁਣ ਆਈ ਮੇ ਬੀ ਵੈਰੀ ਰਿਚ, ਬਟ ਪੁਲਿਸ ਨੂੰ ਪਤਾ ਹੈ ਕਿ ਵਿਚਾਰਾ ਹੁਣ ਮੇਰੇ ਹੇਠਾਂ ਦਬਿਆ। ਅਸੀਂ ਕਿਸੇ ਸਮਾਜਿਕ ਕੰਮ ਵਾਸਤੇ ਵੀ ਜਾਂਦੇ ਹਾਂ ਨਾ, ਅਗਲੇ ਬੰਦੇ ਨੂੰ ਪਤਾ ਹੁੰਦਾ ਕਿ ਇਹਦਾ ਮੇਰੇ ਤੋਂ ਬਿਨਾਂ ਹੁਣ ਸਰਨ ਵਾਲਾ ਨਹੀਂ। ਫਿਰ ਉਹ ਤੁਹਾਡੇ ਉੱਤੇ ਨਾ ਸਾਰਾ ਉਹ ਮੁਸ਼ਕਿਲ ਹੈ, ਨਹੀਂ ਹੋ ਪਾਏਗਾ, ਇਤਨਾ ਟਾਈਮ ਲੱਗਦਾ ਹੈ, ਇਹ ਹੈ ਉਹ ਹੈ। ਜਾਂ ਅਸੀਂ ਉਂਝ ਵੀ ਕਹਿ ਲਈਏ ਵੀ ਜਿਹੜੇ ਉਂਝ ਗਰੀਬ ਨੇ, ਅਸੀਂ ਉਹਨਾਂ ਉੱਤੇ ਨਾ ਅਸੀਂ ਬਿਲਕੁਲ ਬਦਸਲੂਕੀ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆਉਂਦੇ ਹਾਂ, ਐਜ਼ ਇਫ ਦੇ ਆਰ ਜਸਟ ਨਾਟ ਹਿਊਮਨ ਬੀਇੰਗਸ। ਤੇ ਗੁਰੂ ਸਾਹਿਬ ਤੁਹਾਨੂੰ ਬਿਲਕੁਲ ਕਲੀਅਰ ਇਹ ਕਹਿ ਲਓ, ਫਿਰ ਇੱਕ ਹੁਕਮ ਦੇ ਨਾਲ ਸਾਂਝ ਪਾਉਂਦੇ ਪਏ ਨੇ। ਕਹਿੰਦੇ ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਕਹਿੰਦੇ ਨੇ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਰੱਬ ਨੇ ਐਸਾ ਤੇਰੇ ਨਾਲ, ਜੇ ਤੂੰ ਇਹ ਕੰਮ ਕੀਤਾ, ਜੇ ਤੂੰ ਮਾਇਕ ਤੌਰ ਤੇ ਜਾਂ ਹਾਲਾਤਾਂ ਦੇ ਤੌਰ ਦੇ ਉੱਤੇ ਜੇ ਕੋਈ ਗਰੀਬ ਬੰਦਾ ਹੈ, ਕਹਿੰਦਾ ਮੈਂ ਤੇਰੇ ਕੋ ਦਿਖਾਤਾ ਹੂੰ, ਮੈਂ ਆ ਤਾਂ ਮੈਂ ਇੱਥੇ ਕਰਕੇ ਦਿਖਾ ਦੇਵਾਂਗਾ। ਕਹਿੰਦੇ ਗਰੀਬਾਂ ਉੱਪਰ ਜੇ ਖਿੰਝੇ ਦਾੜੀ,
ਰੱਬ ਦਾ ਨਿਆਂ ਕੀ ਹੈ? ਕਹਿੰਦੇ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਰੱਬ ਹੁਣ ਇੱਥੇ ਅਗਨ ਮੈਂ ਸਾੜੀ ਤੋਂ ਜ਼ਰੂਰ ਨਹੀਂ ਕਿ ਉਹਨੂੰ ਅੱਗ ਲੱਗ ਕੇ, ਲੇਕਿਨ ਉਹਦਾ ਜੀਵਨ ਜਿਹੜਾ ਹੈ ਨਾ ਉਹ ਸੜਦਾ ਬਲਦਾ ਹੀ ਰਹੇ। ਕਹਿੰਦੇ ਪੂਰਾ ਨਿਆਂ ਕਰੇ ਕਰਤਾਰ। ਉਹ ਰੱਬ ਹੈ ਹੀ ਐਸਾ, ਵੱਡੀ ਵਡਿਆਈ ਜਾਂ ਸੱਚ ਨਿਆਂ। ਕਹਿੰਦੇ ਉਹ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਉਹ ਨਿਆਏ ਤੋਂ ਬਿਨਾਂ ਹੋਰ ਕੁਝ ਕਰਦਾ ਹੀ ਨਹੀਂ। ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੂਝੈ ਸਭ ਪਾਓ। ਉਹ ਤੇਰੇ ਅੰਦਰ ਦੀ ਤੂੰ ਦੁਨੀਆ ਕੋਲ ਛੁਪਾ ਸਕਣਾ। ਕਹਿੰਦਾ ਮਾਨਸਾ ਕੀਆਂ ਦੀਵਾਨੋਂ ਕੋਈ ਨਸ ਭੱਜ ਨਹੀਂ ਸਕਦਾ। ਦੁਨਿਆਵੀ ਤੌਰ ਦੇ ਉੱਤੇ ਕੋਈ ਚੰਗਾ ਮੰਦਾ ਕੰਮ ਕਰਕੇ ਨਾ ਨਿਕਲ ਸਕਦਾ ਹੈ, ਰਿਸ਼ਵਤ ਦੇ ਸਕਦਾ ਹੈ, ਵਟ ਐਵਰ ਮੀਨਸ ਦੇ ਨਾਲ। ਹਰ ਦੀਵਾਨੋਂ ਕੋ ਕਿੱਥੇ ਜਾਇਆ, ਉਸ ਦੇ ਦੀਵਾਨ ਤੋਂ ਕੋਈ ਜਿਹੜਾ ਨਾ ਉਹ ਭੱਜ ਨਹੀਂ ਸਕੇਗਾ। ਪੂਰਾ ਨਿਆਂ ਕਰੇ ਕਰਤਾਰ, ਆਪਣੇ ਦਾਸ ਕੋ ਰੱਖਣਾ। ਅਸੀਂ ਡਸ ਇਟ ਨਾਟ ਗਿਵ ਅਸ ਫੇਥ ਕਿ ਬਈ ਤੂੰ ਰੱਬ ਦੇ ਕਰਮ ਵਾਲੇ ਪਾਸੇ ਟੁਰ ਜਾ। ਅੱਜ ਕਈ ਵਾਰ ਅਸੀਂ ਕਿਸੇ ਸਿਧਾਂਤ ਦੇ ਉੱਤੇ ਖਲੋਣਾ ਹੋਵੇ ਨਾ ਤੇ ਵੀ ਫੀਲ ਕਿ ਨਹੀਂ ਯਾਰ ਅਗਲਾ ਪੱਖ ਬੜਾ ਸਟਰੋਂਗ ਹੈ, ਵੀ ਮੈਂ ਇਹਨੂੰ ਫੇਸ ਨਹੀਂ ਕਰ ਪਾਵਾਂਗਾ, ਵੀ ਅਗਲਿਆਂ ਦੀ ਗਿਣਤੀ ਬਹੁਤ ਵੱਡੀ ਹੈ, ਅਗਲਿਆਂ ਕੋਲ ਤਾਕਤ ਬਹੁਤ ਵੱਡੀ ਹੈ, ਵੀ ਅਗਲੇ ਡਾਢੇ ਨੇ। ਗੁਰੂ ਕਹਿੰਦਾ ਨਹੀਂ, ਦਾਸ ਆਪਣੇ ਕੋ, ਉਹ ਰੱਬ ਨੇ ਪੂਰਾ ਨਿਆਂ ਕਰਨਾ ਹੀ ਕਰਨਾ। ਔਰ ਜੋ ਉਹਦੇ ਦਾਸ ਨੇ, ਜੋ ਉਹਦੇ ਜਨ ਨੇ, ਜੋ ਉਹਦੇ ਸੇਵਕ ਨੇ, ਜੋ ਉਹਦੇ ਹੁਕਮ ਵਿੱਚ ਚੱਲਦੇ ਨੇ, ਉਹਨਾਂ ਦੀ ਵੀ ਸੀਨ ਪੀਪਲ ਸਾਡੀ ਜ਼ਿੰਦਗੀ ਨੂੰ ਦੇਖੋਗੇ ਨਾ, ਜਿਨ੍ਹਾਂ ਨੇ ਔਖੇ ਕੰਮਾਂ ਨੂੰ ਆਪਣੇ ਸਿਰ ਚੁੱਕਿਆ। ਬੰਦਾ ਕਹੇਗਾ ਕਿ ਐਟ ਦੈਟ ਟਾਈਮ ਦੋਸ ਟਾਸਕ ਅੱਛੇ ਸਨ, ਬਟ ਦੇ ਵਰ ਸੀਮਿੰਗਲੀ ਇਨਕੰਪਰੀਹੈਂਸਿਬਲ। ਇਹ ਕੰਮ ਉਹ ਭਾਵੇਂ ਗੱਲ ਠੀਕ ਸੀ, ਲੇਕਿਨ ਉਹ ਇਤਨਾ ਵੱਡਾ ਉਹਨਾਂ ਨੇ ਆਪਣੇ ਸਿਰ ਤੇ ਭਾਰ ਚੁੱਕ ਲਿੱਤਾ ਸੀ ਨਾ ਕਿ ਬੰਦਾ ਕਹੇਗਾ ਕਿ ਯਾਰ ਨਹੀਂ, ਇਹ ਬੜਾ ਔਖਾ ਹੈ। ਲੇਕਿਨ ਉਹ ਰੱਬ ਜਿਹੜਾ ਹੈ ਨਾ, ਉਹਨੇ ਕਹਿੰਦੇ ਦਾਸ ਆਪਣੇ ਦਾਸ ਕੋ ਰਾਖਣ ਹਾਰ। ਉਹਦੀ ਕਿਸ ਤਰੀਕੇ ਦੇ ਨਾਲ ਮਰਜ਼ੀ ਹੋਵੇ ਨਾ, ਉਹ ਕਰਦਾ ਹੀ ਹੈ। ਵੀ ਉਹ ਕਹਿੰਦਾ ਆਦ ਜੁਗਾਦ ਪ੍ਰਗਟ ਪ੍ਰਤਾਪ, ਆਦ ਤੋਂ, ਹਮੇਸ਼ਾ ਤੋਂ, ਸ਼ੁਰੂ ਤੋਂ, ਹੁਣ ਵੀ, ਅੱਗੇ ਵੀ ਜਿਹੜਾ ਨਾ, ਉਸ ਮਾਲਕ ਦੀ ਵਡਿਆਈ ਜਿਹੜੀ ਨਾ ਉਹ ਪ੍ਰਗਟ ਹੋ ਕੇ ਰਹਿਣੀ। ਉਹ ਜਿਹੜਾ ਮਾਲਕ ਨੇ ਨਾ, ਵੀ ਉਹ ਆਪਣੇ ਸੇਵਕ ਨੂੰ ਆਚ ਨਹੀਂ ਆਣ ਦਿੰਦਾ, ਵੀ ਉਹਦੀ ਮਾਲਕ ਦੀ ਵਡਿਆਈ ਨਾ, ਵੀ ਜੋ ਉਹਦੇ ਨਾਲ ਲੱਗੇ ਨੇ ਨਾ, ਉਹ ਉਹਨਾਂ ਦੀ ਰਕਸ਼ਾ ਕਰਦਾ ਹੀ ਕਰਦਾ ਹੈ। ਇਹ ਉਹਦਾ ਸੁਭਾਅ ਹੈ। ਔਰ ਇਹ ਉਹਦੀ ਵਡਿਆਈ ਹਰ ਥਾਂ ਦੇ ਉੱਤੇ, ਹਰ ਜੁਗ ਭਗਤ ਉਪਾਇਆ। ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਦੂਜਾ ਹੋਰ ਸ਼ਬਦ ਆਉਂਦਾ ਹੈ, ਕਹਿੰਦੇ ਵੀ ਪ੍ਰਹਿਲਾਦ ਉਧਾਰੇ ਅਨਕ ਬਾਰ। ਐਸਾ ਨਹੀਂ ਕਿ ਰੱਬ ਨੇ ਇੱਕ ਵਾਰ ਪ੍ਰਹਿਲਾਦ, ਕਿਤਨੀ ਦ੍ਰਿੜਤਾ ਹੋਏਗੀ ਵੀ ਪਿਓ ਬਾਦਸ਼ਾਹ ਹੈ, ਉਹਨੇ ਵੀ ਹੁਕਮ ਕਰਤਾ ਪਹਾੜ ਤੋਂ ਛੱਡ ਦੋ, ਅੱਗ ਜਾਲ ਦੋ, ਲੇਕਿਨ ਦ੍ਰਿੜਤਾ ਕਿਤਨੀ ਸੀ। ਕਹਿੰਦਾ ਨਹੀਂ, ਹਰ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਸ ਮਾਲਕ ਨੇ ਤੁਹਾਡੀ ਪੈਜ, ਉਹ ਕਹਿੰਦੇ ਆਦ ਜੁਗਾਦ ਪ੍ਰਗਟ ਪ੍ਰਤਾਪ, ਉਸ ਮਾਲਕ ਦਾ ਪ੍ਰਤਾਪ। ਕਹਿੰਦੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਹਦੇ ਭਗਤ ਦੀ ਮਨ ਦੀ ਇੱਛਾ ਨਹੀਂ ਹੈ ਕਿ ਮੈਂ ਆਪਣੇ ਆਪ ਨੂੰ ਪ੍ਰਗਟਾਵਾਂ। ਉਹ ਤੇ ਚਾਹੁੰਦਾ ਹੈ ਕਿ ਮੈਂ ਹਰ ਗੱਲ ਤੋਂ ਰੱਬ ਦੀ ਵਡਿਆਈ ਕਰਵਾਵਾਂ, ਲੇਕਿਨ ਮਾਲਕ ਉਸ ਨੂੰ ਜਿਹੜਾ ਨੇ ਕਹਿੰਦੇ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ ਹਰ ਭਾਵ ਦੀ। ਇਹਦੇ ਕਹਿੰਦੇ ਵੀ ਆਦ ਜੁਗਾਦ ਪ੍ਰਗਟ ਪ੍ਰਤਾਪ। ਉਸ ਤੋਂ ਉਲਟ ਕਹਿੰਦੇ ਨੇ ਨਿੰਦਕ ਮੂਆ ਉਪਜ ਵੱਡ ਤਾਪ। ਜਿਹੜਾ ਨਿੰਦਕ ਬੰਦਾ ਸੀ ਨਾ, ਜਿਹਨੇ ਇਹ ਕੰਮ ਕੀਤੇ ਸਨ, ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਉਹਦਾ ਜੀਵਨ ਜਿਹੜਾ ਹੈ ਨਾ, ਇੱਕੋ ਅਸੀਂ ਕੋ ਕਹਿੰਦੇ ਨੇ ਕਰੇ ਗੁਮਾਨ ਤੋਂ ਹੰਕਾਰ ਕਹਿ ਲੋ, ਕਰੇ ਗੁਮਾਨ ਚੁਭੈ ਤੇ ਸੂਲਾ ਕੰਡਾ। ਕਹਿੰਦਾ ਕਰੇ ਗੁਮਾਨ ਚੁਭੈ ਤੇ ਸੂਲਾ, ਕਹਿੰਦੇ ਕੋ ਕਾਢਨ ਕੋ ਨਹੀਂ। ਕੋਈ ਕਿਸੇ ਐਸੇ ਥਾਂ ਤੋਂ ਕੰਡਾ ਚੁੱਭ ਜਾਵੇ, ਬੰਦਾ ਹੱਥ ਵੀ ਨਾ ਪਹੁੰਚ ਜਾਵੇ, ਹੋਰ ਕੋਈ ਕੰਡਾ ਕੱਢੇ ਵੀ ਨਾ। ਕਰੇ ਗੁਮਾਨ ਚੁਭੇ ਤੇ ਸੂਲਾ ਕੋ ਕਾਢਨ ਕੋ ਨਾਈ। ਕਹਿੰਦੇ ਅਜੇ ਸੂ ਚੋਪ ਕੋ ਬਿਲਲ ਬਿਲਾਤੇ ਨਰਕੇ ਘੋਰ ਪਚਾਈ। ਤੂੰ ਉਹਨਾਂ ਦਾ ਜੀਵਨ ਐਸਾ ਮਾਲਕ ਕਰ ਦਿੰਦਾ ਨਾ, ਵੀ ਗਰੀਬਾਂ ਉੱਪਰ ਜੇ ਖਿੰਜੇ ਦਾੜੇ ਸੀ ਕਿ ਮੇਰੇ ਕੋਲ ਰੁਤਬਾ ਹੈ, ਮੇਰੇ ਕੋਲ ਪੈਸਾ ਹੈ, ਮੈਂ ਕਰ ਸਕਣਾ ਤਾਂ ਮੈਂ ਕੀਤਾ। ਦੁਨੀਆ ਵਿੱਚ ਅਸੀਂ ਇਸ ਤੋਂ ਪਹਿਲਾਂ ਵੀ ਗੱਲ ਕਰਦੇ ਵੀ ਜਿਹੜੇ ਲਾਸ ਆਫ ਨੇਚਰ ਔਰ ਵਿਲ ਆਫ ਗੋਡ, ਜਦੋਂ ਕਹਿੰਦੇ ਇਹ ਰੱਬ ਅਧੂਰਾ ਹੈ। ਲਾਸ ਆਫ ਨੇਚਰ ਜਿਹੜੇ ਹਨ ਉਹ ਤੇ ਹੈ ਹੀ ਨੇ, ਦਿਖਦੇ ਪਏ ਨੇ। ਬਈ ਸੂਰਜ ਨੇ ਰੋਜ਼ ਵੀ ਉਹ ਈਸਟ ਤੋਂ ਉੱਗਣਾ ਹੈ, ਉਹਨੇ ਵੈਸਟ ਤੋਂ ਜਾ ਕੇ ਉਹਨੇ ਸੈੱਟ ਹੋਣਾ ਹੈ, ਲਾਅ ਆਫ ਗ੍ਰੈਵਿਟੀ ਹੈ, ਜੋ ਨੇਚਰ ਦੇ ਲਾਸ ਨੇ। ਲੇਕਿਨ ਜੋ ਉਸ ਰੱਬ ਦੇ ਸਪਿਰਿਚੁਅਲ ਲਾਸ ਨੇ, ਉਹ ਜਿਨ੍ਹਾਂ ਦੇ ਬਾਰੇ ਅਦਰਵਾਈਜ਼ ਕੋਈ ਉਹ ਕਹਿੰਦੇ ਗੁਰੂ ਬਿਨਕ ਨੇ ਸਮਝਾਈ ਹੈ। ਜਾਂ ਇੱਕ ਹੋਰ ਸ਼ਬਦ ਆਉਂਦਾ ਹੈ ਵੀ ਉਹ ਜਬ ਲਗ ਹੁਕਮ ਨਾ ਬੂਝਤਾ। ਜਿਹੜੇ ਰੱਬੀ ਹੁਕਮਾਂ ਨੇ, ਜਿਹੜਾ ਅੱਜ ਆਮ ਤੌਰ ਤੇ ਆਸਤਿਕ ਬੰਦਾ ਵੀ ਉਹਨੂੰ ਰੱਬੀ ਹੁਕਮ ਸਮਝੇ ਕਮਾਈ ਜਾ ਰਿਹਾ ਹੈ, ਲੇਕਿਨ ਉਹ ਬਿਨ ਗੁਰ ਪੁੱਛੇ ਕਰੀ ਜਾ ਰਿਹਾ। ਕੰਨ ਨਾ ਹੀ ਸੋ ਗਾਹਨ ਲਾਗੇ। ਜਿਸ ਕਰਮ ਵਿੱਚ ਕਣੀ ਨਾ ਹੋਵੇ,
ਉਹਦੇ ਵਾਸਤੇ ਟਾਈਮ ਐਂਡ એનર્ਜੀ ਵੇਸਟ ਕਰ ਕਰਕੇ ਕੰਨ ਨਹੀਂ ਸੋ ਗਾਹਣ ਲਾਗੇ, ਧਾਏ ਧਾਏ ਦੁੱਖ ਪਾਈ। ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋਵੋ ਪਾਣੀ, ਲੱਖ 84 ਜਿਹਨੂੰ ਪਾਈ ਸੋ ਸਿਮਰੋ ਨਿਰਬਾਨੀ। ਕਾਇਕ ਮੰਡਲ ਕਾਪੜੀ ਆਰੇ 68 ਕਾਹੇ ਫਿਰਾਈ, ਬਦਦ ਤਿਰਲੋਚਨ ਸੁਨ ਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇ, ਫੋਕਟ ਕਰਮ ਜਿਹੜੇ ਨੇ ਨਾ ਤੇ ਸਾਨੂੰ ਗੁਰੂ ਕੋਲ ਜਿਹੜੇ ਵੀ ਉਹ ਹਾਂ ਬਾਕੀ ਉਹਦਾ ਰੂਲ ਜਿਹੜਾ ਉਹ ਚੱਲੀ ਜਾਂਦਾ ਵੀ ਕਰੇ ਗੁਮਾਨ ਚੁੱਕ। ਇਹ ਵੀ ਜਿਹੜਾ ਸੋਹਲਾ ਸਾਹਿਬ ਦਾ ਪਾਠ ਪੜ੍ਹਨੇ ਆ, ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣੇ। ਰੱਬ ਤੋਂ ਮੁਨਕਰ ਜਿਹੜਾ ਬੰਦਾ ਹੈ ਨਾ, ਉਹਨੇ ਪਰਮਾਤਮਾ ਦੀ ਸਿਫਤ ਸਲਾਹ ਦਾ, ਪਰਮਾਤਮਾ ਦਾ ਪਿਆਰ ਮੰਨਣ ਦਾ ਉਹਨੇ ਰੰਗ ਨਹੀਂ ਮਾਨਿਆ। ਸਾਕਤ ਹਰ ਰਸ ਸਾਧ ਨਾ ਜਾਣੇ, ਕਹਿੰਦੇ ਕਿਉਂ ਨਹੀਂ ਮੰਨਦਾ? ਕਹਿੰਦਾ ਤਿੰਨ ਅੰਤਰ ਹਉਮੈ ਕੰਡਾ ਹੈ। ਮੈਂ ਕੁਛ ਹਾਂ, ਮੈਨੂੰ ਪਤਾ ਮੈਂ ਜਾਣਨਾ ਵਾ, ਸਪਸ਼ਟ ਗੱਲ ਆਂਦੀ ਹੋਵੇ ਫਿਰ ਵੀ ਬੰਦਾ ਕਹੇ ਕਿ ਵੀ ਉਹ और विश्कार भी शब्द गया सी सतगुरु सेती गणत जे रखे, हलत पलत इसका गणत जे रखे। वो गुरु एक गल कहंदा होवे, तू कह श्राद्धां दे प्रथाएं बड़ा गुरु क्लियर है, तीर्थां दे प्रथाएं गुरु बड़ा क्लियर है। अस फिर भी मैं तो तीर्थां दे जाना, मैं उत्थे देखिया सी ए देखो ए स्टोरी आई सी, वो फलाना बंदा उत्ते कदी ठीक हो गया, ਉਹਦੇ ਨਾਲ ਇਹ ਹੋ ਗਿਆ ਉਹ ਹੋ ਗਿਆ। ਗੁਰੂ ਤੈਨੂੰ ਕਹਿੰਦਾ ਹੋਵੇ ਤੀਰਥ ਜਿਹੜਾ ਹੈ ਉਹ ਗੁਰੂ ਦਾ ਨਾਮ ਹੈ, ਤੀਰਥ ਸ਼ਬਦ ਵਿਚਾਰ है, लेकिन सतगुरु सेती गणत जे रखे। तू जो गुरु कहना पे तू उल्टे उसते तू ए फलाने बंदे ने आए क्या है, लेकिन वो भी तो अच्छा बंदा है, ਉਹਦੇ ਨਾਲ ਹੋਇਆ ਹੋਣਾ ਤਾਂ ਹੀ ਉਹਨੇ ਕਿਹਾ ਹੋਣਾ। ਕਹਿੰਦਾ ਸਤਿਗੁਰੂ ਸੇਤੀ ਗਨਤ ਜੇ ਰੱਖੇ, ਹਲਤ ਪਲਤ ਇਸਕਾ ਸਭ ਗਿਆ। ਇਹਨੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜੋ ਜੋ ਚਲ ਹੈ ਚੁਭ ਹੈ। ਉਹ ਹੰਕਾਰ ਦਾ ਕੰਡਾ ਯੂ ਵਿਲ ਫਾਈਂਡ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਹੋਣਗੇ, ਜੀਵਨ ਬੜਾ ਉਹ ਦੇਖ ਲਓ, ਲੇਕਿਨ ਨਾ ਬੱਚੇ ਗੱਲ ਮੰਨਦੇ ਨਾ ਵੋਟੀ ਗੱਲ ਮੰਨਦੀ ਹੈ। ਬਦੋ ਉਹ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜੋ ਜੋ ਚਲੇ ਦੁੱਖ ਚਲੇ ਚੁਭੈ ਦੁੱਖ ਪਾਵੇ। ਜਮਕਾਲ ਸਹਿਸ ਰਿੰਡਾ, ਕਹਿੰਦੇ ਵੀ ਤੇ ਕਹਿੰਦੇ ਵੀ ਨਿੰਦਕ ਮੂਆ ਉਹ ਉਪਜ ਵੜਤਾਪ, ਆਪਣੇ ਦਾਸ ਕੋ ਰਾਖਨ ਹਾਰ, ਆਦ ਜੁਗਾਦ ਪ੍ਰਗਟ ਪ੍ਰਤਾਪ। ਨਿੰਦਕ ਮੂਆ ਇਹ ਰੱਬ ਦਾ ਨਿਆਂ ਹੈ, ਰੱਬ ਦਾ ਵੇ ਆਫ ਵਰਕਿੰਗ ਹੈ। ਇਹਨੂੰ ਨੋਬਡੀ ਕੈਨ, ਰੱਬ ਨੇ ਤੈਨੂੰ ਪੁੱਛ ਕੇ ਨਹੀਂ ਬਣਾਇਆ। ਉਹ ਕਦੀ ਗਲਤੀ ਕਰਦਾ ਵੀ ਨਹੀਂ ਹੋ ਕਿ ਦੋ ਬਾਰਾ ਕਰਨੇ ਹਾਰ ਨਾ ਭੂਲਣ ਹਾਰਾ। ਉਹਨੇ ਕੋਈ ਆਪਣੇ ਉਹ ਮਤਾ ਨਾ ਕਰੇ 50 ਹੈ, ਉਹ ਕੋਈ 50 ਬੰਦਿਆਂ ਨੂੰ ਪੁੱਛ ਕੇ ਫੈਸਲੇ ਨਹੀਂ ਕਰਦਾ। ਤੇਰੀ ਮਰਜ਼ੀ ਹੈ, ਤੂੰ ਨਹੀਂ ਮੰਨਣਾ ਚਾਹੁੰਦਾ ਨਾ ਨਤੀਜੇ ਤੂੰ ਆਪ ਭੋਗੇਗਾ। ਕਹਿੰਦੇ ਖੜਾ ਪੁਕਾਰੇ ਪਾਤ ਨਹੀਂ ਬੇੜਾ ਕਪਰਵਾਟ। ਗੁਰੂ ਤੈਨੂੰ ਕਹੀ ਜਾ ਰਿਹਾ, ਤੈਨੂੰ ਦੇਖ ਲੈ ਤੇਰਾ ਜੀਵਨ ਦਾ ਬੇੜਾ ਹੈ ਨਾ ਉਹ ਬਿਲਕੁਲ ਉਹ ਸਟਾਰਮ ਦੇ ਬਿਲਕੁਲ ਉਹ ਕਿਹੜਾ ਬੜਾ ਭੌਰ ਪੈਦਾ ਹੁੰਦਾ, ਉਹਦੇ ਬਿਲਕੁਲ ਕੰਢੇ ਪਹੁੰਚੀ ਜਾ ਰਿਹਾ। ਖੜਾ ਪੁਕਾਰੇ ਪਾਟ ਨਹੀਂ, ਜਿਹੜਾ ਮਲਾਹ ਹੈ ਉਹ ਤੈਨੂੰ ਕਿਹਾ ਜਾ ਰਿਹਾ, ਜਿਹੜਾ ਗੁਰੂ ਰੂਪ ਪੱਲਾ ਹੈ ਉਹਦੇ ਨੂੰ ਕਹੀ ਜਾਂਦਾ ਪਿਆ। ਇਹ ਗੁਰੂ ਸਾਨੂੰ ਕਹਿੰਦਾ ਹੀ ਪਿਆ, ਜਿਹੜਾ ਸ਼ਬਦ ਸਾਨੂੰ ਕੀ ਕਹਿੰਦਾ ਪਿਆ? ਸ਼ਬਦ ਸਾਨੂੰ ਉਹੀ ਕਹਿੰਦਾ ਪਿਆ, ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰਹਮਸਾ ਅਕਨ ਮੈਂ ਸਾੜੀ। ਹੁਣ ਇਹ ਤੇ ਗੁਰੂ ਨੇ ਸਾਨੂੰ ਹੁਕਮ ਦੀ ਸੋਝੀ ਦੇ ਦਿੱਤੀ। ਹੁਣ ਸਾਨੂੰ ਆਪਣੇ ਜੀਵਨ ਵਿੱਚ ਦੇਖਣਾ ਪਏਗਾ ਕਿ ਕੱਲ ਨੂੰ ਮੈਂ ਕਿਸੇ ਗਰੀਬ ਮਾਰ ਬਹੁਤ ਹੁੰਦੀ, ਅਮੀਰ ਬੰਦੇ ਨੂੰ ਕੋਈ ਕੁਝ ਨਹੀਂ ਕਹਿੰਦਾ। ਗਰੀਬਾਂ ਕਿਸੇ ਗੁਰਦੁਆਰਿਆਂ ਵਿੱਚ ਵਿਆਹ ਵਾਸਤੇ ਜਾਓ ਤਾਂ ਤੁਹਾਨੂੰ ਨਾ 100 ਕੰਡੀਸ਼ਨਸ ਪਾਣਗੇ। ਅੱਛਾ ਬਰਾਤ ਜੀ ਉੱਥੇ ਮੈਣ ਬਾਜਾ ਬੰਦ ਹੋ ਜਾਏਗਾ, ਇੱਥੇ ਇਹ ਕੰਮ ਨਹੀਂ ਹੋਏਗਾ, ਮਿਲਣੀ ਨਹੀਂ ਹੋਏਗੀ। ਉਹੀ ਕਿਸੇ ਗੁਰਦੁਆਰੇ ਦੇ ਪ੍ਰਧਾਨ ਦੇ ਮੁੰਡੇ ਕੁੜੀ ਦਾ ਜਾਂ ਉਹਦੇ ਦੋ ਤੇਰੇ ਪੋਤਰੇ ਦਾ ਕੋਈ ਵਿਆਹ ਆ ਜਾਵੇ, ਕਿਉਂ? ਗਰੀਬਾਂ ਉੱਪਰ ਜੋ ਇੱਥੇ ਗਰੀਬ ਮਿਸ ਨਾਟ ਨੈਸੈਸਰਲੀ ਉਹ ਕਿਉਂਕਿ ਤੇਰੀ ਚਲਦੀ ਸੀ ਨਾ, ਤੂੰ ਚਲਾ ਕੇ ਦਿਖਾਈ। ਉਹਨਾਂ ਬਾਰੇ ਕਹਿ ਰਹੇ ਨੇ ਗਰੀਬਾਂ ਉੱਪਰ ਉਹ ਤਾਂ ਉਹਦੇ ਤੇਰੀ ਵਿਚਾਰ ਦੀ ਚਲਦੀ ਨਹੀਂ ਸੀ, ਹੁਣ ਉਹਨੂੰ ਡਾਢਾ ਬਣ ਕੇ ਦਿਖਾਣਾ ਪਿਆ ਉਹਨੂੰ। ਤੇ ਗੁਰੂ ਤੈਨੂੰ ਇੱਕ ਜੀਵਨ ਜਾਚ ਦੱਸਦੇ ਪਏ ਨੇ ਤੇ ਕਿ ਵੀ ਤੂੰ ਕਿਸੇ ਇੰਡਲਜ ਨਾ ਕਰੀ। ਅੱਜ ਤੇਰੇ ਕੋਲ ਪਾਵਰ ਹੈ, ਲੇਕਿਨ ਰੱਬੀ ਨਿਆਂ ਕੀ ਹੈ? ਕਹਿੰਦਾ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਰਮਸਾ ਅਗਨ ਮੈਂ ਸਾੜੀ। ਉਹਨੇ ਤੈਨੂੰ ਤੇਰੇ ਜੀਵਨ ਨੂੰ ਸੜ ਬਲ ਦੇਣਾ ਹੀ ਉਹਨੇ ਤੇਰਾ। ਤੇ ਉਸ ਗੁਰੂ ਸਾਨੂੰ ਇਹ ਸੁਚੇਤ ਕਰਦੇ ਪਏ ਨੇ ਵੀ ਉਹ ਅੱਗੇ ਵੀ ਕਹਿੰਦੇ ਬਈ ਤਿਨ ਮਾਰਿਆ ਜੇ ਰੱਖਿਆ ਨਾ ਕੋਈ, ਉਹ ਰੱਬ ਦਾ ਮਾਰਿਆ ਨਾ ਉਹਨੂੰ ਕੋਈ ਨਹੀਂ ਬਚਾ ਸਕਦਾ। ਜਿਸਨੂੰ ਉਹ ਜਦੋਂ ਉਹ ਰੱਖਦਾ ਹੈ ਤੇ ਤੈਨੂੰ ਕੋਈ ਮਾਰ ਨਹੀਂ ਸਕਦਾ। ਵਿੱਚ ਕਰਤਾ ਪੁਰਖ ਭਲੋਆ ਵਾਲ ਨਾ ਵਿੰਗਾ ਹੋਆ, ਲੇਕਿਨ ਜੇ ਉਹ ਮਾਰਨਾ ਚਾਹਵੇ ਨਾ ਤੇ ਤੈਨੂੰ ਕੋਈ ਬਚਾ ਨਹੀਂ ਸਕਦਾ। ਉਹ ਜਿਹੜਾ ਕੱਲ ਵੀ ਕਹਿੰਦੇ ਕੋ ਜਿਹੜਾ ਕੱਲ ਗਿਆ ਸੀ ਬਈ ਜਿਹੜਾ ਸਾਡਾ ਪਹਿਲਾ ਜਿਹੜਾ ਦਿਨ ਦਾ ਸੀ, ਉਹ ਜਿਹੜਾ ਸੀ ਜਾਂ ਕੋ ਰਾਖੇ ਰਾਖਣ ਹਾਰ ਤਾਂ ਕੋ ਕੋਈ, ਜਾਂ ਕੋ ਰਾਖੇ ਰਾਖਣ ਹਾਰ ਤਾਂ ਕੋ ਕੋਈ ਨਾ ਸਾਕਸ ਮਾਰਾ। ਜਿਹਨੂੰ ਰੱਬ ਰੱਖਣਾ ਚਾਹੇ ਨਾ ਉਹ ਜਿਸਕਾ ਅੰਗ ਕਰੇ ਮੇਰਾ ਸੁਆਮੀ ਤਿਸ ਕੀ ਨਾਨਕ ਹਰ ਪੈਜ ਸਵਾਰੀ। ਜਿਹਨੂੰ ਰੱਬ ਉਹ ਕਹਿੰਦੇ ਜਿਨ ਹਰ ਸੇਤੀ ਮਨ ਮਾਨਿਆ ਸਭ ਕੁਛ ਚੱਕ ਮਾਰਾ। ਲੇਕਿਨ ਜਿਸਨੂੰ ਰੱਬ ਮਾਰਨਾ ਚਾਹਵੇ ਉਹਨੂੰ ਕੋਈ ਬਚਾ ਨਹੀਂ ਸਕਦਾ। ਵੀ ਤਿਨ ਮਾਰਿਆ ਉਸ ਰੱਬ ਦਾ ਮਾਰਿਆ, ਜੇ ਰੱਖੇ ਨਾ ਕੋਈ ਤੈਨੂੰ ਕੋਈ ਬਚਾ ਨਹੀਂ ਸਕਦਾ। ਆਗੇ ਪਾਛੇ ਮੰਦੀ ਸੋਏ, ਤੇਰੀ ਹੁਣ ਵੀ
तेरे जिਉਂਦਿਆਂ ਵੀ ਅੱਗੇ ਵੀ ਤੇਰੀ ਜਿਹੜੀ ਸੋਏ ਪਾਓ ਇੱਜ਼ਤ ਜਿਹੜੀ ਉਹ ਫਿੱਕੀ ਪੈ ਜਾਏਗੀ। तेरा मान सत्कार कोई चंगा नहीं होएगा, आगे पाछे सोए पाओ इज्जत मान सत्कार, तो तू एज अ भैड़ा बंदा जेड़ा ना मनिया जाएगा। ये रब दा न्याय है। अपने दास को राखे कंठ लाए, शरण नानक हर नाम ते आए। जेड़े ओदे दास ने उन्हां नूं कहंदे जां अंग करे करतार। ओ जिदे पख हो जावे ना, जां करता वल तां सब को वल। सभे थोक प्राप्ते जे आवे एक हथ। अपने दास राखे कंठ लाए, ਉਹ ਉਹਨਾਂ ਨੂੰ ਬਿਲਕੁਲ ਉਹ ਆਪਣੇ ਭਗਤ ਕਰੇ ਪ੍ਰਤਪਾਰ। ਸਭ ਜੀ ਤੇਰੇ ਦਿਆਲਾ ਆਪਣੇ ਭਗਤ पापा को पपीता ਵੀਰ ਜੀ ਆਵਾਜ਼ ਨਹੀਂ ਆ ਰਹੀ ਆਪ ਜੀ ਦੀ ਸ਼ਾਇਦ। ਵੀਰ ਜੀ शायद नेटवर्क प्रॉब्लम है। आज थोड़ा समा भी हो गया है।